इतना प्यार करेंगे, हम तुम्हें इतना प्यार करेंगे कि लोग हमें याद करेंगे, कि लोग हमें याद करेंगे। एक मिनट यार है जी ਸਤਾਈ ਵਿੱਚ ਆਉਂਦਾ ਹੈ किथे ਜਿੱਥੇ ਮਰਜ਼ੀ ਕਹਿ ਲਓ। अच्छा चलो करो करो। ओ ओ ओ ओ ओ आगे। हम तुम्हें इतना प्यार करेंगे, हम तुम्हें इतना प्यार करेंगे कि लोग हमें याद करेंगे, कि लोग हमें याद करेंगे। ओ ओ ओ ओ ओ टी टाइम में खुश आमदीद। तुम भूलो तो तुम। अब एक ना आज बीमारी आ, एक चीज खत्म हो गई, गाना रख दिता, क्लैप कर ਦਿੱਤੀ ਉਹਨੇ, ਫਿਰ ਗਾਣਾ ਵਿੱਚ ਪਾ ਕੇ ਫਿਰ ਕਹਿੰਦੇ ਫੈਸਲ ਲਾਲ ਜੀ ਤੁਸੀਂ ਇਗਨੋਰ ਕਰਦੇ। ਉਹਨੂੰ ਫਾਰਮੈਟ ਦੀ ਸਮਝ ਨਹੀਂ ਆ ਰਹੀ। ਇਹ ਕਿਸੇ ਚੰਗੇ ਐਂਕਰ ਦੇ ਕੋਲ ਚੰਗੇ ਤੋਂ ਮਰਾਦ ਹੈ ਕਿ ਜ਼ਰਾ ਥੋੜਾ ਜਿਹੜਾ ਰੂਲਡ ਔਰ ਰੈਗੂਲੇਸ਼ਨ ਔਰ ਪਿਕਨਿਕ ਵਾਲਾ ਬੈਠਾ ਹੋਵੇ ਨਾ ਥੋੜਾ, ਕਸਮੇ ਦੂਜੇ ਸ਼ੋਅ 'ਚ ਨਾ ਹੋਵੇ। ਸਹੀ ਗੱਲ ਕਿ ਦੇਖੋ ਗਾਣਾ ਮੁੱਕਾ, ਕਲੈਪ ਕੀਤੀ, ਉਹਨੇ ਰੱਖ ਦਿੱਤਾ ਤਬੂਕਾ, ਉਹਨੇ ਨਵਾਂ ਗਾਣਾ ਸ਼ੁਰੂ ਕਰ ਲਿਆ। ਉਸਤਾਦ ਜੀ ਮੇਰਾ ਵਸ ਚੱਲੇ ਤੇ ਪਹਿਲੇ ਸ਼ੋਅ 'ਚ ਨਾ ਹੋਵੇ। ਤੁਸੀਂ ਦੂਸਰੇ ਦੀ ਗੱਲ ਕਰਨ ਦੇ ਯਾਰ। ਮੈਂ ਗਾਇਆ ਉਦੋਂ ਹੀ ਸੀ, ਨਿਕਲਿਆ ਹੋਣਾ। ਇਹੋ ਜਿਹਾ ਬੰਦਾ ਨਾ ਤੰਦੂਰ ਟੇਢਾ ਕਰਕੇ ਸਿਗਰ ਲਾਉਂਦਾ ਅਗਲੇ ਦਾ ਤੰਦੂਰ ਹੀ ਵਿੰਗਾ ਕਰਕੇ। ਓਏ ਓਏ ਇਸ਼ਾਰੇ ਤੇ ਜਨਾਬ ਚੜਾਈ ਹੁੰਦੀ। ਬਲਬ ਨਾਲ ਖੁਦਕੁਸ਼ੀ ਕੀਤੀ ਹੁੰਦੀ। ਆਲਾ ਬਲਬਣਾ ਖੁਸ਼ ਕੀਤਾ ਬਲਬਣਾ ਬਾਜੀ ਬਲਬਣਾ ਠਹਿਰ ਜੀ ਅੱਗੇ। ਕੇਲਾ ਛਿਲ ਕੇ ਬੰਦੇ ਦੀ ਸ਼ਾਰਕ ਵੱਡੀ ਹੁੰਦੀ ਹੈ ਜੀ, ਕੇਲੇ ਨਾਲ। ਹਾਏ ਤਰਬੂਜ ਚ ਪੈਸੇ ਜੋੜੇ ਹੁੰਦੇ। ਸਹੀ ਗੱਲ ਹੈ ਬਹੁਤ ਅੱਛੀ ਗੱਲ ਹੈ। ਤਾਜੀ ਆਪਾਂ ਤੁਮੇ ਏਦਾਂ ਗੱਲਾਂ ਕਰੀਏ। ਹਾਂ ਠੀਕ ਹੈ ਕਰ। ਓਏ ਜ਼ੇਨ ਨੂੰ ਚਾਰਜਿੰਗ ਤੇ ਲਾਇਆ ਹੁੰਦਾ। ਆਪ ਫਿਰ ਕੀ ਗੱਲਾਂ ਕਰਨ ਆਏ? ਹਾਂ ਰਾਜਿੰਗ ਫਿੱਕੀਆਂ ਗੱਲਾਂ ਵਾਲਾ ਫੈਸ਼ਨ ਡਰਾਮੇ। अच्छा नाटन का बूटा प्रोग्राम में खुश आमदीद आ गया बूटा। आपका प्रोग्राम लेकर दुनिया का अंकड़े आदम हो गया। बूटा इसको जो मर्जी मसला कर दो उसका हल कर देगा बूटा 2 मिनट में, क्योंकि दो बूटा ही तो है जो सब कुछ करता है। लेकिन मैं दसदा जी ਜਿਹੜੀ ਕਿ ਵਿੱਚ ਓਵਰਲੈਪਿੰਗ ਦੀ ਸਜ਼ਾ ਉਹ 3 ਸਾਲ। आशिक से 3 ਸਾਲ ਓਵਰਲੈਪਿੰਗ ਦੀ ਸਜ਼ਾ ਹੈ ਔਰ ਕਸ਼ਤੀ ਦੇ ਵਿੱਚ ਉਹਨੂੰ ਬੰਦ ਕਰ ਦਿੱਤਾ ਜਾਂਦਾ। ओ यार गल कह नहीं होती यार, बेच अपनी ओवरलैपिंग लेके बैठ जाना तू। यार चाचा मैं ओ यार छाड़ तू एंकड़ा उधर दे बंदा आया साडे को बैठा, फोन आ गया साडे को। चाचा बूटा जी मैं भी अपना मसला ले गया। पहले मैं हेलो तो कह लवा। अच्छा हेलो तो कह एडा अकल मंडी तू कलर आ गया। ਉਸਤਾਦ ਜੀ ਔਰਤ ਦੀ ਬਾਤ ਲੱਗਦੀ ਸੀ ਨਾ। हां लगती सी। राजनी साडे नाल कूलर आ गए ने, देख रहे कौन साडे नाल किथों बोल रहा है। हेलो अस्सलाम वालेकुम। साजी और करे अब बुट्टी सा गला बैठा ही। कौन बोल रहा? कतरीना कैफ। हाँ कमीना कैफ। कतरीना कैफ। ओ यार आशिक आ कतरीना कैफ लगदी। ये कतरीना कैफ दूरों दूरों नहीं लगदी। हां ठहर जा हुन ठहर जा। मेरा एक मसला है। मेरे 2 आ। मेरा तेरे से बड़ा मसला है। वो तेरा मसला मेरे तो बड़ा हुआ। तालियां चाचा बूटे नहीं यार। चाचा बड़ी वैसे कमाल हमें नहीं पता दुनिया ते अंकड़े आजम होया। लेकिन मैं और बिल चैपलन मेरा फैन सी। कौन? चार्ली गेट्स। ਚਾਰਲੀ ਗੇਟਸ। बिल चैपलन। वाह वाह वाह। बिल चैपलन ते चार्ली गेट्स दोवें मेरे फैन सी। जो लाना का बूटे आ जा दुनिया छड़ के सारी अमेरिका च शो शुरू कर ला।
ਮੈਂ ਕਿਹਾ ਨਹੀਂ ਅਮਰੀਕਾ ਜਾਣ ਦੀ ਸਜ਼ਾ ਤੁਹਾਨੂੰ ਦੱਸਦੇ ਆ। ਜੇਮਸ 16 ਕੋੜੇ ਮਾਰੇ ਜਾਂਦੇ ਨੇ ਅਮਰੀਕਾ 'ਚ। ਪੇਸਮੈਂਟ ਚੋਂ ਡੱਡੂ ਬੋਲਣ ਦਾ ਇਦਾਂ ਲੱਗਦਾ ਕੁੱਤੇ ਨੇ ਅੱਧ ਕਰ ਖਾ ਲਿਆ ਹੈਲੋ ਕੌਣ ਬੋਲ ਰਿਹਾ? ਬੂਟਾ ਜੀ ਮੇਰੀ ਭੈਣ ਨਾਲ ਗੱਲ ਕਰੋ। ਔਰ ਤੇਰੀ ਭੈਣ ਨਾਲ ਗੱਲ ਕਰਾ ਕਰਾ। ਹੈਲੋ ਇਹਦੀ ਭੈਣ ਹਾਂਜੀ ਯਾਰ ਇਹਦੀ ਆਵਾਜ਼ ਤਾਂ ਸਹੀ ਆ। ਹਾਂਜੀ ਹੈਲੋ ਇਹਦੀ ਭੈਣ ਕਿੱਥੋਂ ਬੋਲ ਰਹੀ ਆ? ਮੂੰਹ ਚੋਂ ਆ ਮੂੰਹ ਖਾਲੀ ਸੀ? ਹਾਂਜੀ ਸੁਣਾਓ ਅੱਛਾ ਤੇਰਾ ਕਿਤੇ ਖਾਲੀ ਹੁੰਦਾ ਵਾ ਤੇ ਤੂੰ ਬੋਲਦੀ ਆ। ਛੱਲੀ ਖਾਂਦੀ ਹੈ ਨਾ, ਛੱਲੀ ਹੈ ਨਾ। ਇੱਕ ਕੰਮ ਲੈ ਕੇ ਆਈ ਮੈਂ। ਕੰਮ ਲੈ ਕੇ ਆਈ ਆ? ਹਾਂਜੀ ਓਏ ਤੂੰ ਕਿੱਥੋਂ ਕੰਮ ਲੈ ਕੇ ਆਈ ਆ? ਆਪਣੇ ਦਿਮਾਗ ਚੋਂ। ਆਵਾਜ਼ ਮੈਨੂੰ ਕਿਸੇ ਨਾ ਕਿਸੇ ਅੰਜੀਆ ਬੋਲ ਰਹੀ ਹੈ, ਅੰਜੀਆ। ਅੰਸੀਆ ਹਾਂਜੀ ਅੰਸੀਆ ਲਹਿਜੇ ਚ ਗੱਲ ਕਰ ਰਹੀ ਤੂੰ ਮੈਨੂੰ ਅੰਸੀਆ ਲਹਿਜੇ ਚ ਗੱਲ ਨਾ ਕਰ। ਇਹਦਾ ਕੰਮ ਕਰਨਾ ਮਸਲਾ ਦੱਸ ਦੇ। ਮਸਲਾ ਹੀ ਦੱਸਣਾ ਵਾ ਦੱਸ ਕੱਲੇ ਨੂੰ। ਮੈਨੂੰ ਕੱਲੇ ਦੱਸਣਾ ਵਾ। ਹਾਂਜੀ ਚੱਲ ਮੈਂ ਕੋਈ ਉੱਠ ਜਾਣਾ ਮੈਂ ਮੈਨੇ ਕੋਈ ਨਹੀਂ ਸੁਣ ਰਿਹਾ। ਚੱਲ ਦੱਸ ਮੈਂ ਗੱਲਾਂ ਸੁਣਾਂਗਾ। ਤੇ ਤੁਸੀਂ ਇਸ ਟਾਈਮ ਹੈ ਕਿੱਥੇ ਹੋ? ਹਾਂ ਇੱਥੇ ਮੈਂ ਸਟੈਂਪ ਸਜਾ ਜਾਨੀ ਆਫੀਸ਼ੀਅਲ ਛੋਟੀ ਟਾਈਮ ਦੇ ਵਿੱਚ ਬਹਿ ਕੇ ਆ ਕੇ। ਮੇਰਾ ਬੰਦਾ ਨਹੀਂ ਘਰ ਆਇਆ ਹਲੇ ਤੱਕ। ਹਾਂ ਕਿੱਥੇ ਘਰ ਤੇਰਾ? ਆ ਲੋਕੇਸ਼ਨ ਭੇਜ ਮੈਨੂੰ। ਯਾਰ ਏਦਾਂ ਮੈਂ ਦੇਖਾਂ ਉਹ ਕਿੱਧਰ ਨੂੰ ਨਿਕਲ ਕੇ ਗਿਆ ਹੋਣਾ। ਮੈਂ ਕੁੱਤੇ ਲੈ ਕੇ ਆਵਾਂਗਾ ਸੁੰਘਣ ਵਾਲੇ ਨਾਲ। ਯਾਰ ਚਾਚੇ ਬੂਟੇ ਵੇਖ ਲਿਆ ਕਰ ਕੋਈ ਆ ਤਾਂ ਤੇਰੀ ਵੀ ਝਾੜੀ ਲੱਗਣ ਲੱਗੀ। ਮੈਂ ਕੁੱਤੇ ਨਾਲ ਲੈ ਕੇ ਆਵਾਂਗਾ ਸੁੰਘ ਕੇ ਜਾਣਗੇ ਤੇਰੇ ਬੰਦੇ ਦੇ ਮਗਰ। ਲਾਠੀਆਂ ਵਾਲੇ ਆਇਓ, ਲਾਠੀਆਂ ਵਾਲੇ। ਲਾਠੀਆਂ ਵਾਲੇ? ਹਾਂਜੀ ਕੱਲੇ ਹੀ ਤੁਸੀਂ? मैं कल्ला? हाँ जी। नहीं, आजकल खूबरू नौजवानों की इज्जत को खतरा होता है। मैं नहीं आना कल्ले ने, तुम आ जाओ। चलो ठीक है। हैं? बेटी चाची तेनू पहले ही आता था सारा होने। पहले ड्रेस तो पूछ लो बेटा। बताएं। लिखो गाफ बे। काबे। ओए गाफ काफ नहीं गाफ मोहतरमू। काबे। काफ बे है की बानी। है की बानी। 665। 665। चक्र नाला खुर्द। अरे नाला चौका पड़ा। किदा? रनाला खुर्द। चाचे बूटे जो क्या फिक्की काल ज्यादा देर नहीं सुनते हम। ओके चलो ठीक है। ओके आयो। अगली काल आगे बढ़ता है। हेलो हेलो अस्सलाम वालेकुम जी। आ बंदा कोई मैंने चुगली लग रहा है। वालेकुम सलाम चाचा जी मैं नदीम सिंध बोल रहे हैं, नदीम जो। बोली जाओ के अल्लाह हाफिज। अगली काल देखते हैं हमारे साथ कौन आ रहा है। हेलो अस्सलाम वालेकुम जी। वालेकुम सलाम। इस बंदे के साथ बात का मजा आएगा। चौधरी अनवर ढिल्लू बोल रहे हैं चाचा। और देखा मैंने कहा आशिक सैन इस बंदे के साथ गल का मजा आएगा। चौड़ी अनवर टिल्लू सैन जी मैं चाचा बूटे नाल गल करनी। चाचा बूटा बोल रहे बोल रहा किथे है? बोल रहा यार हूं मैं तेरे। चाचा बूटे की हाल है यार? मैं तेरा बड़ा बड़ा फैन हाँ। ओए मैं तेरा बहुत छोटा है कुछ नहीं। चल बोल। मैं एक और बोल मिट्टी दे बाविया। अपनी सीन ते वाओ दे दरमियान च अच्छा वैसे मैं तेन एक गल दसदा आशिक सैन ਇਹਦੀ ਆਵਾਜ਼ ਤੋਂ ਮੈਨੂੰ ਲੱਗ ਜਾ ਕੋ ਕਾਲੇ ਮੂੰਹ ਵਾਲਾ ਹੀ। चौधरी अनवर ढिल्लू नु काला कहता। अनाबी हाँ मैं। ब्लैक कह देते हम ब्लैक। अनाबी। ਕਾਲੇ ਰੰਗ ਤੇ ਸਜ਼ਾ ਤਕਰੀਬਨ 3 ਮਹੀਨੇ ਦੀ ਹੁੰਦੀ ਹੈ। ਕੋੜੇ 40 ਹੁੰਦੇ ਨੇ। मेरी गल सुनो। ਆ ਜਾ ਇੱਕ ਮਿੰਟ ਯਾਰ ਆਸ਼ਿਕ ਸੈਨ ਕੱਲ ਨਾ ਗੱਲ ਕਰ ਲਿਆ ਕਰ ਆਪਣੀ ਛਡਾਵਾਂ ਲਾ ਕੇ ਵਿੱਚ ਵੜ ਜਾ ਕਰ। चाचा जी मैं ऐसे मुंह ते ऐसे रंग ते माड़े माड़े टिमकने ਓਏ ਆਪਣਾ ਮਸਲਾ ਦੱਸ ਓਏ 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 ਗੰਦੇ ਮਸਲੇ ਦੇ ਆਪਣਾ ਮਸਲਾ ਦੱਸ। मैं मसला दसन लगा सी तुसी पहले ही पूछ लिया। ਦੱਸ ਮਸਲਾ ਦੱਸ। मेरी रंगत ही मेरा मसला वा। ਰੰਗ ਚਿੱਟਾ ਕਰਨਾ ਹੈ नहीं बस जरा दरमियाना जाए। ਸਵੇਰ ਦੁਪਹਿਰ ਥੋੜਾ ਸਾਂਵਲੀ ਗੰਦਮੀ ਕਰਨਾ ਹੈ। हाँ जी गंदमी ਗੰਦਮੀ ਰੰਗ ਵਾਸਤੇ ਬੇਟਾ ਤੂੰ ਇੱਕ ਇਸਤਰੀ ਲੈਣੀ ਇਸਤਰੀ। नेशनल दी। ਆ ਨੈਸ਼ ਮੇਰੇ ਕੋ ਪਿਆ ਨਲ ਕਿਤੋਂ ਲੈ ਕੇ ਇਕੱਠਾ ਕਰਕੇ ਨੈਸ਼ ਨਲ ਕਰ ਲਈ। ठीक है। ਹਾਂ ਠਹਿਰ ਇੱਕ ਮਿੰਟ। ਹਾਂ ਕੋਈ ਸਜ਼ਾ ਆਈ ਆ? ਹਾਂ ਚਾਚਾ ਬੂਟਾ ਦਾਦਾ ਜੀ ਬੈਠ ਜਹਾਜ਼ ਦੇ ਲੋ ਜੀ ਬੈਠ ਜਹਾਜ਼ ਦੇ ਵਿੱਚ ਵੜਨ ਦੀ ਬਗੈਰ ਟਿਕਟ ਤੋਂ ਸਜ਼ਾ 500 ਰੁਪਇਆ। ਓਕੇ ਚੁੱਪ ਕਰ ਜਾ। ਲੋ ਜੀ ਮੈਂ ਤਾਂ ਦੱਸਦਾ ਨਾਜ਼ਰੀਨ ਚਾਚਾ ਬੂਟਾ ਨਾ ਯਾਰ ਬੜਾ ਮਜ਼ੇਦਾਰ ਕਰੈਕਟਰ ਸੀ। ਕਸਮੇ ਵੀ ओरिजिनल बड़ा मजेदार करैक्टर, बड़ा जीदार बंदा सी। यानी है तो 60-62 साल उम्र सी लेकिन ऐसा दिल जवान और ऐसा बीमारी यार 18 हार्ट अटैक होए। मैं अगे भी दसिया 18वें 19वें हार्ट अटैक ते वो अल्लाह नूं प्यारे होए ने।
ਟੋਟਲ ਕਿੰਨੇ ਹੁੰਦੇ ਨੇ 55 ਹੁੰਦੇ ਨਹੀਂ ਕਿਉਂਕਿ ਏਜ ਜ਼ਿਆਦਾ ਹੋ ਗਈ ਨਾ ਜਦੋਂ ਤੁਸੀਂ 50 ਪਲੱਸ 55 ਪਲੱਸ ਹੋ ਜਾਂਦੇ ਨਾ ਫਿਰ ਹਾਰਟ ਅਟੈਕ ਕਿਉਂਕਿ ਖੂਨ ਦੀ ਉਹ ਜਿਹੜੀ ਗਰਦਿਸ਼ ਨਹੀਂ ਸਰਕੂਲੇਸ਼ਨ ਤੇ ਹੁੰਦੀ ਜੀਂਦੇ ਬੰਦੇ 'ਚ ਲੇਕਿਨ ਇੱਕ ਜਿਹੜੀ ਉਹ ਤੇਜ਼ੀ ਹੁੰਦੀ ਨਾ ਉਹਨੂੰ ਕੀ ਕਹਿੰਦੇ ਨੇ ਫੋਰਸ ਟੈਪ ਖੂਨ ਦੀ ਪੰਪਿੰਗ ਉਹ ਘਟ ਜਾਂਦੀ ਹੈ ਉਹ ਫਿਰ ਇੰਨਾ ਨਹੀਂ ਉਹ ਅਸਰ ਕਰਦਾ ਜਵਾਨ ਬੰਦੇ ਨੂੰ ਦੇਖੋ ਅੱਲਾ ਮਾਫੀ ਦੇਵੇ ਪਹਿਲਾਂ ਹੀ ਕਿਸ ਟਾਈਮ ਲੈ ਦੇ ਜਾਂਦਾ ਪਹਿਲਾਂ ਹੀ ਫਾਈਨਲ ਹੋ ਜਾਂਦਾ। ਅੱਛਾ ਉਸਤਾਦ ਜੀ ਸੌਰੀ ਇਹ ਛੋਟਾ ਜਿਹਾ ਕਲਿੱਪ ਚਾਚੇ ਬੂਟੇ ਦਾ ਕੱਟ ਕੇ ਅਸੀਂ ਵਿੱਚ ਲਾ ਸਕਦੇ ਹਾਂ ਸੁਣਾ ਲੋਕਾਂ ਨੂੰ ਦੱਸਣ ਲਈ ਜਿਨ੍ਹਾਂ ਲੋਕਾਂ ਨੂੰ ਚਾਚੇ ਬੂਟੇ ਤੋਂ ਨਹੀਂ ਵਾਕਿਫ ਹੈਗੇ ਉਹਨਾਂ ਨੂੰ ਪਤਾ ਲੱਗੇਗਾ ਕਿ ਤੁਸੀਂ ਇਹ ਡੱਬ ਕੀਤਾ ਸੀ ਕੋਈ ਤੁਹਾਨੂੰ ਮਤਲਬ ਇਸ ਹਵਾਲੇ ਨਾਲ ਵੀ ਲੋਕ ਜਾਣਦੇ ਨੇ ਤੇ ਇਹ ਵੀ ਪਤਾ ਲੋਕਾਂ ਨੂੰ ਚਾਚਾ ਬੂਟਾ ਦੇਖ ਲੈਣਾ ਤੁਸੀਂ ਲਿਖਣਾ ਚਾਚਾ ਬੂਟਾ ਡੱਬਿੰਗ ਜਾਦੂਗਰ ਸਈਆਂ ਛੋੜ ਮੋੜੀ ਪਈਆਂ ਅੱਛਾ ਉਹਦੇ ਵਿੱਚ ਇੱਕ ਕਾਲਰ ਆਉਂਦਾ ਕਹਿੰਦਾ ਹੈਲੋ ਕਹਿੰਦਾ ਜਾ ਓ ਯਾਰ ਕਹਿੰਦਾ ਚਾਚਾ ਬੂਟੇ ਕਹਿੰਦਾ ਹਾਂ ਟੀ ਪਾਪਾ ਨਹੀਂ ਯਾਰ ਮੈਨੂੰ ਕਾਲ ਕਰ ਲੈਣ ਦੇ ਯਾਰ ਚਾਚੇ ਬੂਟੇ ਨੂੰ। ਅਸਲਾਮ ਵਾਲੇਕੁਮ ਚਾਚਾ ਬੂਟੇ ਵਾਲੇਕੁਮ ਸਲਾਮ ਕੌਣ ਕਿੱਥੋਂ ਬੋਲ ਰਿਹਾ ਚਾਚਾ ਬੂਟੇ ਉੱਤੇ ਆਵਾਜ਼ ਕਾਹਦੀ ਆ ਰਹੀ ਆ ਕਬੂਤਰ ਰੱਖੇ ਆ ਹਾਂ ਕਬੂਤਰ ਆ ਜਿਹੜੇ ਗੁਟਕੂ ਹਾਂ ਅੱਛਾ ਕਬੂਤਰ ਕਰ ਰਿਹਾ ਗੁਟਕੂ ਅੱਛਾ ਤੇ ਅੱਗੋਂ ਕੀ ਲੰਘ ਕੇ ਗਿਆ ਚਾਚਾ ਬਿੱਲੀ ਵੀ ਰੱਖੀ ਹੈ ਹਾਂ ਬਿੱਲੀ ਆਪੇ ਆ ਜਾਂਦੀ ਹੈ ਬਿੱਲੀ ਨੂੰ ਕੀ ਕਹਿੰਦੇ ਹੋ ਚਾਚਾ ਜੀ ਬਿੱਲੀ ਕਬੂਤਰ ਜਾਨਵਰ ਫੈਨ ਆ ਚਾਚਾ ਬੂਟੇ ਦੇ ਅੱਛਾ ਅੱਧਾ ਜੰਗਲ ਫੈਨ ਆ ਅੱਛਾ ਚਾਚਾ ਜੀ ਗੈਰ ਕਾਨੂੰਨੀ ਕਬੂਤਰ ਰੱਖਣ ਦੀ ਸਜ਼ਾ ਗੁੱਟ ਲਾ ਦੇਣਾ ਚਾਹੀਦਾ ਵਾ ਔਰ ਇਹਦੇ ਨਾਲ ਓਏ ਦੋ ਕੱਲਾ ਹੀ ਮੁਅੱਜ਼ਜ਼ ਜਦੋਂ ਬੋਲ ਰਿਹਾ ਹੋਵੇ ਨਾ ਵਿੱਚ ਬੋਲਣ ਦੀ ਜਿਹੜੀ ਸਜ਼ਾ ਨਾ ਉਹ ਜਿਹੜੀ ਚਪੇੜ ਆ ਨਾ ਤੈਨੂੰ ਪਤਾ ਨਹੀਂ ਲੱਗਣਾ ਐਸੀ ਮੈਂ ਮਾਰਨੀ ਆ ਤੈਨੂੰ ਮੈਂ ਬੈੜੀ ਜਹਾਜ਼ ਦੇ ਥੱਲੇ ਮਾਰ ਕੇ ਤੈਨੂੰ ਮਾਰੀ ਜਾ ਨਕਾ ਕੇ ਤੈਨੂੰ ਮੈਂ ਸਜ਼ਾ ਕਰ ਦੇਣੀ 3 ਸਾਲ ਦੀ। ਹੈਲੋ ਤੇਰੀ ਹੁਣ ਆਵਾਜ਼ ਆਵੇ ਪਰ ਥੋੜੀ ਹਾਂਜੀ ਜੀ ਗੱਲ ਹੈ ਵੀ ਮਸਲਾ ਇੱਕ ਬਹੁਤ ਵੱਡਾ ਓਏ ਯਾਰ ਤੇਰੀ ਮੈਨੂੰ ਨਹੀਂ ਸਮਝ ਆ ਰਹੀ ਤੂੰ ਫੇਰ ਕਾਲ ਕਰ ਲਈ ਓਕੇ ਕਹਿੰਦੇ ਮਸਲਾ ਸੁਣ ਲਵੋ ਓਏ ਫੋਨ ਬੰਦ ਨਹੀਂ ਕੀਤਾ ਲੈ ਨਹੀਂ ਫੋਨ ਨਹੀਂ ਬੰਦ ਕੀਤਾ ਆਪਰੇਟਰ ਫੋਨ ਬੰਦ ਕਰ ਸੁਣ ਲਓ ਮਿਹਰਬਾਨੀ ਤੁਹਾਡੀ ਛੋਟਾ ਜਿਹਾ ਮਸਲਾ ਓਏ ਕਾਲਰ ਅਸੀਂ ਫੋਨ ਬੰਦ ਕਰ ਦਿੱਤਾ ਜਦੋਂ ਫੋਨ ਬੰਦ ਕਰ ਦਿੱਤਾ ਵਾ ਨਾ ਉਦੋਂ ਬੋਲੀਦਾ ਨਹੀਂ ਹੁੰਦਾ ਅੱਗੋਂ ਕਾਲਰ ਚਾਚਾ ਜੀ ਤੇ ਸੁਣ ਲੈ ਯਾਰ ਕਿੰਨੀ ਮੁਸ਼ਕਲ ਨਾਲ ਉਹਦੀ ਕਾਲ ਮਿਲੀ ਹੈ ਤੇਰੀ ਮਿਹਰਬਾਨੀ ਚਾਚਾ ਜੀ ਗੱਲ ਹੈ ਕਿ ਮੇਰੀ ਤੇ ਮੇਰੀ ਬੇਗਮ ਦੀ ਆਪਸ 'ਚ ਲੜਾਈ ਨਹੀਂ ਹੁੰਦੀ ਕਦੇ ਵੀ ਹਾਂ ਓਏ ਕਦੇ ਲੜਾਈ ਨਹੀਂ ਹੋਈ ਓਏ ਵਾਈਟ ਝੂਠ ਕਦੇ ਲੜਾਈ ਵਾਈਟ ਝੂਠ ਸਿੱਧਾ ਕਦੇ ਲੜਾਈ ਨਹੀਂ ਹੋਈ ਓ ਯਾਰ ਤੇਰੀ ਬੇਗਮ ਖੁਦ ਤੂੰ ਖੁਸ਼ਕਿਸਮਤ ਆ ਕਸਮੇ ਮੈਂ ਕਹਿੰਦਾ ਮੇਰੀ ਲੜਾਈ ਹੋਵੇ ਉਹ ਮੈਂ ਕਹਿੰਦਾ ਤੇਰੀ 1 ਮਿੰਟ 'ਚ ਲੜਾਈ ਹੋਏਗੀ ਭਾਜੀ ਨਹੀਂ ਹੁੰਦੀ ਮੈਂ ਕਹਿੰਦਾ ਹੋਏਗੀ ਲਿਖ 0300 ਕਰਨਾ ਕੀ ਹੈ ਕਾਲ ਮੇਰੀ ਗੱਲ ਸੁਣੋ ਭਾਈ ਨੂੰ ਲੜਾਈ ਮੱਥੇ ਲੱਗੇ ਤੇ ਹੋਵੇ ਓਏ ਮੱਥੇ ਲੱਗਦਾ ਉਹ ਨਹੀਂ ਲੱਗਦੀ ਮੱਥੇ ਲੱਗਦੀ ਨਹੀਂ ਉਹ ਮੇਰੀ ਸੇਵਾ ਹੀ ਬਹੁਤ ਕਰਦੀ ਮੇਰੀ ਬਹੁਤ ਖਿਦਮਤ ਕਰਦੀ ਓਏ ਯਾਰ ਉਹ ਭਾਈ ਇਹਨੂੰ ਬੂਹੇ 'ਚ ਹੀ ਕਹਿਣ ਲੱਗ ਪੈਂਦੇ ਆ ਅੱਜ ਮੈਂ ਤੇਰੀ ਸੇਵਾ ਕਰਾਂਗੀ ਆ ਤੂੰ ਅੱਜ ਅੱਛਾ ਯਾਰ ਕਾਲ ਉਹਨੇ ਮੈਨੂੰ ਮਲਾਈ ਆ ਕਿ ਤੈਨੂੰ ਮਲਾਈ ਆ ਮਾਫੀ ਚਾਹਨਾ ਚਾਚਾ ਜੀ ਮਾਫੀ ਚਾਹ ਲਾ ਚੱਲ ਤੂੰ ਪੜੇ ਹੋ ਕੇ ਮਾਫੀ ਚਾਹ ਲਾ ਥੋੜਾ ਹਾਂ ਓਏ ਮੈਂ ਕਹਿਣ ਨੇ ਆਵਾਂ ਕਿ ਮੇਰੀ ਲੜਾਈ ਨਹੀਂ ਹੁੰਦੀ ਚਾਚਾ ਜੀ ਕੋਈ ਮਸ਼ਵਰਾ ਦਿਓ ਕਿ ਮੇਰੀ ਲੜਾਈ ਪਵੇਗਾ ਮੈਂ ਕਹਿੰਦਾ ਤੂੰ ਘਰ ਸਿਰਫ ਇੱਕ ਸੀਸੀਟੀਵੀ ਕੈਮਰਾ ਲਾ ਦੇ ਇਸ ਕਿਸਮ ਦੀ ਤੇਰੀ ਲੜਾਈ ਹੋਏਗੀ ਮੈਂ ਘਰ ਹੀ ਰਹਿਣਾ ਮੈਂ ਕਹਿੰਦਾ ਤੂੰ ਸਿੱਧੇ ਖੰਜਰ ਮਾਰੇਗਾ ਮੈਂ ਕਹਿੰਦਾ ਮੈਂ ਸੀਸੀਟੀਵੀ ਕੈਮਰਾ ਲਾ ਕੇ ਉਹਨੂੰ ਨਾ ਦੱਸੀ ਮੈਂ ਸੀਸੀਟੀਵੀ ਕੈਮਰਾ ਲਾਇਆ ਮੈਂ ਕਹਿਣ ਨੇ ਆਵਾਂ ਕਿ ਮੈਂ ਘਰ ਹੀ ਰਹਿਣਾ ਸੀ ਇਕੱਠੇ ਹੀ ਰਹਿੰਦੇ ਓਏ ਖੇਤ ਸਵਾਲ ਲੜਾਈ ਹੋਣੀ ਇਸ ਤਾਂ ਫਿਰ ਤੂੰ ਲੜਾਈ ਦਾ ਮੌਕਾ ਹੀ ਨਹੀਂ ਦਿੰਦਾ ਇਹ ਔਰਤ ਓਏ ਘਰੋਂ ਬਾਹਰ ਨਿਕਲ ਘਰੋਂ ਬਾਹਰ ਨਿਕਲਦੇ ਹੋ ਮੇਰੇ ਨਾਲ ਹੀ ਜਾਂਦੀ ਹੈ ਵਾਹ ਉਹ ਲੜਾਈ ਕਿੱਥੋਂ ਹੋਣੀ ਆ ਅਸੀਂ ਇਕੱਠੇ ਹੀ ਜਾਂਦੇ ਆ ਸ਼ਾਪਿੰਗ ਕਰਨ ਵੀ ਇਕੱਠੇ ਹੀ ਜਾਂਦੇ ਆ ਰਾਸ਼ਨ ਲੈਣ ਵੀ ਇਕੱਠੇ ਜਾਂਦੇ ਆ ਵੈਲਡ ਆਇਆ ਤੁਸੀਂ ਆਪਸ ਚ ਇੰਨਾ ਇਕੱਠੇ ਜਾਣੇ ਉਹਨੂੰ ਕਿਤੇ ਲੈਦਾ ਵੀ ਛੱਡ ਔਰ ਵੀ ਦੁਨੀਆ ਮੇਂ ਹੈ ਲੋਕ ਉਹ ਨਹੀਂ ਹੈ ਨਾ ਚਾਚਾ ਜੀ ਗੱਲ ਇਹ ਵਾ ਕਿ ਜਿਹੜੀ ਔਰਤ ਇਹਦੀ ਬੈੜੀ ਜਹਾਜ਼ ਦਾ ਵੜ ਲਓ ਵਿੱਚ ਪਹਿਲੇ ਬੈੜੀ ਜਹਾਜ਼ ਔਰਤ ਆਹ ਬੈੜੀ ਜਹਾਜ਼ ਦੇ ਡਰਾਈਵਰ ਨੂੰ ਪਿੱਛੋਂ ਐਂਜ ਕਰਨ ਦੀ ਸਜ਼ਾ 200 ਰੁਪਇਆ ਹਾਂ ਬੈੜੀ ਜਹਾਜ਼ ਦਾ ਧਿਆਨ ਇੱਕ ਦੂਸਰੇ ਕਰੋਗੇ ਬੈੜੀ ਜਹਾਜ਼ ਸਪੀਡ ਬ੍ਰੇਕਰ 'ਚ ਵੱਜ ਜਾਏਗਾ ਤੁਹਾਨੂੰ 10,000 ਰੁਪਇਆ ਜੁਰਮਾਨਾ ਹੋ ਜਾਏਗਾ ਇਹ ਤਾਂ ਬੈੜੀ ਜਹਾਜ਼ ਲੈ ਕੇ ਬਹਿ ਗਿਆ ਸਾਨੂੰ ਪ੍ਰੋਗਰਾਮ ਲੋਕਾਂ ਦੇ ਮਸਲਿਆਂ ਦਾ ਕਰਨ ਨੇ ਮੈਂ ਤਾਂ ਆਪਣਾ ਬੈੜੀ ਜਹਾਜ਼ ਲੈ ਕੇ ਵੜ ਜਾਣਾ ਅਗਰ ਇਹਦਾ ਮਸਲਾ ਜੀ ਮੇਰੇ ਤੇ ਦਰਦ ਹੋ ਰਹੀ ਆ ਉਹ ਬੈੜੀ ਜਹਾਜ਼ ਲੈ ਕੇ ਵੜ ਜਾਂਦਾ ਇੱਕ ਬੰਦਾ ਕਹਿੰਦਾ ਮੇਰੀ ਤਲਾਕ ਹੋਈ ਆ ਉਹ ਕਹਿੰਦਾ ਬੈੜੀ ਜਹਾਜ਼ 'ਚ ਨਾਨ ਟਿਕਿਆ ਤੇਰੇ 300 ਰੁਪਇਆ ਜੁਰਮਾਨਾ ਉਹ ਸਾਲਿਆ ਕਿੱਥੇ ਤਲਾਕ ਕਿੱਥੇ ਨਾਨ ਟਿਕੀ
ਉਹ ਤੈਨੂੰ ਪਤਾ ਨਹੀਂ ਲੱਗਦਾ। ਦੱਸੋ ਯਾਰ। ਚਾਚਾ ਜੀ ਕਿੰਨੀ ਦੇਰ ਤੋਂ ਐਂਕਰੀ ਕਰ ਰਹੇ ਹੋ ਤੁਸੀਂ? ਬੇਟੇ ਮੈਨੂੰ 12-14 ਮਿੰਟ ਹੋ ਗਏ ਆ। ਇਸ ਪ੍ਰੋਗਰਾਮ ਦੀ ਹਾਂ ਤੇ ਹੋਰ ਸਾਰੀ ਮੈਨੂੰ ਕਰਦੇ ਉਮਰਾਂ ਬੀਤ ਗਈਆਂ ਪੱਬਾਂ ਭਾਰ। ਉਮਰਾਂ ਬੀਤ ਗਈਆਂ ਮੇਰੀਆਂ ਐਂਕੜੀ ਕਰਦੇ ਪੱਬਾਂ ਭਾਰ। 96 ਬਰਸ ਕੀ ਬਾਲੀ ਉਮਰ ਕੋ ਸਲਾਮ था जब मैं शुरू हुआ। ਹੈਲੋ ਚਾਚਾ ਜੀ, ਇਹ ਗੱਲ ਕਰਨਾ ਮੇਰੇ ਭਰਾ ਨਾਲ। यार कोई बंदा बार बार आवाज बदल के कॉल मराई जाता है। नंबर ब्लॉक चला यार। ਹੈਲੋ ओए किसे? ਹਾਂਜੀ हाँ हेलो ਕੀ ਹਾਲ ठीक है। ਕੀ ਹੋ ਰਿਹਾ तेरे मरण ਦੀ ਖਬਰ ਮਿਲੀ ਸੀ, ਉਹਦਾ ਜਨਾਜ਼ੇ ਦਾ ਐਲਾਨ ਹੋ ਰਿਹਾ। ਚਾਚਾ ਬੂਟਾ ਬੋਲ ਰਿਹਾ ਨਾ ਨਹੀਂ ਤੇਰੀ ਅੰਮੀ ਬੋਲ ਰਹੀ। ਮੈਂ ਅਨਵਰ ਬੋਲ ਰਿਹਾ ਅਨਵਰ ਹਾਂ ਅਨਵਰ ਬੋਲ ਰਿਹਾ ਹਾਂਜੀ, ਤੂੰ? ਅਨਵਰ। ਓ ਯਾਰ ਤੂੰ ਕਿੱਥੇ ਸੀ? ਮੈਂ ਅਨਵਰ ਅਨਵਰ? ਹਾਂਜੀ ਅੱਛਾ। ਕੀ ਹਾਲ ਹੈ ਚਾਚਾ ਉਹ ਯਾਰ ਇਹਨੇ ਵੇਖੇ ਬੋਰ ਕਰਨਾ। ਅਨਵਰ ਚਾਚਾ ਬੋਲਦੀ ਕੀ ਹਾਲ ਹੈ ਇਹਨੇ ਬੋਰ ਕਰਨਾ, ਇਹਨੂੰ ਸਦਾ ਸੁਣਾ ਹੋਰ ਬੋਰ ਹੋ ਗਿਆ। ਚਾਚਾ, ਬੋਰ ਕਰਨ ਦੀ ਆ ਅੱਛੇ ਕਿਸਾਨ ਨਾਲ ਗੱਲ ਕਰ ਲੈ ਅਨਵਰ। ਆਹ ਕਰਾਓ ਆ ਚਾਚਾ ਆਸ਼ਿਕ ਓਏ ਅਨਵਰ ਵੀ ਇਹਨਾਂ ਗੱਲ ਕਰ। ਆਸ਼ਿਕ ਹਾਂਜੀ ਹਾਂਜੀ ਬੋਲੋ ਜੀ ਬੋਲੋ। ਕੁਲਫੀ ਖਾਣੀ ਹੈ? ਨਹੀਂ ਬੇਟੇ ਤੂੰ ਅਨਵਰ ਕਿਹੜਾ ਅਨਵਰ ਓ ਰਟੋਲ? ਯਾਰ ਉਹ ਕੌਸਰ ਦਾ ਮੁੰਡਾ ਵਾ। ਕੌਸਰ ਨਹੀਂ ਕੁਲਫੀ ਵਾਲੀ? ਆਹੋ ਆਹੋ ਆ ਕੌਸਰ ਕੁਲਫੀ। ਹਾਂ। ਉਹਦਾ ਮੁੰਡਾ ਤੈਨੂੰ ਪੁੱਛ ਰਿਹਾ ਕੁਲਫੀ ਖਾਣੀ। ਹਾਂ ਤੇ ਬੈਰੀ ਜਹਾਜ਼ ਚ ਕੁਲਫੀ ਵੇਚਣ ਦੀ ਸਲਾਹ ਜਿਹੜੀ ਆ ਬੈਠ ਜਾ 3 ਮਹੀਨੇ 7 ਦਿਨ ਬਾਅਦ ਤੇ ਉਹਦੇ ਨਾਲ 6 ਘੋੜੇ ਵੀ ਆ। ਆ ਲੈ। ਹਾਂ ਅਨਵਰ ਚਾਚੇ ਨੂੰ ਕਹ ਸ਼ੇਵ ਕਿਉਂ ਨਹੀਂ ਕਰਾਈ? ਚਾਚਾ ਕੀ ਗੱਲ ਆ? ਚਾਚਾ ਕੀ ਹਾਲ ਆ ਉਹ ਯਾਰ ਆਸ਼ਕ ਨੂੰ ਸਮਝਾ ਯਾਰ, ਮੈਂ ਕੋਈ ਐਵੇਂ ਬੰਦਾ ਨਹੀਂ ਹੈਗਾ। ਯਾਰ ਤੂੰ ਇਹਨੇ ਫੋਨ ਮੇਰੇ ਨਾਲ ਕਰਿਆ ਕੋਈ ਮਸਲਾ ਪੁੱਤਰ ਤੇਰੇ, ਕੋਈ ਵਾਲਦੈਨ ਦੀ ਤਲਾਕ ਦਾ ਮਸਲਾ, ਕੋਈ ਤੁਹਾਡੀ ਪ੍ਰਾਪਰਟੀ ਕਿਸੇ ਨੇ ਖੋ ਲਈ ਚਾਚਾ ਆ? ਬਿੱਲ ਦਾ ਮਸਲਾ ਬਿੱਲ ਬਹੁਤ ਆ ਗਿਆ ਯਾਰ ਕੀ ਕਿੰਨਾ? 21000 ਹਾਂ ਬਸ ਬੇਟੇ ਇੱਧਰ ਚੈੱਕ ਕਰ ਚਾਚੇ ਦਾ ਬਿੱਲ। ਕਿੰਨਾ 3500। ਓਏ ਹੋਏ 3500 4 ਏਸੀ, ਤੇ ਕਿੱਥੇ 35 3 ਪੱਖੇ, 2 에ਅਰ ਕੂਲਰ। ਚੱਲੇ ਹਾਂ ਫਿਰ 3500 ਸਿਰਫ। ਕਿਉਂ ਭਲਾ? ਬਾਪ ਡਾਲੇ ਨੂੰ ਪਤਾ ਬੂਟੇ ਦਾ ਘਰ। ਓਏ ਹੋਏ ਹੋਏ। ਉਹ ਜਾਣਾ ਕਿੱਥੇ ਉਹਨਾਂ ਨੇ ਮੈਨੂੰ ਬਿੱਲ ਬੋਤਾ ਭੇਜ ਕੇ। ਹਾਂ ਸਹੀ। ਡਰੇ ਪਏ ਡਰੇ ਪਏ ਆ ਤੁਹਾਡੇ ਦੇ ਗਰੀਬਾਂ ਨੂੰ। 21000 ਕਿੰਨੇ ਏਸੀ ਲੱਗੇ ਤੁਹਾਡੇ ਘਰ? ਸਾਡੇ ਨਾਲ ਏਸੀ ਕੋਈ ਨਹੀਂ ਲੱਗਾ ਪੱਖੇ ਲੱਗੇ ਆ। ਪੱਖੇ ਤੇ ਹੋਣਾ ਸੀ। ਮੋਟਰ ਲੱਗੀ ਆ ਹਾਂ ਤੇ ਹੋਣਾ ਸੀ। ਮੋਟਰ ਲੱਗੀ ਆ? ਹਾਂਜੀ ਮੋਟਰ ਚੱਲਦੀ ਵੀ ਆ? ਮੋਟਰ ਚੱਲਦੀ ਹੈ ਤੁਸੀਂ ਪਾਣੀ ਨਹੀਂ ਆਉਂਦਾ ਪਾਣੀ ਨਹੀਂ ਆਉਂਦਾ? ਹਾਂਜੀ ਉਹਨੂੰ ਗੇੜ। ਹੱਥ ਨਾਲ ਹਾਂ ਇਹ ਬੈਰੀ ਜਹਾਜ਼ ਜਦੋਂ ਔਰ ਤੇਰੇ ਬੈਰੀ ਜਹਾਜ਼ ਦੀ ਮੈਂ ਬੈਰੀ ਜਹਾਜ਼ ਇਸ਼ਾਰਾ ਖਾਸ ਕਰ ਜਾਵੇ ਨਾ ਓਏ ਓਏ ਬੈਰੀ ਪੀਆ ਠਹਿਰ ਜਾ। ਚਾਚਾ ਕਿਸ਼ਤਾਂ ਕਰਾ ਦੇ ਉਹਦੀਆਂ ਓਏ ਕਿਸੇ ਕਿਸ਼ਤਾਂ ਦੇ ਠਹਿਰ ਜਾ, ਮੈਂ ਕਰਾ ਦਿੰਦਾ ਤੈਨੂੰ। ਉਹ ਘੱਟ ਕਰਾ ਦੇ ਨਾ ਓ ਤੂੰ ਘੱਟ ਪਹਿਲੇ ਵੇ, ਮੈਂ ਕਿਸ਼ਤਾਂ ਵੀ ਘੱਟ ਕਰਾ ਦੂੰਗਾ। ਅਗਲੀ ਦਫਾ ਦੇ ਦਾਂਗੇ ਓਏ ਮੈਂ ਪਿਛਲੀ ਦਫਾ ਵੀ ਨਹੀਂ ਦੇਣੀ ਠਹਿਰ ਜਾ। ਮੀਟਰ ਕੱਟਣ ਦਾ ਟਾਈਮ ਹੋ ਓਏ ਗਿਆ ਮੈਂ ਮੀਟਰ ਦੁਬਾਰਾ ਸਵਾ ਦਿਆਂਗਾ ਤੈਨੂੰ ਕੱਟ ਲੈਣਾ। ਸਵਾਦ ਆ ਉਹ ਕੈਂਚੀ ਜੀ ਲੈ ਕੇ ਆ ਜਾਂਦੇ ਆ ਡਾਲਾ ਜਿਹਾ ਲੈ ਕੇ ਚਾਚਾ ਓ ਯਾਰ ਮੈਂ ਕੀ ਕਰਾਂ? ਚਾਚਾ ਉਹ ਕਿਸ਼ਤਾਂ ਕਰਾ ਦੇ ਕਿੰਨੀਆਂ? 20 ਮੈਨੂੰ ਕਿਸ਼ਤਾਂ ਕਰਾ ਰਹੇ, ਮੈਂ ਨੱਚਾਂ ਸਾਰੀ ਰਾਤ। ਓ ਯਾਰ ਭੱਜ ਕਰੋ, ਸਾਰਾ ਹੀ ਪ੍ਰੋਗਰਾਮ ਇੱਥੇ ਕਰ ਦੇਣਾ। ਕਿੰਨੀ ਦੇਰ ਦਾ ਹੋ ਗਿਆ? ਹਾਂ 20 ਮਿੰਟ ਦਾ ਪ੍ਰੋਗਰਾਮ ਇਹੀ ਕਰ ਦੇਣਾ ਹੁਣ। ਯਾਰ ਕੀ ਮਤਲਬ ਯਾਰ। ਆ ਉਸਤਾਦ ਜੀ ਇੱਕ ਕਾਲ ਮੈਨੂੰ ਵੀ ਕਰਨ ਦਿਓ। ਓ ਯਾਰ ਕਰ ਤੇ ਲਈਆਂ ਹੁਣ। ਇੱਕ ਕਾਲ ਕਰਨ ਦਿਓ ਮੈਨੂੰ ਵੀ ਕਾਲ ਕਰਨ। ਓਏ ਮੈਨੂੰ ਕੀ ਦੌਰ ਯਾਦ ਕਰਾਤਾ। ਉਸਤਾਦ ਜੀ। ਕੱਲਾ ਕਮਰਾ ਤੇ ਮੈਂ ਤੇ ਕੰਪਿਊਟਰ। ਹਾਏ ਓਏ ਹੋਏ ਹੋਏ ਤੇ ਚੂਹੇ। ਚਲੋ ਜੀ ਹਾਂਜੀ ਹੁਣ ਹਾਂਜੀ ਕਾਲ ਕਰੋ ਇੱਕ। ਕਾਲ ਕਰਨੀ। ਹਾਂਜੀ हमारे साथ कूलर आ गए नाजरीन। हेलो हेलो अस्सलाम वालेकुम जी। वालेकुम सलाम। कौन साहब कितों बोल रहा है? ਗੁਜਰਾਂਵਾਲਾ ਬੋਲ ਰਿਹਾ ਨਦੀਮ ਚੋਂ। गुजरा गुजराला बोल रहा नदीम चो। ਹਾਂਜੀ लो कर लो। हाँ जी ਇਹ ਭਾਜੀ ਮੇਰੇ ਨਾਲ ਮਸਲਾ ਬਣ ਗਿਆ ਇੱਕ ਬੜਾ ਵੱਡਾ। ओए बन जाता ਹੁੰਦਾ ਵਾ। ਕੀ ਬਣਿਆ? ਚਾਚਾ ਜੀ ਜਾਇਦਾਦ ਦੇ ਉੱਤੇ ਕਬਜ਼ਾ ਕਰ ਲਿਆ ਵਾ। ਇਹ ਤਾਂ ਮੇਰੇ ਖੱਬੇ ਕੰਨ ਦਾ ਕੰਮ ਆ। ਚਾਚਾ ਜੀ ਖੱਬੇ ਹੱਥ ਦਾ ਹੁੰਦਾ ਜੀ। ਓਏ ਖੱਬੇ ਹੱਥ ਦਾ ਲੋਕਾਂ ਦਾ ਹੁੰਦਾ, ਮੈਂ ਡਿਫਰੈਂਟ ਆ। ਮੇਰੇ ਖੱਬੇ ਕੰਮ ਦਾ ਕੰਮ ਆ, ਮੇਰੇ ਖੱਬੇ ਪਾਸੇ ਦਾ ਕੰਮ ਆ। ਦੱਸਦੇ ਕਿੰਨੇ ਜਾਇਦਾਦ ਖੋਣੀ ਚਾਹੀਦੀ? ਇਹ ਚਾਚਾ ਜੀ ਬੜਾ ਵੱਡਾ ਕੋਈ ਬਦਮਾਸ਼ ਹੈ ਸਾਡੇ ਇਲਾਕੇ ਦਾ। ਓਏ ਬੂਟੇ ਦਾ ਨਾਂ ਲਿਆ ਉਹਦੇ ਕੇ? ਲਿਆ ਜੀ ਉਹਨਾਂ ਨੇ ਕਿਹਾ ਜੀ ਤੇ ਕੋਈ ਏਡਾ ਵੱਡਾ ਬਦਮਾਸ਼ ਲਿਆਣਾ ਤੇ ਲੈ ਮੇਰੇ ਸਾਹਮਣੇ। ਓਏ ਬੂਟੇ ਦਾ ਨਾਂ ਲਿਆ ਤੇ ਉਹਨੂੰ ਕਹਿਣਾ ਸੀ ਚਾਚਾ ਬੂਟਾ। ਚਾਚਾ ਜੀ ਪ੍ਰੋਗਰਾਮ ਵਾਲਾ ਐਂਕੜੇ ਆਜ਼ਮ। ਹਾਂਜੀ ਮੈਂ ਦੱਸਿਆ ਜੀ ਉਹ ਕਹਿੰਦਾ ਮੇਰੀ ਗੱਲ ਕਰਾ ਦੇ ਜੇ ਵੱਡੀ ਓਏ ਗੱਲ। ਬਲਾ ਨੰਬਰ ਦਿੱਤਾ ਤੂੰ ਇੱਥੇ ਸਾਡੇ ਬੰਦੇ ਨੂੰ? ਹਾਂਜੀ ਨੰਬਰ ਦੇ ਓਏ ਬੁਲਾ ਦੇ ਕਾਲ ਉਸ ਬਦਮਾਸ਼ ਨੂੰ ਜਰਾ। ਕਿੰਨੇ ਦੀ ਪ੍ਰਾਪਰਟੀ, ਕਿੰਨਾ ਮਕਾਨ ਆ? 40 ਲੱਖ ਦਾ ਮਕਾਨ ਆ ਜੀ। ਕਿੰਨੇ ਮਰਲੇ ਆ? ਇੱਟਾਂ 4 ਮਰਲੇ ਆ ਜੀ। 10 ਲੱਖ ਨੂੰ ਮਰਲਾ ਵਾ। 10 ਲੱਖ ਨੂੰ ਮੰਨਾ 40 ਮਰਲੇ ਦਾ ਬੈਲ ਜਾ ਮਕਾਨ ਰਹੀ ਸੀ। ਹੈ ਚਾਚਾ ਜੀ ਬੈਲ ਜਾ ਰਹੀ। ਹਾਲੋ
ਆ ਵੇਖੀ ਡਰਦਾ ਵੇਖ ਉਹਨੇ ਰੋਣ ਲੱਗ ਪੈਣਾ ਹਾਲੋ ਕੌਣ ਹੈ ਹੈ ਇਹੀ ਆ ਆਹੋ ਚਾਚਾ ਜੀ ਬਦਤਮੀਜ਼ ਵੀ ਆ ਬਹੁਤ ਅਥਰਾ ਵਾ ਚਾਚਾ ਕੌਣ ਬੋਲਣ ਡਿਆ ਓਏ ਬੜੀ ਸੁਣ ਲਾ ਗੱਲ ਚਾਚਾ ਬੂਟਾ ਬੋੜ ਹੈ ਪ੍ਰੋਗਰਾਮ ਚੋਂ ਕਿਹੜਾ ਬੂਟਾ ਹੈ ਹੈ ਉਹ ਮੈਂ ਪਛਾਣ ਨਹੀਂ ਰਿਹਾ ਪਛਾਣ ਲਿਆ ਵਾ ਉਹਨੇ ਪਛਾਣ ਲਿਆ ਆਹੋ ਉਹ ਕਿੱਦਾਂ ਦਾ ਬਦਮਾਸ਼ ਗੱਲਾਂ ਗੁੱਲਾਂ ਕਰਦਾ ਜਾਂ ਹੱਥ ਚਲਾਕ ਵੀ ਆ ਉਹ ਚਾਚਾ ਉਹ ਸਿੱਧਾ ਹੀ ਮਾਰਦਾ ਵਾ ਬੰਦਾ ਹਾਂ ਬੰਦਾ ਹੀ ਟਪਾ ਦਿੰਦਾ ਵਾ ਉਹ ਗੱਲ ਹੀ ਨਹੀਂ ਸੁਣਦਾ ਹੈਗਾ ਪਰਸੋਂ ਇੱਕ ਬੰਦਾ ਮਾਰਿਆ ਉਹਨੇ ਰੋਡ ਦੇ ਉੱਤੇ ਇਸ਼ਤਿਹਾਰੀ ਆ ਤੁਹਾਡੀ ਮਿਹਰਬਾਨੀ ਮੇਰਾ ਮਸਲਾ ਹੱਲ ਕਰ ਦਿਓ ਚਾਚਾ ਜੀ ਹੈ ਤਾਂ ਸਹੀ ਹੈਲੋ ਭਾਈ ਚਾਚਾ ਇੱਕ ਮਿੰਟ ਸਬਰ ਕਰ ਆਜਾ ਮੈਂ ਉਹਨੂੰ ਤਰੀਕੇ ਨਾਲ ਲਵੇਟਾਂਗਾ ਹੈਲੋ ਭਾਈ ਓਏ ਹੋਲਡ ਕਰ ਇੱਕ ਮਿੰਟ ਐਂਡ ਕਰ ਹਾਂਜੀ ਉਹ ਮੇਰਾ ਰਿਪੀਟਰ ਵੀ ਗੱਡੀ 'ਚ ਰੱਖ ਦੇ ਹਾਂਜੀ ਉਹ ਬੰਦੂਕਾਂ ਜਿਹੜੀਆਂ ਅਸੀਂ ਗੋਲੀਆਂ ਰੱਖ ਦਿੱਤੀਆਂ ਸੀ ਨਾਲ ਹਾਂਜੀ ਉਹ ਨਹੀਂ ਬੈਕ ਵਿੱਚ ਹੀ ਆ ਕਲਾਸ਼ਨ ਕਿੱਥੇ ਆ ਉਹ ਵੀ ਉੱਥੇ ਹੀ ਆ ਗੱਡੀ 'ਚ ਹੀ ਆ ਹਾਂਜੀ ਚੱਲ ਠੀਕ ਆ ਹਾਂ ਕੀ ਮਸਲਾ ਹੈ ਤੇਰਾ ਕੀ ਗੱਲ ਛੁਰੀਆਂ ਦਾ ਕੀ ਕਰਨਾ ਉਹ ਵਾ ਛੁਰੀਆਂ ਤੇਰਾ ਤੇਜ਼ ਕਰਾ ਕੇ ਰੱਖੋ ਵੀ ਤੇ ਉਹ ਜਿਹੜੀਆਂ ਧੋਣ ਵਾਲੀਆਂ ਜਿਹਦੇ ਨਾਲ ਤੁਸੀਂ ਕੱਲ ਬੰਦਾ ਬੜੀ ਕੱਟ ਪਕਾਇਆ ਵਾ ਉਹ ਤੈਨੂੰ ਮੈਂ ਕਿਹਾ ਵੀ ਸੀਗਾ ਉਹ ਸਾਈਡ ਤੇ ਰੱਖ ਦੇ ਚਲੋ ਮੈਂ ਹਾਂ ਕੀ ਕੌਣ ਹੈ ਵੀ ਬੋਲ ਰਿਹਾ कोई भी नहीं हेलो मैं दोस्त आपका ਕੀ ਕੰਮ ਹੈ ਕਿਹੜਾ ਦੋਸਤ ये ना एक बकवास कर रहा है मेरे पास बंदा आके आप पे इल्जाम लगा रहा है ਚਾਚਾ कौन है? ਇਹ चुप कर बदतमीज आदमी आप मेरे भाई हैं मुसलमान भाई होते ना ਹਾਂ आप मेरे भाई हैं ਅੱਛਾ ਬੰਦ ਕਰ ਫੋਨ ਬਹੁਤ ਕੰਮ ਹੈਗਾ नहीं ਚੱਲ। ना बात सुने ना ਕੀ ਗੱਲ ਕੀ ਹੈ ਕੰਮ ਦੀ ਗੱਲ ਕਰ काम की बात कर ਬੰਦਾ ਮਰਵਾਣਾ ਕੀ ਕਰਨਾ ਹੈ? हाँ एक बंदा मरवाना मेरे पास आके आपके खिलाफ चुगलियां भी कर रहा है ਨਾਂ ਕੀ ਉਹਦਾ ਚਾਚਾ इसका नाम है फरीद साबरी और कहता है 4 मरले की जगह मेरी होगी मैं इसको आपके पास लेके आता हूँ इसको ना आप उसको इतने इतने टोटे कर दो ਉਹਦੀ ਵੀ ਐਸੀ ਦੀ ਤੈਸੀ ਤੇ ਤੈਨੂੰ ਵੀ ਦੇਖ ਲਾਂਗੇ मुझे को देखेगा भाई ਉਹ ਤੂੰ ਕਾਲ ਕੀਤੀ ਤੇਰੀ भाई ਇੰਨੀ मैंने ਜ਼ਰੂਰਤ कॉल की है वो तो रॉन्ग नंबर था ਇਹਨੂੰ ਫਾਇਰ ਮਾਰ ਦੇ किसको ਆ ਜਿਹੜਾ ਤੇਰੇ ਕੋਲ ਬੈਠਾ ਆਪੇ ਹੀ ਭੁਗਤ ਲਾਂਗਾ ਮੈਂ भाई मैं नहीं मारूंगा पता क्या मेरे फायर पहले ही 2 है मेरे पास सिर्फ ਠੀਕ ਉਹ ਐਸਐਚਓ ਆਇਆ ਸੀ ਜਦੋਂ 302 ਦਾ ਪਰਚਾ ਹੋਇਆ ਹਾਂਜੀ किसके साथ है अभी लड़ाई काटे 4 मरले का मकान अल्लाह और दे देगा तुम्हें ਤੇ ਤੂੰ ਇਹ ਚਾਚਾ ਬੂਟਾ ਜਿਹੜਾ ਬਣਿਆ ਫਿਰਦਾ ਵਾ ਐਂਕਰੇ ਆਜ਼ਮ ਤੇ ਤੈਨੂੰ ਨਹੀਂ ਪਤਾ ਤੂੰ ਅੱਗੇ ਗੱਲਾਂ ਕਰਨ ਡਿਆ ਮੈਂ ਆਹ ਕਰ ਦਾਂਗਾ ਉਹ ਕਰ यार मेरी बात सुनो पिस्तौल को क्या पता चाचा बूटा कौन है ਉਹ ਨਾਲੇ उसने तो ठाक करना है आगे कोई भी हुआ वो चाचा बूटा हो चाहे चाचा दरख्त हो चाहे चाचा पौधा हो चाहे चाचा बेल हो उसने तो नहीं करा देना बेटे ਉਹ ਯਾਰ ਕੰਮ ਦੀ ਗੱਲ 4 ਕਰ मरले का मकान है थोड़े पैसे मैं दे दूंगा थोड़े तुम डालो थोड़े मैं बदमाश पहन की मिन्नत करता हूँ ठहरो ਹਾਂ। अंकल बदमाश ਓਏ ਕੀ ਗੱਲ ਕੀ ਕੰਮ ਦੀ ਉਹ ਨਾਲੇ अंकल आप जो 4 मरले ਹੋਲਡ ਕਰ ਇੱਕ ਮਿੰਟ ਹੋਲਡ ਕਰ ਉਹ ਮਫਰੂਰਾਂ ਨੂੰ ਰੋਟੀ ਪਹੁੰਚਾ ਦੇਖ ਲੈ ਜੀ ਇੱਕ ਠੀਕ ਹੈ ਨਾ ਓਕੇ ਰੋਟੀ कितने मफरूर हैं 4 5 कर लेना ਪੰਜਵਾਂ ਪੰਜਵਾਂ ਕੌਣ मैं ਹਾਂ 4 ਕੰਮ- मफरूर एक मजबूर ਗੱਲ ਕਰ ਕੀ ਮਸਲਾ हाँ ਮਸਲਾ ਕੀ ਹੈ ये जो भाई है ना इसका आपने 4 मरले का प्लाट हड़प किया है 2 तुम रख लो 2 मैं रख लेता हूँ ਇੰਨੀ ਜੁਰਤ किसकी इस लानती की ਬੰਦ ਕਰ ਫੋਨ अच्छा सर ਖਬਰਦਾਰ ਅੱਗੇ ਤੋਂ ਫੋਨ ਕੀਤਾ ਜੇ 1 मिनट सर आई लव यू मैं आपसे बहुत प्यार करता हूँ आप बदमाश हैं मुझे बदमाश बहुत पसंद है मैं बदमाशों की बहुत कदर करता हूँ ਚਾਚੇ बड़ा ਬੂਟੇ अच्छा ਮੇਰਾ काम है। ਮਸਲਾ ਹੱਲ ਕਰ किसी यतीम का माल खाने में जो मजा है सर मैं समझ सकता हूँ आप बहुत अच्छे इंसान हैं ਉਹ ਠੀਕ ਹੈ 4 ਠੀਕ ਹੈ मरले का मकान है ना एक और भी मेरे पास बंदा है यतीम उसके पास भी 2 मरले का वो भी हड़पो ਉਹ ਠੀਕ ਹੈ ਠੀਕ ਹੈ ਉਹ ਬੂਟੇ ਗੱਲ ਸੁਣ हाँ जी सर 2000 ਦਾ ਲੋਡ ਭੇਜ ਦੇ ਮੇਰੇ ਨੰਬਰ ਤੇ सर आप बदमाश हैं और मजाक भी इतना अच्छा करते हैं ਓਏ ਮਜ਼ਾਕ हेलो ਨਹੀਂ हेलो ये कॉल कट गई मेरे पास। लाजमी है हेलो ਹੈਲੋ फोन कट गया ਉਹ ਨਹੀਂ ਕਟਿਆ मैं हेलो? कह रहा हूँ ना कट गया है ਉਹ ਨਹੀਂ ਕਟਿਆ सर कट गया है मैं कह रहा हूँ मुझे आपकी आवाज ही नहीं आ रही ਲੱਗਦਾ ਗੋਲੀ ਖਾਣੀ ਹੈ ਤੂੰ सर गोली क्यों खानी जब मुझे आवाज ही नहीं आ रही मैंने गोली क्यों खानी जब फोन ही कट गया आपकी मेरी बात ही नहीं ਤੈਨੂੰ हो रही ਆਪਣੀ ਜ਼ਿੰਦਗੀ ਨਹੀਂ कनेक्शन ही ਪਿਆਰੀ कट गया मैंने तार ही काट दी पीछे से तो फिर आप जो मर्जी कीजिए मुझे आवाज ही नहीं आ रही ਜ਼ਿੰਦਗੀ ਨਹੀਂ ਪਿਆਰੀ ਤੈਨੂੰ सर ਲੱਗਦਾ देखें आप अपने घर में अपने घर आपकी मेरी बात ही नहीं हो रही ਲੱਗਦਾ कभी हुई नहीं ਮੁੰਡਾ ਚੁੱਕਣਾ ਹੀ ਪੈਣਾ ਤੇਰਾ सर मुंडा ਓਏ ਤੈਨੂੰ ਜੋ ਪਤਾ ਸੀ ਉਹ ਬਦਮਾਸ਼ ਆ ਤੂੰ ਥਾਣੇ ਜਾਂਦਾ ਤੂੰ ਬੂਟੇ ਕੋ ਅੰਬ ਲੈਣਾ ਫੌਰਨ ਤੋਂ ਪਹਿਲੇ 5000 ਦਾ ਲੋਡ ਕਰਾ ਦੇ ਇਕੱਠੀ ਕਾਲ ਚ ਓਕੇ ਕਹਿੰਦਾ ਕੱਟੀ ਕਾਲ ਕੱਟੀ ਕਾਲ ਚ ਲੋਡ ਕਰਾ ਦੇ ਕੱਟੀ ਕਾਲ ਚ ਯਾਰ ਵਾਹ ਜੀ ਵਾਹ ਵਾਹ ਜੀ ਵਾਹ ਤੁਹਾਡੀ ਮਾਸਟਰਪੀਸ ਫਰੀਦ ਦਾ ਜਿਹੜਾ ਨਾ ਇਹ ਨਾ ਇੱਕ ਕਾਲ ਸੀ
ਕਬੂਤਰ ਬੈਠੇ ਉਹ ਕਹਿੰਦਾ ਓਏ ਬੁਲਾ ਦੇ ਕਾਲ ਉਸ ਬਦਮਾਸ਼ ਨੂੰ ਤੇ ਉਹ ਕਹਿੰਦਾ ਹੈਲੋ ਕੌਣ ਆ ਨਾਲ ਕਹਿੰਦਾ ਭਾਈ ਆਪਕਾ ਉਸਤਾਦ ਜੀ ਉਹ ਬੁੱਢੀ ਬੈਠੀ ਹੁੰਦੀ ਬੇਵਾ ਤੇ ਬੇਵਾ ਦਾ ਉਹਨੇ ਮਕਾਨ ਵੀ ਹੜੱਪ ਲਿਆ, ਬੇਵਾ ਦਾ ਉਹਨੇ ਜ਼ੇਵਰ ਵੀ ਖੋਹ ਲਿਆ, ਬੇਵਾ ਉਹਨਾਂ ਨੇ ਦੁਨੀਆ ਜਹਾਨ ਦਾ ਜ਼ੁਲਮ ਕਰਤਾ। ਤੇ ਹੁਣ ਉਹਨੂੰ ਪਹਿਲੇ ਕਹਿੰਦਾ ਤੂੰ ਮੇਰੀ ਭੈਣ ਆ, ਤੇਰੇ ਸਿਰ ਤੇ ਬੂਟੇ ਦਾ ਹੱਥ ਆ ਗਿਆ, ਟੈਨਸ਼ਨ ਨਹੀਂ ਬੁਲਾ ਕਰ। ਉਹ ਕਹਿੰਦਾ ਓਏ ਹੈਲੋ ਕੌਣ ਆ, ਕਿਹੜਾ ਬੂਟਾ? ਓਏ ਮੈਂ ਬੂਟੇ ਤੇਰੇ ਚੱਪੜੀਆਂ ਦੇ ਵਿੱਚ ਨਾ ਆ ਕੇ ਕਿੱਲ ਠੋਕ। ਓਏ ਭਾਈ ਸਾਹਿਬ ਹੈ ਇੱਕ ਫੱਫੇ ਕੁੱਟਣੀ ਤੁਹਾਡੇ ਖਿਲਾਫ ਗੱਲ ਕਰ ਰਹੀ, ਇੱਥੇ ਆ ਗਿਆ ਪਹਿਲੇ ਉਹਦੇ ਸਿਰ ਤੇ ਹੱਥ ਰੱਖਿਆ ਬੇਵਾ। ਆ ਇੱਕ ਕਹਿੰਦੀ ਆ ਇਹਨੂੰ ਮੈਂ ਭਾਗ ਰੱਖਿਆ, ਬੰਦੇ ਭੇਜੋ ਇਹਨੂੰ मारो। वो कहती वे चाचे की करा ठहर चुप कर चाचे, एक तो उसके साथ उसका माल खा गई, ऊपर से इल्जाम लगा दी शरीफ आदमी पे। एकदम बदलता एक औरत आके ना आपके खिलाफ चुगलियां कर रही है। ਯਾਰ ਇੱਕ ਐਪੀਸੋਡ 'ਚ ਨਾ ਇੱਕ ਉਹ ਬੰਦਾ ਬੈਠਾ ਹੁੰਦਾ ਤੇ ਉਹ ਮਿੰਟ ਬਾਅਦ ਇਹ ਗੱਲ ਕਰੀ ਜਾਂਦਾ ਵੀ ਮੇਰੀ ਮੋਟਰਸਾਈਕਲ ਬਾਹਰ ਲੱਗੀ, ਚਾਚਾ ਉਹਦਾ ਕੋਈ ਖਿਆਲ ਕਰਨਾ। ਤੇ ਹੁਣ ਚਾਚਾ ਜਿਹੜੀ ਗੱਲ ਕਰਦਾ ਉਹ ਵਿੱਚ ਮੋਟਰਸਾਈਕਲ ਤੇ ਚਾਚਾ ਕੋਈ ਖਿਜਿਆ, ਚਾਚਾ ਕਹਿੰਦਾ ਓਏ ਮੇਰਾ ਜਦ ਕੇਸ ਫਸਿਆ ਤੈਨੂੰ ਮੋਟਰਸਾਈਕਲ ਦੀ ਪਈ ਆ ਯਾਰ। ਓਏ ਯਾਰ ਉਹ ਜਿਹੜੇ ਉਹਦਾ ਪਤਾ ਕੀ ਸਟਾਈਲ ਸੀ। ਅੱਛਾ ਹੁਣ ਮੈਂ ਸ਼ੋਅ ਕਰ ਰਿਹਾ ਨਾ, ਬੂਟਾ ਸ਼ੋਅ ਕਰ ਰਿਹਾ ਤੇ ਹੁਣ ਅੱਗੋਂ ਬਿੱਲੀ ਨੰਗੀ ਹੈ ਸੱਚੀ ਮੁੱਚੀ ਥੱਲੇ ਹੋ, ਯਾਨੀ ਕੈਮਰੇ 'ਚ ਨਹੀਂ ਆ ਰਹੀ। ਤੇ ਹੁਣ ਉਹਨੇ ਕੀ ਟਰਨ ਲੈਣੀ ਹੈ ਕਿ ਕਰ ਰਿਹਾ, ਕਹਿੰਦਾ ਲੇਕਿਨ ਇੱਕ ਡਬਿੰਗ ਤਾਂ ਮੈਂ ਕਰਦਾ, ਲੇਕਿਨ ਉਹਦਾ ਇਹ ਸੀ ਕਿ ਉਹ ਉਧਰ ਨੂੰ ਜਾਂਦਾ ਸੀ, ਦੇਖ ਨਾ ਉਹਨੇ ਗੱਲ ਕਰ ਰਿਹਾ ਬਿੱਲੀ ਨੰਗੀ ਆ, ਅਗਰ ਉਹ ਨਾ ਦੇਖੇ ਬਿੱਲੀ ਵੱਲ ਮੈਨੂੰ ਮਾਰਜਨ, ਉਹ ਬਿੱਲੀ ਵੱਲ ਦੇਖ ਕੇ ਗੱਲ ਵੀ ਕਰਦਾ ਸੀ, ਇਹ ਉਹਦਾ ਵਾਧਾ ਸੀ ਠੀਕ, ਉਹਦੇ ਤੇ ਫਿਰ ਮੈਨੂੰ ਮਾਰਜਨ ਮਿਲਦਾ ਸੀ। ਹੁਣ ਉਹ ਨਾ ਗੱਲ ਕਰ ਰਿਹਾ ਤੇ ਬੜਾ ਸੁਰਦਾ ਗੱਲ ਕਰ ਲਿਆ, कत्ल कर दिया भाई को, कत्ल कर दिया भाई को, कत्ल कर, इसकी सजा उसको मैं दूंगा। बिल्ली बिल्ली जा रही हो, ओ यार देखो भाई बिल्ली देखो नहीं और देख रहा। ਤੇ ਹੁਣ ਉਧਰੋਂ ਕੈਮਰਾ ਤੇ ਮੈਂ ਕੈਮਰਾਮੈਨ ਨੂੰ ਕਿਹਾ, ਮੈਂ ਕਿਹਾ ਤੂੰ ਨਾ ਕੈਮਰਾ ਇੰਜ ਲਈ ਜਾਣਾ, ਇੱਧਰ ਨੂੰ ਰਿਕਾਰਡਿੰਗ ਕਰਦੇ ਆ ਨਾ, ਕੈਮਰਾ ਤੂੰ ਇੰਜ ਨੂੰ ਮੋੜੀ ਜਾਣਾ ਵਾ। ਤੇ ਹੁਣ ਉਹ ਦੇਖ ਰਿਹਾ ਕਿ ਵੀ ਕੈਮਰਾਮੈਨ ਨਾ ਕੈਮਰਾ ਇੰਜ ਮੋੜੀ ਜਾ ਰਿਹਾ। ਤੇ ਹੁਣ ਮੈਂ ਕਿਹਾ ਤੂੰ ਨਾ ਚਾਚੇ ਬੂਟੇ ਨੂੰ ਸਕਰੀਨ ਅੱਧਾ ਸਕਰੀਨ ਤੇ ਰਹਿੰਦਾ, ਅੱਧਾ ਬਾਹਰ ਕੱਢ ਦੇਣਾ। ਤੇ ਹੁਣ ਉਹ ਦੇਖ ਰਿਹਾ तो गल लगा अस्सलाम वालेकुम नाज़रीन, चाचा बूटा आपके प्रोग्राम में कुछ आमदीदों के आंकड़े आजम जो। अच्छा हम कैमरा मुड़ रहा है तो वो भी जा रहा है, हम इतने तक स्क्रीन है ठीक है। आंकड़े आजम दुनिया के सब मसले का हल चाचा बूटे के पास है। चाचा बूटा आगा ओ यार सीधा गाड़े लू सीधा गाड़े यार सुभान अल्लाह, क्या कहने यार, क्या कहने, बहुत खूब यार, बहुत बड़ा काम होया। अच्छा ਇਹ ਜਿਹੜਾ ਨਾ ਰੋਡ ਸ਼ੋਅ, ਇਹ ਜੁਗਤਾਂ, ਇਹ ਫਲਾਣਾ ਢੀਂਗੜਾ, ਇਹ ਜਿਹੜੇ ਕੁਛ ਲੋਕਾਂ ਦਾ ਸ਼ਾਇਦ ਇਹ ਖਿਆਲ ਆ ਕਿ ਪਤਾ ਨਹੀਂ ਇਹ ਹੀ ਸਜਾਦ ਜਾਨੀ ਆ, ਸਰ ਨਹੀਂ, ਇਹ ਝੂੰਗਾ ਵੀ ਨਹੀਂ ਹੈਗਾ, ਝੂੰਗਾ ਵੀ ਨਹੀਂ ਹੈਗਾ, ਐਵੇਂ ਜੀ ਫਲਾਂ ਢੀਂਗ ਤੇ ਐਵੇਂ ਬੜੀ ਬਾਤ ਉਸਤਾਦ ਜੀ। ਅੱਛਾ ਤੁਸੀਂ ਇੱਕ ਡੱਬ ਕੀਤੀ, ਇੱਕ ਨਾ 3 ਸਟੂਜੀਜ਼ ਆ, ਉਹਦੇ 'ਚ ਇੱਕ ਕਰੈਕਟਰ ਆ ਜਿਹੜਾ ਮੈਂ ਆਪ ਸੁਣ ਕੇ ਉਹਦਾ ਵੋਕਲ ਠੰਡਾ। ਹੁਣ ਇੱਕ ਬੌਸ ਆ, ਇੱਕ ਉਹਦੇ 'ਚ ਗੰਜਾ ਮੋਟਾ ਵਾ। 3 ਸਟੂਜੀਜ਼ ਉਹਦੀ ਮੈਂ ਕਲਿੱਪ ਵੀ ਥੋੜਾ ਜਿਹਾ ਲਾ ਦਿਆਂਗਾ। ਤੇ ਹੁਣ ਜਿਹੜਾ ਬੌਸ ਨਾ ਉਹ ਨਾਰਮਲ ਆਵਾਜ਼ 'ਚ ਜਿੱਦਾਂ ਮੇਰੀ ਆਵਾਜ਼ ਆ, ਤੈਨੂੰ ਮੈਂ ਕਿੰਨੀ ਵਾਰੀ ਕਿਹਾ ਕੰਮ ਨਾ ਕਰਿਆ ਕਰ, ਹਾਂ ਆ ਨਾ ਕਰਿਆ ਕਰ। ਤੇ ਹੁਣ ਇੱਕ ਗੰਜਾ ਵਾ ਉਹਦਾ ਯਾਰ ਕਿਉਂ ਕੀ ਲਾ, ਉਹ ਹੁਣ ਨਹੀਂ ਬੋਲਿਆ ਜਾਂਦਾ, ਉਹ ਅੱਗੇ ਉਹਦੀ ਬਹੁਤ ਟੀਪ 'ਚ ਆਵਾਜ਼ ਹੁੰਦੀ ਸੀ ਇਹ ਟਾਈਪ ਦੀ। ਇੱਕ ਹੁਣ ਉਹ ਦੋੜੇ ਲੜ ਰਹੇ ਤੇ ਉਹਦਾ ਸੋਰੀ ਹੋਰ ਆ ਤੀਸਰੇ ਦਾ, ਤੇ ਉਹ ਕਹਿੰਦਾ ਬਹੁਤ ਉਹਨੇ ਕਹਿਣਾ ਓਏ ਓਏ ਕੀ ਗੱਲ ਆ ਤੁਹਾਨੂੰ? ਉਹ ਕਹਿੰਦਾ ਤੈਨੂੰ ਕੀ ਹਾਲ ਆ, ਜੋ ਮੈਂ ਜਿਵੇਂ ਕਰਾਂ ਚੱਲ ਜਾ ਕੰਮ ਕਰ। ਓਏ ਮੈਂ ਤੈਨੂੰ ਦੱਸਦਾ। ਤੇ ਹੁਣ ਉਹ ਕਹਿੰਦਾ ਬੋਸ਼ ਆ ਮੈਨੂੰ ਮਾਰਦਾ ਹੀ, ਮੈਨੂੰ ਬੋਸ਼ ਡਾਉਣਾ ਵਾਲਾ ਮੈਨੂੰ ਮਾਰਦਾ ਹੀ। ਕਹਿੰਦਾ ਓਏ ਆਪਾਂ ਚੋਰੀ ਕਰਦੇ ਆ, ਬਾਦਸ਼ਾਹ ਦਾ ਸਾਰਾ ਖਜ਼ਾਨਾ ਚੁੱਕਾਂਗੇ। ਆ ਭੈਣ ਨੂੰ ਕਹਿੰਦਾ ਹਾਂ 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 ਠੀਕ ਆ। ਉਹ ਗੰਜਾ ਤੇ ਹੁਣ ਕਹਿੰਦਾ ਹਾਂ ਆਪਾਂ ਕਿੱਡੇ ਸੋਹਣੇ ਆਪਾਂ ਚੋਰੀ ਕਰਾਂਗੇ, ਫਿਰ ਆਪਾਂ ਫੜੇ ਜਾਵਾਂਗੇ, ਫਿਰ ਬਾਦਸ਼ਾਹ ਸਾਨੂੰ ਫਾਂਸੀ ਦੇ ਦੇਗਾ, ਆਪਾਂ ਕਿੱਡੇ ਸੋਹਣੇ ਲੱਗਾਂਗੇ ਲਟਕੇ ਹੋਏ, ਹਨਾ। ਉਹ ਕਰੈਕਟਰ ਸੀ ਇੱਕ ਕਰੈਕਟਰ ਸੀ ਯਾਰ, ਇੱਕ ਕਰੈਕਟਰ ਸੀ ਆ ਭਾਈ ਜੀ ਤੇ ਚੂਹਾ ਵੜ ਗਿਆ। ਉਹ ਮਾਊਸ ਐਂਡ ਫਿਲਮ ਸੀ ਉਹ 'ਚ
ਯਾਰ ਤੇ ਚੂਹਾ ਪੜ ਗਿਆ ਮੈਂ ਚੂਹੇ ਨੂੰ ਕੱਢਣਾ ਯਾਰ ਤੋ ਆ ਕੇ ਨੂੰ ਫੜ ਕੇ ਉਧਰੋਂ ਦੀ ਤੂੰ ਅਲੋ ਜੀ ਇਧਰੋਂ ਅਲੋ ਜਾਗਾ ਮੈਂ ਰੋਟੀ ਮਾਰਾ ਚੂਹਾ ਨਿਕਲੇਗਾ ਤੂੰ ਪੜ ਲਈ ਵਾਹ ਵਾਹ ਵਾਹ। ਹੈ ਨਾ ਇੱਕ ਆ ਕਰੈਕਟਰ ਸੀ। ਅੱਛਾ ਉਸਤਾਦ ਜੀ ਬੱਟ ਭੱਟੀ ਦਾ ਵੀ ਥੋੜਾ ਜਿਹਾ ਬੱਟ ਦਾ ਨਾਰਮਲ ਹੀ ਥੋੜਾ ਜਿਹਾ ਤੇ ਡਾਇਲੌਗ ਉਹਦੇ ਚ ਭਾਵੇਂ ਅਸੀਂ ਆਪਸ ਵਿੱਚ ਗੱਲ ਕਰ ਲਈਏ ਡਾਇਲੌਗ ਨਾ ਵੀ ਯਾਦ ਹੋਣ ਤੇ ਥੋੜਾ ਜਿਹਾ ਉਹ ਨਹੀਂ ਉਹਦੇ ਨਾਲ ਮਤਲਬ ਕਿ ਨਾ ਓਏ ਪੱਟੀ ਉਹ ਬੰਦਾ ਮੇਰੇ ਲਿਖਣ ਦੇ ਉਹ ਨਹੀਂ ਤੇਰੇ ਲਿਖਣ ਕਿੱਥੋਂ ਤੇਰੇ ਲਿਖਣ ਦੇ ਹਨ ਪੱਟੀ ਕਸਮੇ ਉਹਨੇ ਅੱਖਾਂ ਨੂੰ ਕੀਤੀਆਂ ਮੈਨੂੰ ਉੱਥੇ ਕੋਈ ਹੈ ਹੀ ਪੱਟੀ ਤੇ ਹੁਣ ਉਹ ਜਿਹੜਾ ਥੱਥਾ ਨਾ ਉਹਦਾ ਨਹੀਂ ਉਹ ਕਹਿੰਦਾ ਪੱਟੀ ਹੈ ਵੀਡੀਓ ਗੇਮ ਦੇ ਲੱਗ ਰਹੇ ਨੇ ਕਹਿੰਦਾ ਪੱਟੀ ਆ ਤੇ ਮੈਨੂੰ ਵੀਡੀਓ ਗੇਮ ਵਾਲੇ ਕਹੇ ਵੀਡੀਓ ਗੇਮ ਵਾਲੇ ਹੀ ਜਨਾਬ ਆ ਦੋ ਮੈਂ ਤੁਹਾਨੂੰ ਵੀਡੀਓ ਦੇ ਅੱਛਾ ਉਸਤਾਦ ਜੀ ਇਹ ਡਬਿੰਗ ਤੁਸੀਂ ਕੀਤੀ ਤੁਹਾਨੂੰ ਕੁਝ ਮਤਲਬ ਯਾਦ ਰਹੇ ਕੋਈ ਡਾਇਲੌਗ ਕੁਝ ਡਾਇਲੌਗ ਯਾਦ ਨੇ ਕਿਉਂਕਿ ਫਿਲਮ ਦੀ ਹੁੰਦੇ ਨਾ ਜਿੱਦਾਂ ਹੁਣ ਮੈਂ ਚਾਚਾ ਬੂਟਾ ਜਿੰਨਾ ਬੋਲਿਆ ਫਿਲਮ ਦੀ ਇਦਾਂ ਰਿਕਾਰਡ ਕਰਕੇ ਚੱਲਦਾ ਉਸ ਤੋਂ ਬਾਅਦ ਯਾਦ ਨਹੀਂ ਘੋੜਾ ਬੈਠਾ ਹੁੰਦਾ ਭਾਈ ਨੂੰ ਦੇਖ ਹੈ ਤੂੰ ਘੋੜਾ ਬੇਟਾ ਕੁੱਟਿਆ ਅੱਛਾ ਯਾਰ ਮੈਨੂੰ ਨਹੀਂ ਸਮਝ ਆਉਂਦੀ ਨਾਰਮਲ ਗੱਲਾਂ ਨੇ ਲੋਕਾਂ ਨੇ ਕੀ ਇੰਜੋਏ ਕੀਤਾ ਯਾਰ ਉਸ ਟਾਈਮ ਹਨਾ ਅੱਛਾ ਬਹੁਤ ਸਾਰੀ ਡਬਿੰਗਾਂ ਹੋਈਆਂ ਉਸਤਾਦ ਜੀ ਇੱਕ ਮੈਂ ਕਿਥੇ ਬਿਲੂ ਸਟ੍ਰੀਕ ਜਦੋਂ ਆਪਣੇ ਮਸ਼ਹੂਰ ਨੂੰ ਮਿਲਣ ਜਾਂਦਾ ਉਹਦਾ ਨਾਮ ਪਤਾ ਨਹੀਂ ਕਿਹਦਾ ਕਹਿੰਦਾ ਹੈਗੀ ਹੈ ਘਰ ਬੁਲਾ ਉਹਨੂੰ ਕਹਿੰਦੇ ਵੇ ਮੈਂ ਗੰਦੀ ਨਸਲ ਦੇ ਆ ਗਏ ਕਾਲੇ ਮੂੰਹ ਵਾਲਾ ਤੈਨੂੰ ਮਿਲਣ ਕਹਿੰਦਾ ਚੱਲ ਬੁਲਾ ਹੁਣ ਉਹ ਮਸ਼ਹੂਰ ਆਉਂਦੀ ਹੈ ਤੈਨੂੰ ਕਹਿੰਦੀ ਵੇ ਭੋਲੇ ਤੂੰ ਇੰਨੀ ਦੇਰ ਬਾਅਦ ਆਇਆ ਦਫਾ ਹੋ ਜਾ ਕਹਿੰਦਾ ਇਹ ਹੁਣ ਏਦਾਂ ਨਾ ਕਰ ਦੇਖ ਮੇਰੀ ਗੱਲ ਸੁਣ ਅੱਛਾ ਹੁਣ ਐਕਸੈਂਟ ਜਿਹੜਾ ਹੁੰਦਾ ਨਾ ਉਹਨਾਂ ਦੇ ਮੂੰਹ ਦੇ ਹਿਸਾਬ ਨਾਲ ਰੱਖਣਾ ਪੈਂਦਾ ਕਿ ਉਹ ਕਿੱਦਾਂ ਬੋਲ ਰਿਹਾ ਠੀਕ ਹੈ ਨਾ ਤੇ ਉਹ ਹੁਣ ਬਾਰੀ ਚ ਆ ਜਾਂਦੀ ਆ ਇਹ ਕਹਿੰਦਾ ਤੂੰ ਹੁਣ ਜ਼ਿਆਦਤੀ ਕਰ ਰਹੀ ਆ ਥੱਲੇ ਖੜਾ ਤੇ ਉਹ ਬਾਰੀ ਚ ਖੜੀ ਫੁੱਲ ਲੈ ਕੇ ਖੜਾ ਚ ਮੈਂ ਐਡੀ ਦੂਰੋਂ ਤੈਨੂੰ ਮੈਂ ਕਹਿੰਦੀ ਵੇ ਭੋਲੇ ਮੈਂ ਤੇਰੇ ਤੇ ਥੁੱਕਦੀ ਵੀ ਨਹੀਂ ਗੰਦੇ ਖਾਨਦਾਨ ਦੀ ਉਸਤਾਦ ਜੀ ਯਾਰ ਅੱਜ ਦਾ ਤੇ ਪ੍ਰੋਗਰਾਮ ਸਾਰਾ ਡਬਿੰਗ ਤੇ ਹੀ ਹੋ ਗਿਆ ਉਸਤਾਦ ਜੀ ਡਬਿੰਗ ਤੇ ਹੋ ਗਿਆ ਉਸਤਾਦ ਜੀ ਮੇਰੀ ਉਹ ਨਾ ਭੋਲਾ ਤੇ ਮਿਰਜ਼ਾ ਚ ਨਾ ਜਾਲੀ ਪੁਲਿਸ ਵਾਲਾ ਬਣ ਕੇ ਨਾ ਹੀਰੋ ਆਹੋ ਬਿਲੂ ਸਟ੍ਰੀਕ ਬੜੀ ਮਜ਼ੇਦਾਰ ਫਿਲਮ ਸੀ ਜਾਲੀ ਪੁਲਿਸ ਵਾਲਾ ਨਾ ਉਹਨੇ ਹੁਣ ਥੀਮ ਕੀ ਆ ਕਿ ਸਟਾਰਟ ਤੇ ਨਾ ਉਹ ਫੜਿਆ ਜਾਂਦਾ ਹੀਰਾ ਚੋਰੀ ਕਰਦਾ ਹੁੰਦਾ ਤੇ ਪੁਲਿਸ ਫੜ ਲੈਂਦੀ ਤੇ ਜਿਸ ਬਿਲਡਿੰਗ ਚੋਂ ਲੁਕੇ ਹੁੰਦੇ ਨਾ ਮਤਲਬ ਬੈਂਕ ਤੋਂ ਨਿਕਲ ਜਾਂ ਹੀਰਾ ਜਿੱਥੋਂ ਚੁੱਕਦੇ ਉੱਥੋਂ ਦੌੜਦੇ ਨੇ ਤੇ ਇੱਕ ਖੰਡਰਾਟ ਟਾਈਪ ਬਿਲਡਿੰਗ ਹੁੰਦੀ ਬਣ ਰਹੀ ਉਹਦੇ ਚ ਵੜ ਕੇ ਨਾ ਤੇ ਉਹਦੇ ਏਸੀ ਵਾਲੇ ਪੈਪ ਵਿੱਚ ਫਿਟਿੰਗ ਤੋਂ ਏਸੀ ਵਾਲੇ ਪੈਪਾਂ 'ਚ ਹੀਰਾ ਰੱਖ ਕੇ ਆਪ ਗ੍ਰਿਫਤਾਰੀ ਦੇ ਦਿੰਦਾ ਉਹ ਨਹੀਂ ਹੀਰਾ ਬਰਾਮਦ ਹੁੰਦਾ ਉਹ ਕਿਤੇ 5 7 10 ਸਾਲ ਬਾਅਦ ਉੱਥੋਂ ਬਾਹਰ ਹੁੰਦਾ ਹੈ ਜੇਲ੍ਹ ਚੋਂ ਤੇ ਹੁਣ ਉਹਨੇ ਉੱਥੇ ਜਾਣਾ ਜਿੱਥੇ ਹੀਰਾ ਰੱਖਿਆ ਉੱਥੇ ਜਾਂਦਾ ਤੇ ਉੱਥੇ ਸੋਹਣਾ ਥਾਣਾ ਬਣਿਆ ਪੂਰਾ ਪੁਲਿਸ ਅੰਦਰ ਪੁਲਿਸ ਹੀ ਪੁਲਿਸ ਤੇ ਉਹ ਕਹਿੰਦਾ ਉਹ ਸਾਲਿਓ ਥਾਣਾ ਬਣਾਤਾ ਦੇਖ ਕੇ ਤੇ ਉੱਥੇ ਇੱਕ ਮਾਈ ਵੀ ਹੁੰਦੀ ਕਹਿੰਦਾ ਮਾਈ ਆ ਥਾਣਾ ਬਣ ਗਿਆ ਉਹ ਵੀ ਬੜਾ ਮਜ਼ੇਦਾਰ ਸੀ ਤੇ ਉਹ ਨਾ ਹੁਣ ਅੰਦਰ ਜਾਂਦਾ ਹੁਣ ਕਹਿੰਦਾ ਮੈਂ ਕਿੱਦਾਂ ਜਾਵਾਂ ਤੇ ਉਹ ਹੁਣ ਨਾ ਇੱਕ ਬੰਦੇ ਕੋਲ ਜਾਂਦਾ ਜਿਹੜਾ ਜਾਲੀ ਡਾਕੂਮੈਂਟਸ ਬਣਾਉਂਦਾ ਤੇ ਉਹਨੂੰ ਕਹਿੰਦਾ ਮੈਂ ਇਸ ਤਰ੍ਹਾਂ ਜਾਣਾ ਤੇ ਉਹ ਬੜੇ ਓਰੀਜਨਲ ਟਾਈਪ ਨਾਲ ਉਹਦੇ ਡਾਕੂਮੈਂਟਸ ਬਣਾ ਦਿੰਦਾ ਤੇ ਕਿੰਨਾ ਕੁਛ ਕੋਲੇ ਵਿੱਚ ਲਿਖ ਦਿੰਦਾ ਵੀ ਐਸ ਪੁਲਿਸ ਵਾਲੇ ਨੇ ਆ ਵੀ ਕੀਤਾ ਪੁਲਿਸ ਮੁਕਾਬਲੇ ਵੀ ਆ ਤੇ ਇਹ ਪੜ੍ਹਦਾ ਹੀ ਨਹੀਂ ਇਹ ਸਿੱਧੀ ਫਾਈਲ ਲੈ ਕੇ ਥਾਣੇ ਨੂੰ ਤੇ ਕਹਿੰਦਾ ਲਓ ਜੀ ਸਰ ਮੇਰਾ ਉਧਰੋਂ ਮੈਂ ਟ੍ਰਾਂਸਫਰ ਉਹ ਦੇਖਦਾ ਕਹਿੰਦਾ ਵਾਹ ਭੋਲੇ ਤੂੰ ਤਾਂ 135 ਡਾਕੂ ਵੀ ਮਾਰੇ ਤੇ ਹੁਣ ਦੇਖਦਾ ਕਿ ਹੈ ਕਹਿੰਦਾ ਇਹ ਵਿੱਚ ਲਿਖਿਆ ਕਹਿੰਦਾ ਆਹੋ ਅੱਜ ਲਿਖਿਆ ਫੇ ਮਾਰੇ ਹੋਣੇ ਕਹਿੰਦਾ ਲਿਖਿਆ ਫੇ ਮਾਰੇ ਹੋਣੇ ਭੋਲੇ ਨੇ ਤੇ ਉਹ ਆਪ ਨੂੰ ਪਤਾ ਹੀ ਨਹੀਂ ਹੁੰਦਾ ਵੀ ਵਿੱਚ ਕਿੱਥੇ ਤੇ ਹੁਣ ਪੁਲਿਸ ਵਾਲੇ ਤਾਂ ਕਰ ਰਹੇ ਤੇ ਡੇਲੇ ਉੱਤੇ ਜਾ ਰਹੇ ਨੇ ਉਹਦੇ ਹੱਲ ਕਿਉਂਕਿ ਗੋਰਾ ਯਾਰ ਸੁਭਾਨ ਅੱਲਾ ਥੀਮ ਹੀ ਵੇਖ ਉਹਦਾ ਕੈਸਾ ਯਾਰ ਕੀ ਬਾਤ ਕਿ ਇੰਜ ਕਰਕੇ ਉਹਨੇ ਹੀਰਾ ਲਗਾਇਆ ਵਾਪਸ ਆਇਆ ਤੂੰ ਤੇ ਥਾਣਾ ਬਣਿਆ ਹੁਣ ਟਾਸਕ ਇਹ ਹੈ ਕਿ ਥਾਣੇ ਦੇ ਅੰਦਰੋਂ ਹੀਰਾ ਕੱਢਣਾ ਅੰਦਰ ਵੀ ਕਿੱਦਾਂ ਜਾਣਾ ਤੇ ਪੁਲਿਸ ਵਾਲਾ ਵੀ ਬਣ ਗਿਆ ਤੇ ਅੰਦਰ ਹਜ਼ਾਰਾਂ ਪੁਲਿਸ ਵਾਲੇ ਨੇ ਤੇ ਉਹ ਸਾਰੀ ਮਤਲਬ ਰੈਨੋਵੇਟ ਹੋ ਗਈ ਆ ਐਸੀ ਉਸੀ ਹਰ ਚੀਜ਼ ਤੇ ਉਹ ਹੀਰਾ ਉੱਥੇ ਹੀ ਆ ਪੈਪਾਂ 'ਚ ਉਹ ਕੱਢਣਾ ਉਹਨੇ ਇਹ ਫਿਲਮ ਕਿਹੜੀ ਹੈ ਬਿਲੂ ਸਟ੍ਰੀਕ ਭੋਲਾ ਤੇ ਮਿਰਜ਼ਾ ਇਹ ਜਿਹੜਾ ਡਾਇਲੌਗ ਆਇਆ ਨਾ ਇੱਕ ਪਤਾ ਨਹੀਂ ਸ਼ਾਇਦ ਪਹਿਲੇ ਵੀ ਕਿਸੇ ਨੇ ਕਿਹਾ ਜਿਹੜਾ ਗੰਦੀ ਲਾਦ ਨਾ ਮਜ਼ਾ ਨਾ ਸਵਾਦ ਇਹ ਮੈਂ ਫਿਲਮ ਡੱਬ ਕੀਤੀ ਸੀ ਸਪਾਈਡਰਮੈਨ ਜਾਂ ਦੀ ਮਾਸਕ ਹਾਂਜੀ ਦੀ ਮਾਸਕ ਫਿਲਮ ਸੀ ਇਹ ਜਿਹੜਾ ਨਾ ਕਾਸ਼ੀ ਚੁਪੰਤਰ ਮੈਂ ਤੁਹਾਨੂੰ ਦੱਸਦਾ ਜਿਹੜਾ ਫਿਲਮ ਆਈ ਸੀ ਨਾ ਕੈਰੀ ਔਨ ਜੱਟਾ ਇਹਦੇ ਤੋਂ ਕਮ ਸੇ ਕਮ 7-8 ਸਾਲ ਪਹਿਲੇ ਦੀ ਡੱਬ ਹੋਈ ਉਹਦੇ 'ਚ ਮੈਂ ਕੰਟੀਨਿਊ ਮਤਲਬ ਇਹ ਡਾਇਲੌਗ ਤੇ ਆਮ ਹੋ ਸਕਦਾ ਲੋਕ ਬੋਲਦੇ ਹੋਣ ਲੇਕਿਨ ਫਿਲਮ ਦੇ ਵਿੱਚ ਮੈਂ ਉਹਦੇ 'ਚ ਯੂਜ਼ ਕੀਤਾ ਸੀ ਕਿ ਕੁੜੀ ਦਾ ਹੀਰੋਇਨ ਦਾ ਪਿਓ ਨਾ ਆਪਣੀ ਉਹਦੀ ਬੁੱਢੀ ਨਾਲ ਲੜਦਾ ਤੇ ਹੀਰੋਇਨ ਤੇ ਹੀਰੋ ਬਾਹਰ ਖੜੇ ਨੇ ਇੱਕ ਪਿਆਰ ਮੁਹੱਬਤ ਗੱਲਾਂ ਕਰ ਰਹੇ ਤੇ ਹੀਰੋਇਨ ਨੂੰ ਅੰਦਰੋਂ ਨਾ ਆਪਣੇ ਮਾਂ ਪਿਓ ਦੇ ਲੜਨ ਦੀ ਆਵਾਜ਼ ਆ ਰਹੀ ਤੇ ਉਹ ਸ਼ਰਮਿੰਦਾ ਹੋ ਰਹੀ ਹੀਰੋ ਦੇ ਅੱਗੇ ਕਿ ਕੀ ਸੋਚੇਗਾ ਮੇਰੇ ਮਾਂ ਪਿਓ ਤੇ ਉਧਰੋਂ ਠੱਕ ਦਰਵਾਜ਼ਾ ਖੁੱਲਦਾ ਤੇ ਬੰਦਾ ਹਾਂ ਕੱਢਾ ਗੰਦੀ ਲਾਤ ਪੌੜੀਆਂ ਉਤਰਦਾ ਤੇ ਉੱਥੇ ਮੈਂ ਕਹਿੰਦਾ ਹਾਂ ਗੰਦੀ ਲਾਤ ਨਾ ਮਜ਼ਾ ਨਾ ਸਵਾਦ ਹੋਰ ਫੇਟੇ ਮੂੰਹ ਕਹਿੰਦਾ
ਅੱਛਾ ਲੜ ਕੇ ਬੁੱਢੀ ਨਾ ਆ ਰਿਹਾ ਤੇ ਬਾਹਰ ਆ ਕੇ ਕਹਿੰਦਾ ਹਾਂ ਗੰਦੀ ਲਾਦ ਨਾ ਮਜ਼ਾ ਨਾ ਸਵਾਦ। ਉਹਦੇ ਚ ਉਹਦੇ ਪਿਓ ਦਾ ਇੱਕ ਕੰਟੀਨਿਊਟੀ ਸੀ, ਹਾਂ ਗੰਦੀ ਲਾਦ ਨਾ ਮਜ਼ਾ ਨਾ ਸਵਾਦ। ਉਸਤਾਦ ਜੀ ਤਾਂ ਜੈਕਾ ਜਾਂ ਜ਼ੈਕਾ ਜਿਹੜਾ ਨਾ ਇਹ ਉਰਦੂ ਲਫ਼ਜ਼ ਆ ਜਾਂਦਾ, ਜ਼ਾਇਕਾ ਉਰਦੂ ਦਾ ਲਫ਼ਜ਼ ਆ। ਐਦਾਂ ਹੀ ਮਜ਼ਾ ਠੀਕ ਹੈ ਨਾ, ਹਾਂ ਗੰਦੀ ਲਾਦ ਨਾ ਜੈਕਾ ਨਾ ਜੈਕਾ। ਤੇ ਉਹ ਲੇਕਿਨ ਇਹ ਆ ਕਿ ਬੜਾ ਵੈਸੇ ਵੀ ਮੇਰਾ ਹਾਲ ਚੱਲਦਾ ਹੋਏਗਾ ਡਾਇਲੌਗ। ਨਹੀਂ ਐਦਾਂ ਹੀ ਉਹਦੇ ਚ ਯੂਜ਼ ਹੋਇਆ ਸੀ ਵੀ ਸੁਣਿਆ। ਨਹੀਂ ਉਸ ਤੋਂ ਪਹਿਲੇ ਘਰਾਂ 'ਚ ਵੀ ਹੋ ਸਕਦਾ ਲੋਕੀ ਬੋਲਦੇ ਹੋਣ। ਉਹ ਯਾਰ ਮੇਰੇ ਅੱਬੂ ਕਹਿੰਦੇ ਫੈਸਲ ਭਾਈ ਕੋਈ ਗੱਲ ਕਰਨਾ ਚਾਹ ਰਹੇ ਸੀ। ਉਸਤਾਦ ਜੀ ਮੇਰੀ ਖਵਾਇਸ਼ ਇੱਕ ਪੂਰੀ ਕਰ ਦਿਓ ਉਸਤਾਦ ਜੀ, ਮੈਂ ਸਿਰਫ ਨਾ ਇੱਕ ਅੱਧਾ ਡਾਇਲੌਗ ਬੋਲਣਾ ਉਸਤਾਦ ਜੀ, ਮੂੰਹ ਲਾਣਾ ਤੁਸੀਂ ਉਸਤਾਦ ਨਹੀਂ ਜੀ ਉਹ ਬਹੁਤ ਔਖਾ ਕੰਮ ਆ ਭਾਈ। ਮੈਂ ਇੱਕ ਸ਼ੋਅ 'ਚ ਕੀਤਾ, ਨਸੀਮ ਵਿਕੀ ਸਾਹਿਬ ਬੈਠੇ ਸੀ, ਉਹ ਐਡਾ ਵੱਡਾ ਯਾਰ ਤੁਸੀਂ ਆਪ ਸੋਚੋ, ਥੋੜਾ ਜਿਹਾ ਆਪਣੇ ਦਿਮਾਗ ਨਾਲ ਸੋਚੋ ਕਿੱਡਾ ਔਖਾ ਕੰਮ ਆ। ਮੈਨੂੰ ਕੀ ਪਤਾ ਉਹਨੇ ਕਿੱਦਾਂ ਮੂੰਹ ਲਾ ਦੇਣਾ, ਠੀਕ ਆ। ਤੇ ਉਹ ਲੇਕਿਨ ਅੱਲਾ ਨੇ ਮੇਰੀ ਇੰਨੀ ਕੁ ਇੱਜ਼ਤ ਰੱਖੀ, ਪਹਿਲੀ ਵਾਰੀ ਜ਼ਿੰਦਗੀ 'ਚ ਇਦਾਂ ਹੋਇਆ। ਅੱਛਾ ਹੁਣ ਟਾਸਕ ਕੀ ਹੈ ਕਿ ਨਸੀਮ ਵਿਕੀ ਸਾਹਿਬ, ਉਧਰੋਂ ਸਾਹਮਣੇ ਹਨੀਲ ਬੇਲਾ ਸਾਹਿਬ, ਉਧਰੋਂ ਨਾਲ ਨਦੀਮ ਲੂਣੇ ਵਾਲਾ ਸਾਹਿਬ ਨਾਲ ਬੈਠੇ। ਹੁਣ ਲਾਈਵ ਜਾ ਰਿਹਾ, ਈਦ ਸ਼ੋਅ ਆ, ਉਹਨਾਂ ਨੇ ਮੈਨੂੰ ਇੰਜ ਤਾਰੀਫਾਂ ਮੇਰੀਆਂ ਕਰ ਰਹੇ ਨੇ, ਮਤਲਬ ਜੋ ਵੀ ਅੱਲਾ ਦਾ ਸ਼ੁਕਰ ਆ। ਤੇ ਮੈਨੂੰ ਕਹਿੰਦੇ ਜੀ ਤੁਸੀਂ ਲਾਈਵ ਨੇ ਮੂੰਹ ਲਾਉਣਾ ਤੇ ਤੁਸੀਂ ਉੱਧਰ ਡੱਬਿੰਗ ਕਰੋ। ਭੈਣ ਉਸ ਟਾਈਮ ਮਤਲਬ ਉਹ ਨਾਮੁਮਕਿਨ ਜੀ ਚੀਜ਼ ਆ, ਮੈਨੂੰ ਕੀ ਪਤਾ ਉਹਨੇ ਕੀ ਕਹਿ ਦੇਣਾ ਯਾਰ। ਉਹ ਕਿਤੇ ਚੁੱਪ ਕਰ ਜੇ, ਕਿਤੇ ਬੋਲ ਜੇ। ਮੇਰੀ ਜਿਹੜੀ ਇੰਨੀ ਉਹ ਜਿਹੜੀ ਇੱਜ਼ਤ ਪਹਿਲੇ ਬਣੀ ਆ, ਉਹ ਠੀਕ ਆ। ਲੋਕੀ ਕੁਛ ਜਿਹੜੇ ਅਕਲਮੰਦ ਲੋਕ ਸਮਝਦੇ ਨੇ ਕਿ ਨਹੀਂ ਯਾਰ ਇੰਜ ਤੇ ਨਹੀਂ ਨਾ ਹੋ ਸਕਦਾ ਕਿ ਮੈਂ ਤੈਨੂੰ ਕਹਾਂ ਚੱਲ ਤੂੰ ਬੋਲ ਮੈਂ ਡੱਬਿੰਗ ਕਰਦਾ, ਤੇ ਤੇਰਾ ਕੀ ਪਤਾ ਤੂੰ ਕਿਸ ਤਰ੍ਹਾਂ ਦਾ ਬੋਲਣਾ ਹੈ, ਕਿੱਥੇ ਤੂੰ ਚੁੱਪ ਕਰ ਜਾਣਾ। ਤੇ ਉਹ ਜੇ ਨਾ ਹੋ ਸਕਿਆ ਤੇ ਉਹ ਸਾਰੀ, ਲੇਕਿਨ ਯਾਰ ਮੈਂ ਖਾਲਸਤਨ ਮੈਂ ਕਿਹਾ ਯਾ ਅੱਲਾ। ਹੁਣ ਮੈਂ ਇਹਨਾਂ ਨੂੰ ਇਹ ਵੀ ਕਹਾਣਾ ਜੀ ਨਹੀਂ ਐਸੇ ਨਹੀਂ ਮੈਂ ਕਰ ਸਕਤਾ, ਤੇ ਉਹ ਵੀ ਘਟਦੀ ਹੈ। ਮੈਂ ਕਿਹਾ ਚਲੋ ਜੀ ਬੋਲੋ। ਉਹ ਫਿਰ ਕਲਿੱਪ ਵਾਇਰਲ ਹੋਇਆ, ਫਿਰ ਮੈਂ ਬੋਲਿਆ ਵਿੱਚ ਨਸੀਮ ਵਿਕੀ ਸਾਹਿਬ ਤੇ ਕੁੜੀ ਤੇ ਵੀ ਗੋਸ਼ਤ ਤੇ। ਮੈਂ ਕਿਹਾ ਕਿ ਤੂੰ ਮੈਨੂੰ ਗੋਸ਼ਤ ਨਹੀਂ ਦੇ ਕੇ ਗਿਆ ਜੀ ਇਸ ਤਰ੍ਹਾਂ। ਬੜੀ ਅੱਲਾ ਨੇ ਇੱਜ਼ਤ ਰੱਖੀ, ਬਹੁਤ ਅੱਲਾ ਨੇ ਇੱਜ਼ਤ ਰੱਖੀ। ਅੱਛਾ ਉਸਤਾਦ ਜੀ ਉਹ ਯਾਰ ਮੈਨੂੰ ਕਰ ਲੈਣ ਦੇ ਯਾਰ। ਨਹੀਂ ਯਾਰ ਮੈਂ ਨਹੀਂ ਉਹ ਕਰਨਾ ਭਾਈ ਏਡਾ। ਅੱਛਾ ਮੈਨੂੰ ਇੱਕ ਗੱਲ ਦੱਸੋ ਉਸਤਾਦ ਜੀ, ਆਡੀਅנס ਵੀ ਵੇਖਣ ਡਈ ਹੈ, ਇੱਕ ਤੁਸੀਂ ਸਾਡੇ ਨਾਲ ਛੋਟਾ ਜਿਹਾ ਪ੍ਰੋਮਿਸ ਕਰੋ ਕਿ ਇੱਕ ਤੁਸੀਂ ਵੀਡੀਓ ਬਣਾਓਗੇ ਜਿਹਦੇ ਵਿੱਚ ਤੁਸੀਂ ਡੱਬਿੰਗ ਕਰਦਿਆਂ ਹੋਇਆ ਨਾ ਤੁਸੀਂ ਨਜ਼ਰ ਆਓ ਕਿ ਤੁਸੀਂ ਡੱਬਿੰਗ ਕਰ ਰਹੇ ਹੋ। ਉਹ ਛੋਟਾ ਜਿਹਾ ਕਲਿੱਪ ਅਸੀਂ ਦੁਨੀਆ ਨੂੰ ਮਤਲਬ ਕਿੱਦਾਂ ਕਿ ਤੁਸੀਂ ਪੁਰਾਣਾ ਕੋਈ ਰਿਕਾਰਡ ਹੋਇਆ ਦਿਖਾ। ਨਹੀਂ ਕੋਈ ਵੀਡੀਓ ਚਲਾਵਾਂਗੇ। ਮੈਂ ਤੁਹਾਨੂੰ ਟਾਸਕ ਦਿੰਨਾ ਵਾ, ਮੈਂ ਕਹਿੰਦਾ ਵਾ ਕਿ ਉਸਤਾਦ ਜੀ ਤੁਸੀਂ ਇੱਕ ਕਲਿੱਪ ਮੈਂ ਤੁਹਾਨੂੰ ਅੱਜ ਕੱਲ ਦੇ ਦੌਰ ਦਾ ਕੋਈ ਕੱਢ ਕੇ ਦਿੰਨਾ, ਤੁਸੀਂ ਉਹਦੇ ਤੇ ਡੱਬਿੰਗ ਕਰਨੀ। ਠੀਕ ਹੈ ਠੀਕ ਆ, ਉਹ ਟੋਟਾ ਮੈਂ ਕੱਟਾਂਗਾ ਤੇ ਜਾਂ ਮਤਲਬ ਅਸੀਂ ਐਡੀਟਰ ਨੂੰ ਕਹਾਂਗੇ ਇਹ ਟੋਟਾ ਕੱਟ ਦੇ, ਠੀਕ ਹੈ। ਉਹ ਕੱਟ ਕੇ ਤੁਹਾਨੂੰ ਦੇਣਾ, ਤੁਸੀਂ ਉਹਦੇ ਤੇ ਫਿਲਮ ਦੀ ਡੱਬਿੰਗ ਕਰਨੀ, ਯਾਨੀ ਫੌਰਨ ਆਟੋ ਸਕ੍ਰਿਪਟਡ ਟੀ ਟਾਈਮ ਯਾਨੀ ਕਿ ਉਧਰੋਂ ਆਪਾਂ ਦੇਖ ਰਹੇ ਹਾਂ ਤੇ ਉਧਰੋਂ। ਤੇ ਇਹ ਮੁਸ਼ਕਲ ਕੰਮ ਆ, ਇਹ ਮੁਸ਼ਕਲ ਕੰਮ ਟੀ ਟਾਈਮ 'ਚ ਨਹੀਂ, ਉਹ ਮਤਲਬ ਟੀ ਟਾਈਮ 'ਚ ਤਾਂ ਨਹੀਂ ਹੋ ਸਕਦਾ, ਕਿਸੇ ਕੰਪਿਊਟਰ ਤੇ ਹੀ ਹੋਏਗਾ ਨਾ। ਹਾਂਜੀ ਤੇ ਉਹ ਤੁਸੀਂ ਕਰਾਂਗੇ, ਉਹ ਵੀਡੀਓ ਜਿਹੜੀ ਆਪਾਂ ਟੀ ਟਾਈਮ ਚਲਾ ਦਿਆਂਗੇ। ਚਲੋ ਇਸ ਤਰ੍ਹਾਂ ਕਰ ਲੈ। ਨਹੀਂ ਫਿਰ ਉਹ ਡੱਬਿੰਗ ਹੁੰਦੀ ਵੀ ਦਿਖਾਓ ਨਾ ਅਗਲਿਆਂ ਨੂੰ, ਤੇ ਡੱਬਿੰਗ ਹੁੰਦੀ ਵਿਖਾਉਣੀ ਹੈ ਨਾ। ਹਾਂ ਇਦਾਂ ਹੀ ਤੁਸੀਂ ਕਲਿੱਪ ਤੁਸੀਂ ਕੋਈ ਲੈ ਲੈਣਾ ਕੋਈ, ਤੇ ਮਾਈਕ ਮੈਂ ਸੈੱਟ ਕਰ ਲਾਂਗਾ ਆਹੋ ਤੇ ਮੈਂ ਤੁਹਾਨੂੰ ਕਰ ਦਾਂਗਾ। ਤੁਸੀਂ ਕਰ ਲਓਗੇ ਸਰ? ਓਏ ਤੁਸੀਂ ਨਹੀਂ ਦੇਖਿਆ, ਮੈਂ ਵੇਖਿਆ। ਤੂੰ ਯਾਰ ਜਦੋਂ ਮੈਂ ਵੇਖਿਆ ਕਿੱਥੇ? ਉਹ 40 ਮੈਂ ਨਾ ਸਾਊਂਡ ਵਿਊ ਪ੍ਰੋਡਕਸ਼ਨ 'ਚ ਜੌਬ ਕਰਦਾ ਸੀ। ਹੁਣ ਮੈਂ ਥੋੜਾ ਜਿਹਾ ਤੁਹਾਨੂੰ ਦੱਸ ਦਿਆਂ, ਗੱਲ ਚੱਲੀ ਹੈ ਤੇ ਇਹ ਪਹਿਲੀ ਤੇ ਗੱਲ ਹੈ, ਇਹ ਜਿਹੜਾ 2-3 ਸਾਲ ਨੇ ਨਾ ਇਹ ਜਿਹੜੇ ਗੁਜ਼ਰੇ ਨੇ, ਇਹ ਟਾਕ ਸ਼ੋ ਇਹ ਬਹੁਤ ਈਜ਼ੀ ਸੀ, ਉਹ ਬਹੁਤ ਔਖਾ ਕੰਮ, ਠੀਕ ਹੈ ਨਾ। ਉਹ ਅੱਛਾ ਕਿਉਂ ਰੁਕਿਆ ਉੱਥੇ ਤੱਕ? ਹਲੇ ਮੈਂ ਰੋਡ ਸ਼ੋ ਸ਼ੁਰੂ ਕੀਤਾ, ਕਿੰਨੇ ਲੋਕਾਂ ਨੇ ਸ਼ੁਰੂ ਕਰ ਲਿਆ, ਉਹ ਜਿੱਥੇ ਰੁਕਿਆ ਉੱਥੇ ਹੀ ਰੁਕਿਆ ਅੱਜ ਤੱਕ। ਦੁਬਾਰਾ ਕਿਸੇ ਨੇ ਕੀਤਾ ਨਹੀਂ ਟਰਾਈਆਂ ਬਹੁਤ ਕੀਤੀਆਂ ਲੋਕਾਂ ਨੇ, ਨਹੀਂ, ਉਹ ਹੋਣਾ ਹੀ ਨਹੀਂ। ਲੇਕਿਨ ਨਹੀਂ ਹੋਇਆ। ਇੱਕ ਮੈਂ ਗੱਲ ਕਰ ਰਿਹਾ, ਤੇ ਉਹ ਇੱਕ ਨਾਯਾਬ ਚੀਜ਼ ਆ, ਕੋਈ ਅੱਲਾ ਦੀ ਕਰਮ ਨਵਾਜ਼ੀ ਹੈ। ਮੈਂ ਕੀ ਤੈਨੂੰ ਹੁਣੇ ਕਹਿਣ ਲੱਗਾ ਸੀ ਕਿ ਤੁਸੀਂ ਉਹ ਕਿਸੇ ਪ੍ਰੋਡਕਸ਼ਨ 'ਚ ਮੈਂ ਸਾਊਂਡ ਵਿਊ ਪ੍ਰੋਡਕਸ਼ਨ ਜੌਬ ਕਰਦਾ ਸਾਂ। ਪਹਿਲੀ ਵਾਰੀ ਜਦੋਂ ਮੈਂ ਲਾਹੌਰ ਗਿਆ ਜੌਬ ਕਰਨ, 25,000 ਰੁਪਏ ਮੇਰੀ ਤਨਖਾਹ ਲੱਗੀ। ਸਹੀ ਸਾਊਂਡ ਵਿਊ ਪ੍ਰੋਡਕਸ਼ਨ ਮੁਹੱਬਤਾਂ ਸੱਚੀਆਂ ਫਿਲਮ ਬਣ ਰਹੀ ਸੀ, ਅਦਨਾਨ ਤੇ ਵੀਨਾ ਮਲਿਕ ਸਾਹਿਬ ਦੀ, ਸ਼ਹਜ਼ਾਦ ਰਫੀਕ ਸਾਹਿਬ ਡਾਇਰੈਕਟਰ ਸੀ। ਉਸ ਕੰਪਨੀ 'ਚ ਮੈਂ ਜੌਬ ਕਰਦਾ ਸਾਂ। ਵਜਾਹਤ ਅਤਰੇ ਸਾਹਿਬ ਵੀ ਉੱਥੇ ਹੁੰਦੇ ਸੀ, ਤੇ ਸਾਰੇ ਆਰਟਿਸਟ ਬੜੇ ਉੱਥੇ ਹੁੰਦੇ ਸੀ। ਤੇ ਮੈਂ ਉੱਥੇ ਡੱਬਿੰਗ ਵੀ ਕਰਨੀ, ਤੇ ਪਲੱਸ ਜਦੋਂ ਮੈਂ ਡੱਬਿੰਗ ਕਰਨ ਗਿਆ ਨਾ ਸਭ ਤੋਂ ਪਹਿਲੇ, ਤੇ ਉਹ ਸੇਮ ਉਹ ਹਿਸਾਬ ਹੋਇਆ ਜਿਵੇਂ ਮਸਤਾਨਾ ਸਾਹਿਬ ਨਹੀਂ ਕਹਿੰਦੇ, ਜਦੋਂ ਇਹਨਾਂ ਨੇ ਮੈਨੂੰ ਡਰਾਈਵਰ ਰੱਖਿਆ ਨਾ ਤੇ ਇਹਨਾਂ ਕੋਲ ਗੱਡੀ ਵੀ ਨਹੀਂ ਸੀਗੀ ਤੇ ਮੈਂ ਆਪਣੀ ਤਨਖਾਹ ਜੋੜ ਕੇ ਗੱਡੀ ਲਈ। ਸੇਮ ਉਹ ਹਿਸਾਬ ਹੋਇਆ, ਮੈਨੂੰ ਉਹਨਾਂ ਨੇ ਜੌਬ ਤੇ ਰੱਖ ਲਿਆ, ਤੇ ਕੋਈ ਟੇਬਲ ਨਹੀਂ, ਕੋਈ ਕੁਰਸੀ ਨਹੀਂ, ਕੋਈ ਮੇਜ਼ ਨਹੀਂ, ਤੇ ਕੋਈ ਮੇਰੇ ਲਈ ਸਪੈਸ਼ਲ ਕੰਪਿਊਟਰ ਨਹੀਂ। ਤੇ ਮੈਂ ਗਿਆ ਤੇ ਹੁਣ ਮੈਂ ਬੈਠਾ ਰਹਿੰਦਾ। ਇੱਕ ਮਿਸਾਲ ਆ ਕਿ ਭਾਵੇਂ ਦਿਓ ਸਾਰਾ ਕੁਛ, ਮੈਂ ਆਰਟਿਸਟ ਆ। ਨਹੀਂ, ਮੈਂ ਉਹਨਾਂ ਨੂੰ ਕਿਹਾ ਜੀ ਕਿ ਮੈਨੂੰ ਆ ਕੋਈ ਕੰਪਿਊਟਰ ਦੇ ਦਿਓ। ਉਹਨਾਂ ਨੇ ਕੰਪਿਊਟਰ ਦਿੱਤਾ। ਖੁਦਾ ਦੀ ਕਸਮ ਹੈ, ਮੈਂ ਅੱਜ ਵੀ ਉਹ ਲੋਕ ਅਗਰ ਦੇਖ ਰਹੇ ਨੇ ਨਾ ਤੇ ਉਹ ਕਹਿਣਗੇ ਕਿ ਯਾਰ ਇਹਨੇ ਵਾਕਈ ਇੱਦਾਂ ਕੀਤਾ ਸੀ। ਮੈਂ ਇੱਕ ਚਾਦਰ ਲਈ ਹੈ, ਚਾਦਰ ਲੈ ਕੇ ਨੁੱਕਰ 'ਚ ਮੈਂ ਚਾਦਰ ਵਿਛਾਈ ਹੈ, ਉਹਦੇ ਨਾਲ ਮੈਂ ਇੱਕ 3 ਸ਼ੂ ਲਾਇਆ, ਜ਼ਮੀਨ ਤੇ ਮੈਂ ਇੱਕ ਇੱਦਾਂ ਦੀ ਚੀਜ਼ ਰੱਖੀ ਹੈ, ਉਹਨਾਂ ਦੀ ਜ਼ਮੀਨ ਤੇ ਫਰਸ਼ ਤੇ ਮੈਂ ਕੰਪਿਊਟਰ ਰੱਖ ਕੇ ਤੇ ਮੈਂ ਆਪਣੀ ਵਰਕਿੰਗ ਸ਼ੁਰੂ ਕਰਤੀ ਸੀ। ਕੱਪੜਾ ਵਿਛਾ ਕੇ ਉਹਦੇ ਉੱਤੇ ਬਹਿ ਕੇ ਮੈਂ ਡੱਬਿੰਗ ਸ਼ੁਰੂ ਕਰਤੀ ਸੀ ਕਿ ਯਾਰ ਇਹਨਾਂ ਦਾ ਨੁਕਸਾਨ ਨਾ ਹੋਵੇ। ਵਾਹ ਵਾਹ ਵਾਹ। ਇਹਨਾਂ ਨੇ 25,000 ਰੁਪਏ ਮਹੀਨਾ ਸੀ।
ਉੱਥੋਂ ਫਿਰ ਮੈਂ ਛੱਡਿਆ, ਫਿਰ ਮਤਲਬ ਅੱਗੇ ਚਲਾ ਗਿਆ। ਫਿਰ ਅੱਛਾ ਜਦੋਂ ਉੱਥੋਂ ਗਿਆ ਫਿਰ ਮੈਂ ਫਾਰੂਕ ਸਟੂਡੀਓ ਚਲਾ ਗਿਆ। ਉੱਥੇ 40,000 ਰੁਪਏ 'ਤੇ ਅਸੀਂ ਫਿਲਮੈਕਸ ਦੀ ਡਬਿੰਗ ਕਰੀ ਦੀ ਸੀ। ਉੱਥੋਂ ਵੀ ਜਦੋਂ ਥੋੜ੍ਹਾ ਜਿਹਾ ਮਸਲਾ ਬਣ ਗਿਆ ਫਿਰ ਮੈਂ ਉਹਨਾਂ ਨੂੰ, ਅੱਛਾ ਇਹਨਾਂ ਨੂੰ ਵੀ ਮੈਂ ਪੁੱਛ ਕੇ ਗਿਆ ਕਿ ਮੈਂ ਇਸ ਤਰ੍ਹਾਂ ਚੱਲ ਜਾਵਾਂ। ਇਹਨਾਂ ਨੇ ਕਿਹਾ ਹਾਂ ਕੋਈ ਨਹੀਂ ਚੱਲ ਜਾ। ਫਿਰ ਮੈਂ ਫਾਰੂਕ ਸਟੂਡੀਓ ਗਿਆ, ਫਾਰੂਕ ਸਾਹਿਬ ਦੇ ਨਾਲ ਕੰਮ ਕੀਤਾ। ਫਿਰ ਉੱਥੋਂ ਮੈਨੂੰ CTV ਤੋਂ ਆਫਰ ਹੋਈ 40 ਤੋਂ 50,000 ਦੀ। ਮੈਂ ਫਾਰੂਕ ਸਾਹਿਬ ਨੂੰ ਕਿਹਾ ਫਾਰੂਕ ਸਾਹਿਬ ਮੈਂ 3-4 ਬੱਚੇ ਤਿਆਰ ਕਰਤੇ ਨੇ ਅਤੇ ਇਹਨਾਂ ਨੂੰ ਟ੍ਰੇਨ ਕਰਦੇ ਨੇ ਅਤੇ ਮੈਂ ਉੱਥੇ ਚੱਲ ਜਾਵਾਂ। ਉਹਨਾਂ ਨੇ ਕਿਹਾ ਕੋਈ ਗੱਲ ਨਹੀਂ। ਮੈਂ ਕਿਹਾ ਮੈਂ ਵੈਸੇ ਚੱਕਰ ਲਾਉਂਦਾ ਰਹਾਂਗਾ। ਮੈਂ 50,000 'ਤੇ ਉੱਥੇ ਚਲਾ ਗਿਆ। ਉੱਥੇ ਜਾ ਕੇ ਫਿਰ ਮੈਂ ਰਾਜੇ ਨੂੰ ਬੁਲਾਇਆ। ਉੱਥੇ ਮੈਂ ਜੌਬ ਕਰਵਾਈ ਰਾਜੇ ਦੀ, ਠੀਕ ਹੈ। ਉੱਥੇ ਰਾਜਾ ਵੀ ਸੀ ਅਤੇ ਫਿਰ ਖੈਰ ਉੱਥੇ 50,000 'ਤੇ ਕਰਦਾ ਰਿਹਾ। ਫਿਰ ਉਹ ਉੱਥੋਂ ਮੈਂ ਵਾਪਸ ਫੈਸਲਾਬਾਦ ਆ ਗਿਆ। ਫਿਰ ਮੈਂ ਫੈਸਲਾਬਾਦ ਚਾਚਾ ਬੂਟਾ ਕਰਦਾ ਰਿਹਾ। 11,000 ਰੁਪਏ ਦਾ 7,000 ਰੁਪਏ ਦਾ ਐਪੀਸੋਡ ਦੇਣਾ ਸੀ ਮੈਂ ਚਾਚੇ ਬੂਟੇ ਦਾ ਪੂਰਾ ਡੱਬ ਕਰਕੇ, ਪੂਰਾ 7,000 ਅਤੇ 500 ਰੁਪਏ ਦਾ 1 ਮਿੰਟ ਦਾ ਕਲਿੱਪ ਦੇਣਾ ਸੀ। 6-7,000 ਰੁਪਏ ਘਰ ਦਾ ਕਿਰਾਇਆ ਸੀ, ਰਾਸ਼ਨ ਰੂਸ਼ਨ ਖਰਚੇ ਪਾ ਕੇ 4 ਐਪੀਸੋਡ ਹੁੰਦੇ ਸੀ ਜਿਹੜੇ 4 ਕਦੀ ਵੀ ਨਹੀਂ ਸੀ ਹੁੰਦੇ। 2 ਜਾਂ 3 ਹੀ ਮੈਂ ਕਰ ਪਾਉਂਦਾ ਸੀ ਅਤੇ 20-21,000 ਰੁਪਈਆ ਮਹੀਨੇ ਦਾ ਹੁੰਦਾ ਸੀ। 4,000 ਤੇ ਦਫ਼ਤਰ ਸੀ, 6,000 ਘਰ ਦਾ ਕਿਰਾਇਆ ਸੀ, 10 ਤੇ ਇਹ ਕੱਢਦੇ ਅਤੇ ਪਿੱਛੋਂ ਬਹੁਤ ਬੁਰੇ ਹਾਲ ਸੀ। ਫਿਰ ਮੈਂ ਕਲਿੱਪ ਡੱਬ ਕਰਦਾ ਸੀ 500 ਰੁਪਈਏ 'ਤੇ। 30 ਕਲਿੱਪ ਮੈਂ ਡੱਬ ਕੀਤੇ 15,000 ਰੁਪਏ ਦੇ। 30 ਕਲਿੱਪ, ਇੱਕ ਫਿਲਮ ਲੈਣੀ, ਫਿਲਮ 'ਚੋਂ ਕਲਿੱਪ ਕੱਟਣਾ, ਉਹਦਾ ਬੈਕਗਰਾਊਂਡ ਕੱਢਣਾ, ਉਹਦੇ 'ਤੇ ਡੱਬ ਕਰਨਾ, ਉਹਨੂੰ ਫਾਈਨਲ ਕਰਨਾ। ਉੱਦਾਂ ਦੇ 30 ਕਰਨੇ ਨੇ ਅਤੇ 30 ਕਲਿੱਪ ਦਾ 15,000 ਰੁਪਈਆ। ਅਤੇ ਹੁਣ ਕਿਰਾਇਆ ਵੀ ਸਿਰ 'ਤੇ ਆ, ਬਿੱਲ ਵੀ ਸਿਰ 'ਤੇ ਆ, ਸਾਰਾ ਕੁਛ ਸਿਰ 'ਤੇ ਆ। ਅਤੇ ਮੈਂ 30 ਕਲਿੱਪ ਲੈ ਕੇ ਅਤੇ ਲਾਹੌਰ ਗਿਆ ਅਤੇ 280 ਰੁਪਏ ਕਿਰਾਇਆ ਸੀ ਉਦੋਂ ਬੱਸ ਦਾ। 280 ਰੁਪਏ ਜਾਣ ਦੇ ਲਾ ਕੇ ਅਤੇ ਮੈਂ ਇੰਝ ਕਰਕੇ ਵੜਿਆ ਵਾਂ। ਅਤੇ ਮੈਂ ਉੱਥੇ ਜਿਹੜੇ ਸੀ ਨਾ, ਮੈਂ ਕਿਹਾ ਜੀ ਹੈ 30 ਕਲਿੱਪ तो कहते यार वो हमने बंद कर दिया चलाना। बस ਹੁਣ ਮੈਨੂੰ ਪਿੱਛੇ ਨਜ਼ਰ ਆ ਰਿਹਾ ਕਿ ਮੈਂ 3,000 ਦੁੱਧ ਵਾਲੇ ਦਾ, ਫਲਾਣੇ ਦਾ, 4,000 ਕਿਰਾਇਆ, 6,000 ਕਿਰਾਇਆ, 15,000 ਰੁਪਈਆ ਸੀ ਸਾਰਾ। ਨਹੀਂ हमने, ਮੈਂ ਕਿਹਾ ਸਰ ਤੁਸੀਂ ਮੈਨੂੰ ਪਹਿਲੇ ਦੱਸ ਦੇ, ਪਿਛਲੇ ਮਹੀਨੇ ਦੱਸ ਦੇ। ਨਹੀਂ ਯਾਰ ਉਹ हमने ਬੰਦ ਕਰਤੀ। ਸਰ ਮੈਂ ਉੱਥੋਂ 30 ਕਲਿੱਪ ਚੁੱਕੇ ਨੇ ਅਤੇ ਕੋਹਿਨੂਰ ਤੋਂ ਬਾਹਰ ਆ ਰਹੇ ਅਤੇ ਅਫਸੁਰਦਾ ਜਿਹਾ, ਪੈਸੇ ਵੀ ਪੂਰੇ ਕਿਉਂਕਿ ਉੱਥੋਂ 15 ਮਿਲਣਾ ਸੀ। ਅਤੇ ਮੈਂ ਫਿਰ ਰਿਹਾ ਕਿ ਕੀ ਕਰਾਂ, ਵਾਪਸ ਕਿੱਦਾਂ ਜਾਵਾਂ ਯਾਰ, ਇਹ ਕੀ ਹੋ ਗਿਆ। ਅਤੇ ਮੈਨੂੰ ਕਾਸ਼ਫ ਪ੍ਰਿੰਸ ਮੇਰਾ ਇੱਕ ਯਾਰ ਸੀ, ਫੌਤ ਹੋ ਗਿਆ ਵਿਚਾਰਾ। ਬੜਾ ਹੀ ਅੱਛਾ ਆਰਟਿਸਟ ਔਰ ਬੜਾ ਅੱਛਾ ਇਨਸਾਨ ਸੀ। ਕਰੋੜਾਂ ਰਹਿਮਤਾਂ ਕਰੇ ਉਹਦੇ 'ਤੇ, ਇੰਨਾ ਅੱਛਾ ਇਨਸਾਨ ਸੀ। ਅਤੇ ਕਾਸ਼ਫ ਪ੍ਰਿੰਸ ਪਤਾ ਨਾ ਤੈਨੂੰ, ਉਹ ਇੱਕ ਸ਼ੋਅ ਕਰ ਰਿਹਾ ਸੀ ਅਤੇ ਉਹਦੇ ਉੱਪਰ ਦੀਵਾਰ ਹੀ ਪਿੱਛੋਂ ਡਿੱਗ ਪਈ ਆ ਕੇ ਗਰਾਊਂਡ ਦੇ ਵਿੱਚ ਨਾ, ਸ਼ਾਦੀ ਦਾ ਸ਼ੋਅ 'ਚ। ਲਾੜਾ ਵੀ ਫੌਤ ਹੋ ਗਿਆ, ਦੁਲਹਨ ਬੜੇ ਫੌਤ ਹੋਏ ਸੀ, ਬਹੁਤ ਫੌਤ ਹੋ ਗਈ। ਯਾਨੀ ਲਾਈਟ ਵੀ ਚਲੀ ਗਈ ਨਾ, ਲਾਈਟ ਵੀ ਚਲੀ ਗਈ ਅਤੇ ਦੀਵਾਰ ਪੂਰੀ ਉਹਨਾਂ ਦੇ ਉੱਪਰ ਹੀ ਡਿੱਗ ਪਈ। ਉਹ ਜਿੰਨੀ ਦੇਰ ਨੂੰ ਹਨੇਰਾ ਹੋ ਗਿਆ, ਕਿੱਥੋਂ ਬੰਦੇ ਕੱਢੇ ਇੱਟਾਂ ਪਰੇ, ਉਨੀ ਦੇਰ ਨੂੰ ਵਿਚਾਰੇ। ਉਹ ਸੀ ਉਹਦਾ ਮੈਨੂੰ ਫੋਨ ਆਇਆ, ਕਿੱਥੇ ਆ ਮੈਂ। ਅੱਛਾ ਹੁਣ ਉਹਦਾ ਸਟਾਈਲ ਕੀ ਸੀ, ਉਹਨੇ ਫੋਨ ਕਰਕੇ ਮੇਰੇ ਕੋਲ ਜੁਗਤਾਂ ਸੁਣਨੀਆਂ ਅਤੇ ਮੈਂ ਉਹਨੂੰ ਜੁਗਤਾਂ ਮਾਰਨੀਆਂ, ਉਹਨੇ ਮੈਨੂੰ ਜੁਗਤਾਂ ਮਾਰਨੀਆਂ। ਅਤੇ ਮੈਂ ਅੱਗੋਂ ਕੋਈ ਜੁਗਤ ਦਾ ਰਿਸਪੌਂਸ ਨਹੀਂ। ਕੀ ਗੱਲ ਹੋਈ ਕਹਿੰਦਾ, ਮੈਂ ਕਿਹਾ ਯਾਰ ਵੈਸੇ ਉਹ ਦੱਸ ਤਾਂ ਸਹੀ ਕੀ ਹੋਇਆ। ਮੈਂ ਕਿਹਾ ਇੰਝ ਹੋਇਆ। ਉਹ ਕਹਿੰਦਾ 1 ਮਿੰਟ ਰੁਕ। ਉਹਨੇ ਇੱਕ ਚੈਨਲ 'ਤੇ ਫੋਨ ਕੀਤਾ, ਉੱਥੋਂ ਕਰਕੇ ਅਤੇ ਵਾਪਸ ਮੈਨੂੰ ਉਹਨੇ ਫੋਨ ਕੀਤਾ। ਹੁਣ ਮੈਂ ਉਹ ਕਲਿੱਪ ਕਿੰਨੇ ਦੇ ਵੇਚਣ ਆਇਆ, 15,000 ਰੁਪਏ ਦੇ, ਐਜ਼ੇਨ 'ਚ ਰੱਖਣਾ। ਅਤੇ ਮੈਂ ਬਾਹਰ ਆਇਆ, ਉਹਦਾ ਫੋਨ ਕਾਲ ਬੈਕ ਆਈ ਉਹਦੀ, ਅਤੇ ਕਹਿੰਦਾ ਤੂੰ ਇੱਦਾਂ ਕਰ, ਫਲਾਂ ਜਗ੍ਹਾ 'ਤੇ ਨਾ ਖਾਲਿਦ ਮਲਕ ਸਾਹਿਬ ਨੇ, ਉਹ ਵੀ ਬੜੇ ਅੱਛੇ ਨਾਈਸ, ਅਤੇ ਉਹਨਾਂ ਦੇ ਕੋਲ ਜਾ ਤੂੰ ਅਤੇ ਜਾ ਕੇ ਗੱਲ ਕਰ। ਮੈਂ ਉਹਨਾਂ ਦੇ ਕੋਲ ਚਲਾ ਗਿਆ। ਉੱਥੇ ਇੱਕ ਮੁਬੀਨ ਸਾਹਿਬ ਬੜੇ ਅੱਛੇ, ਮੇਰੇ ਇਸਲਾਮਾਬਾਦ ਦੇ, ਬੜਾ ਅੱਛਾ ਉਹ ਇਨਸਾਨ ਸੀ, ਉਹ ਵੀ ਉੱਥੇ ਬੈਠੇ ਸੀ, ਓਨਰ ਸੀ ਉਹ ਉਸ ਚੈਨਲ ਦੇ। ਅਤੇ ਖਾਲਿਦ ਮਲਕ ਸਾਹਿਬ ਬੈਠੇ ਸੀ ਅਤੇ ਮੈਨੂੰ ਇੰਝ ਲੱਗਾ ਇਹ ਵੀ ਕੋਈ ਗੈਸਟ ਟਾਈਪ ਨੇ। ਅਤੇ ਉਹਨਾਂ ਦੇ ਕਿੰਨੇ ਹੀ ਚੈਨਲ ਆ ਉੱਦਾਂ ਦੇ, ਉਹ ਐਡੇ ਵੱਡੇ ਇਨਸਾਨ ਨੇ ਉਹ ਮੁਬੀਨ ਸਾਹਿਬ। ਅਤੇ ਉਹ ਜਨਾਬ ਮੈਨੂੰ ਕਹਿੰਦਾ ਜੀ ਚੈਨਲ ਸਰ। ਮੈਂ ਕਿਹਾ ਜੀ 2,000 ਰੁਪਏ ਦਾ ਕਲਿੱਪ ਦਿਆਂਗਾ। ਅੱਛਾ ਅਤੇ ਕਿੰਨੀ ਦੇਰ ਲੱਗੇਗੀ ਬਣਾਉਣ 'ਚ। ਅਤੇ ਹੁਣ ਮੈਂ ਦੱਸ ਨਹੀਂ ਰਿਹਾ ਕਿ ਮੇਰੀ ਤਾਂ ਜੇਬ 'ਚ 30 ਕਲਿੱਪ, ਕਿਉਂਕਿ ਉਹਨਾਂ ਨੇ ਸੀ ਨਾ ਦੱਸਣਾ। ਅਤੇ ਮੈਂ ਕਿਹਾ ਜੀ ਮੈਂ ਤੁਹਾਨੂੰ 3 ਦਿਨਾਂ 'ਚ 30 ਕਲਿੱਪ ਬਣਾ ਕੇ। ਅੱਛਾ ਚਲੋ 1,000 ਰੁਪਏ ਦਾ ਕਲਿੱਪ। ਮੈਂ ਕਿਹਾ ਡਨ ਹੋ ਗਿਆ। ਉੱਥੇ 500 ਰੁਪਏ ਦਾ, ਅੱਗੋਂ 1,000 ਰੁਪਏ ਦਾ। 2-3 ਦਿਨ ਲੰਘੇ, ਮੈਂ ਉਹਨਾਂ ਨੂੰ 30 ਕਲਿੱਪ ਭੇਜੀ, ਉਹਨਾਂ ਨੇ 30,000 ਰੁਪਏ ਦੇ ਦਿੱਤਾ। ਮੈਂ ਕਿਹਾ ਯਾ ਅੱਲਾ, ਯਾਨੀ ਵਕਤੀ ਤੌਰ 'ਤੇ ਮੈਨੂੰ ਇੰਝ ਲੱਗਾ ਕਿ ਮੈਂ ਮਰ ਗਿਆ। ਅਤੇ ਅੱਲਾ ਨੇ ਕਿਹਾ ਨਹੀਂ ਮੈਂ ਤੇਰਾ ਡਬਲ ਵਿਕਾਉਣਾ, ਇਹਨੂੰ ਤੋਂ ਬਾਹਰ ਆ, ਸਮਝ ਆਈ ਨਾ, ਮੈਂ ਤੇਰਾ 15 ਦਾ 30 ਕਰਾਉਣਾ। ਕੁਛ ਦੇਰ ਉੱਥੇ ਕੰਮ ਕਰਦਾ ਰਿਹਾ, ਉਹਨਾਂ ਨੇ ਵੀ ਫਿਰ ਜਵਾਬ ਦੇ ਦਿੱਤਾ। ਫਿਰ ਚਾਚਾ ਬੂਟਾ ਦੁਬਾਰਾ ਇਹਨਾਂ ਨੇ ਬੁਲਾ ਲਿਆ, ਫਿਰ ਚਾਚਾ ਬੂਟਾ ਕਰਦਾ ਰਿਹਾ। ਇੱਕ ਦਿਨ ਫਰੀਦ ਸਾਹਿਬ ਐਸਾ ਆਇਆ, ਭੁੱਖ ਪਈ ਹੈ, 7,000 ਰੁਪਏ ਦਾ ਐਪੀਸੋਡ, ਠੀਕ ਹੈ ਜੀ। ਅਤੇ ਮੈਂ ਕਿਹਾ ਯਾਰ ਮੈਂ ਕੰਮ ਹੀ ਨਹੀਂ ਕਰਨਾ, ਮੈਂ ਇਹ
ਕੰਮ ਹੀ ਨਹੀਂ ਕਰਨਾ, ਛੱਡ ਦੇਣਾ ਮੈਂ। ਯਾਨੀ ਮੈਂ ਕਿਹਾ ਮੈਂ ਲਾਹਨਤ ਭੇਜਦਾ ਐਡੇ ਟੈਲੈਂਟ ਤੇ ਕਿ ਜਿਹੜਾ ਲੋਕੀ ਵੇਖ ਕੇ ਕਹਿੰਦੇ ਓਏ ਯਾਰ ਕੀ ਚਾਚਾ ਬੂਟਾ, ਤੇ 7000 ਰੁਪਏ ਮੈਂ ਐਪੀਸੋਡ ਦੇਣਾ। ਮੈਂ ਕਿਰਾਇਆ ਬਿੱਲ ਨਹੀਂ ਦੇ ਸਕਦਾ, ਮੈਂ ਇਹੋ ਜਿਹੇ ਟੈਲੈਂਟ ਨਾਲੋਂ ਕਿਤੇ ਰੇੜੀ ਲਾ ਲੈਣਾ। ਮੈਨੂੰ ਫੋਨ ਆਇਆ ਕੋਹੇਨੂਰ ਤੋਂ, ਮਾਲਕ ਦਾ। ਨਹੀਂ, ਮੈਂ ਫੋਨ ਕੀਤਾ, ਮੈਂ ਕਿਹਾ ਸਾਰਾ ਜਿਹੜਾ ਮੈਂ ਐਪੀਸੋਡ ਦੇ ਰਿਹਾ ਨਾ, ਮੈਂ ਇਸ ਤੋਂ ਬਾਅਦ ਕੰਮ ਛੱਡ ਰਿਹਾ। ਕਿਉਂ? ਉਹਨਾਂ ਦਾ ਉਨੀ ਦੇਰ ਨੂੰ ਐਪੀਸੋਡ ਉਹ ਚੈਨਲ ਦਾ ਹਿੱਟ ਹੋ ਰਿਹਾ ਸੀ। ਮੈਂ ਕਿਹਾ ਸਰ ਮੈਂ ਕੰਮ ਹੀ ਛੱਡ ਦੇਣਾ। ਕਿਆ ਹੁਆ? ਮੈਂ ਕਿਹਾ ਮੈਂ ਕਰਨਾ ਹੀ ਨਹੀਂ। ਨਹੀਂ ਪੈਸੇ ਕੰਮ, ਮੈਂ ਕਿਹਾ ਮੈਂ ਕਰਨਾ ਹੀ ਨਹੀਂ, ਖਤਮ। 10 ਲੱਖ ਰੁਪਏ ਵੀ ਤੋਂ ਮੈਂ ਨਹੀਂ ਕਰਨਾ। ਸਮਝ ਆ ਰਹੀ? ਨਹੀਂ ਤੂੰ ਆ। ਉਹ ਜਿਹੜਾ ਉੱਥੇ ਦਾ ਕੋਈ ਸੀ, ਜਿਸ ਤਰ੍ਹਾਂ ਕੋਈ ਡਾਇਰੈਕਟਰ ਟੈਪ ਹੁੰਦਾ ਨਾ, ਪ੍ਰੋਗਰਾਮ ਹੈਡ, ਹਾਂ ਇਸ ਤਰ੍ਹਾਂ ਦਾ। ਨਹੀਂ ਤੂੰ ਆ। ਮੈਂ ਕਿਹਾ ਸਰ ਮੈਂ ਕਰਨਾ ਹੀ ਨਹੀਂ, ਇੱਕ ਚੀਜ਼ ਮੈਂ ਕਰਨੀ ਹੀ ਨਹੀਂ। ਇਹ ਨਹੀਂ ਕਿ ਮੈਂ ਤੁਹਾਨੂੰ ਛੱਡ ਕੇ ਕਿਤੇ ਹੋਰ ਕਰਨਾ, ਮੈਂ ਇਹ ਕਰਨਾ ਹੀ ਨਹੀਂ, ਮੈਂ ਕੰਮ ਹੀ ਨਹੀਂ ਕਰਨਾ। ਥੋੜਾ ਜਿਹਾ ਮੈਂ ਜਜ਼ਬਾਤੀ ਹੋ ਗਿਆ, ਯਾਰ ਤੂੰ ਇਸ ਤਰ੍ਹਾਂ ਮੈਂ ਬੰਦ ਕਰਤਾ। ਮੈਨੂੰ ਮਾਲਕ ਦਾ ਫੋਨ ਆਇਆ, ऑनर ਦਾ। क्या हुआ सजाद? मैं कहा सर बस मैं कहा सर ये बात है। मैं कहा क्यों एवं? मैं कहा इतना टैलेंट क्या करना जब मेरे बच्चे, मेरा घर ही नहीं है, तो मैंने क्या करना टैलेंट? नहीं तुम सुबह आओ मेरे पास। मैं कहा सर मैं कह रहा हूँ ना आओ। उन्होंने ऑनर सी, मैं नहीं कर सके, मैं अगले दिन उत्थे। हुण मैं जेहन च बनाया कि मैं जवाब देना, मैं ऑनर की रिस्पैक्ट तो करदा, मैं रखनी है रिस्पैक्ट, लेकिन मैं काम नहीं करना। ਹੁਣ ਗੇਮ ਆਈ ਪਈ ਆ, 2000 5000 7000 ਵੀ ਹੈ ਨਹੀਂ, ਸਿਗਟਾਂ ਦੇ ਪੈਸੇ ਵੀ ਹੈ ਨਹੀਂ, ਕਰਜ਼ਾ ਵੀ ਚੜਿਆ। ਉਸ ਨਾਰਕਲੀ 'ਚ ਰੋਟੀ ਵਾਲੇ ਦੇ ਮੈਂ ਅੱਜ ਵੀ ਮੇਰੇ ਖਿਆਲ ਪੈਸੇ ਦੇਣੇ, ਮੈਨੂੰ ਯਾਦ ਆ ਗਿਆ। ਠੀਕ ਹੈ ਜੀ। ਚਾਹ ਵਾਲਾ ਚਾਹ ਨਹੀਂ ਦੇ ਰਿਹਾ, ਰੋਟੀ ਵਾਲਾ ਜੇ ਆ ਵੀ ਗਿਆ ਕੋਈ ਮਹਿਮਾਨ ਤੇ ਉਹਦੇ ਨਾਲ ਪਤਾ ਨਹੀਂ ਕੀ ਤਰਲੇ ਮਿੰਨਤਾਂ ਕਰਕੇ ਜਾ ਕੇ ਰੋਟੀ ਲਿਆਂਦੀ। ਇਹ ਆਲਮ ਹੋਇਆ ਪਿਆ। ਇਸ ਕੰਡੀਸ਼ਨ 'ਚ ਮੈਂ ਜਵਾਬ ਦਿੱਤਾ। ਅਗਲੇ ਦਿਨ ਮੈਂ ਲਾਹੌਰ ਗਿਆ, ਮੈਨੂੰ ਕਹਿੰਦਾ ਕਿਆ ਮਸਲਾ ਹੈ? ਮੈਂ ਕਿਹਾ ਜੀ ਇਹ ਮਸਲਾ ਹੈ। क्या कहते हो? मैं कहा मैं लाख रुपये लेना महीने का, मैं कोई पर प्रोग्राम नहीं लेना, मैं इत्थे आ जाना तुहाडे कोल, लाख रुपये महीना दे दो। अच्छा हुण मैं लाख रुपये इस तो मंगया कि जिहड़ा बंदा 30,000 दे रहा है, 28,000 दे रहा 4 प्रोग्रामां दा, वो 28 ਦਾ 56 कर दूगा, ਲੱਖ ਤੇ नहीं ना करूगा। तो मैंने जवाब दूगा तो मैं घर नूं जाऊँगा। मैंने कहते ठीक है 80,000 रुपये ले ले। हुण 80,000 रुपया फरीद साहब, एक तो ना डूबने वाले को तिनके का नहीं, डूबने वाले को बहरी जहाज का सहारा ही बहुत। समझ आ रही ना गल? वो पूरा दरख्त सी कि जेड़ा बंदा 28,000 ते मैनेज कर रहा, 28 भी नहीं सी हुंदा, 2-3 प्रोग्राम मैं देना सी, उन्होंने 80,000 रुपया, रैश भी, खाना भी, सारा कुछ उत्थे। मैं कहा डन, ठीक है जी। उत्थे मैं करन लग पिया काम। हुण आया मैं वैसे ही लाहौर, ते मैं उत्थे काम शुरू कर दिता है। ਪਿੱਛੋਂ ਪਤਾ ਨਹੀਂ ਕੀ ਹੁੰਦਿਆ ਤੇ ਕੀ ਨਹੀਂ, ਤੇ ਮੈਂ ਸ਼ੁਰੂ ਕਰਤਾ। ਤੇ ਹੁਣ ਮੈਨੂੰ ਅਗਲੇ ਦਿਨ 10,000 ਰੁਪਏ ਦੀ ਲੋੜ। ਹੁਣ ਘਰ ਤੇ ਦੇਣੇ ਸੀ ਨਾ ਪੈਸੇ, ਉਹ ਸਾਰਾ ਕਿਰਾਇਆ, ਦੁੱਧ, ਇਹ ਵਰ ਜੀ। ਤੇ ਮੈਂ ਵੈਸੇ ਹੀ ਨਾਰਕਲੀ ਵਾਲੇ ਦਫ਼ਤਰ ਨੂੰ ਇੰਜ ਕੁੰਡੀ ਲਾ ਕੇ ਆਇਆ, ਤੇ ਮੈਂ ਉੱਥੇ ਜੌਬ ਤੇ ਆ। ਤੇ ਉਹ ਨਦੀਮ ਅਕਾਊਂਟੈਂਟ ਸੀ, ਬੜਾ ਅੱਛਾ, ਹਾਲੇ ਵੀ ਉੱਥੇ ਹੀ ਹੈ। ਉਹਨੂੰ ਮੈਂ ਕਿਹਾ ਯਾਰ ਮੈਂ ਨਾ, ਮੈਨੂੰ 10,000 ਰੁਪਏ ਐਡਵਾਂਸ ਦੇ ਦੇ। ਅਗਲੇ ਦਿਨ ਹੀ ਉਹ ਕਹਿੰਦਾ ਸਜਾਦ ਸਾਹਿਬ ਇਸ ਚੈਨਲ ਤੇ ਸੈਲਰੀ 1 ਘੰਟਾ ਲੇਟ ਨਹੀਂ ਹੁੰਦੀ, ਐਡਵਾਂਸ ਅਸੀਂ ਨਹੀਂ ਦੇਈਦਾ, ਸਾਡਾ ਰੂਲ ਆ, सैलरी नहीं लेट होंगी। मैं क्या यार, चला गया वो उस्ताद जी 1 1:30 2 बजे 3 बजे ना तहज्जुद दी जान हुई। तो मैनू इंज लगे कि यार मैं की करना। मैं सामने वाशरूम वजू किया, तहज्जुद दी नमाज पढ़ी, थोड़ा जिहा रोया रब अगे, तो मैं सोफे ते सौ गया। सोफा सी 2 सीटर, शायद मैं अगे भी दस्सिया जो मैं चूहे वाली गल समझी। 2 सीटर सोफा सी, ਉਹਦੇ 'ਚ ਮੇਰਾ ਇਹ ਧੜ ਤੇ ਆਉਂਦਾ ਸੀ, ਇਹ ਵੀ ਲੱਤਾਂ ਉਹਦੀ ਢੋਹ ਤੇ ਹੁੰਦੀਆਂ ਸੀ, ਸਿਰ ਵੀ ਉਹਦੀ ਢੋਹ ਤੇ ਹੁੰਦਾ ਸੀ, ਤੇ ਸੌਣਾ ਐਵੇਂ ਕੰਮ ਨਹੀਂ ਹੈਗਾ ਉੱਥੇ। ਕੋਈ ਬੈੱਡ, ਕੋਈ ਚਾਰਪਾਈ, ਕੁਛ ਨਹੀਂ ਸੀ ਥੱਲੇ। ਮੈਂ ਸੌਂਦਾ ਨਹੀਂ ਸੀ। ਉਹ ਚੂਹੇ ਮੈਂ ਦੇਖ ਲਏ, ਮੈਂ ਕਿਹਾ ਮੈਂ ਨਹੀਂ ਸੌਣਾ, ਠੀਕ ਹੈ ਨਾ, ਇਹ ਮੈਜ਼ੀਅਤ। ਤੇ ਉਹ ਸੌਣਾ ਸਾਰੀ ਰਾਤ, ਤੁਸੀਂ ਹਰ 10-10 ਮਿੰਟ ਬਾਅਦ ਤੁਸੀਂ ਤੁਹਾਡੀ ਅੱਖ ਖੁੱਲੀ ਜਾ ਰਹੀ, ਉਹ ਇੰਜ ਟੋਇਆ ਟੈਪ ਜਿਹਾ ਬਣਿਆ ਹੁੰਦਾ ਸੀ। ਠੀਕ ਹੋ ਗਿਆ। ਮੇਰੇ ਕੋਲ ਇੰਨੇ ਪੈਸੇ ਨਹੀਂ ਸੀ, ਮੈਂ ਮੰਜੀ ਆਪਣੀ ਲੈ ਆਵਾਂ। ਮੈਂ ਉਹ ਤਹੱਜੁਦ ਦੀ ਨਮਾਜ਼ ਪੜ੍ਹੀ, ਰੱਬ ਅੱਗੇ ਦੁਆ ਕੀਤੀ, ਮੈਂ ਸੌਂ ਗਿਆ। ਮੇਰੀ ਇੰਜ ਕਰਕੇ ਕਿਸੇ ਨੇ ਉਠਾਇਆ ਸੁਬਾਹ 9:30 10 ਵਜੇ, ਤੇ ਮੇਰੀ ਅੱਖ ਖੁੱਲੀ ਤੇ ਨਦੀਮ ਤੇ ਇੰਜ 10,000 ਰੁਪਏ ਮੇਰੇ ਅੱਗੇ, ਯਾਨੀ ਮੇਰੀ ਅੱਖਾਂ ਦੇ ਅੱਗੇ ਨਾ 10,000 ਰੁਪਏ ਫੜ। ਤੇ ਮੈਂ ਇੰਜ ਘੁੱਟ ਕੇ ਤੇ ਮੈਂ ਫੜਿਆ, ਤੇ ਮੈਂ ਕਿਹਾ ਆਹ ਲੈ ਫੜ। ਕਹਿੰਦਾ ਮੈਂ ਤੈਨੂੰ ਕੋਲੋਂ ਦੇ ਦਿੱਤਾ। ਅੱਛਾ ਹੁਣ ਉਹਨੇ ਨਹੀਂ ਦਿੱਤਾ, ਉਹਨੇ ਕਿੰਨੇ ਨੇ ਕੀ ਦਿੱਤਾ, ਉਹਨੇ ਕਿਹਾ ਚੱਲ ਦੇ ਕੇ ਆ। ਸਮਝ ਆ ਰਹੀ? ਉਹ ਤੇ ਏਦਾਂ ਮੈਨੂੰ ਸਟਿਕ ਕਹਿ ਕੇ ਗਿਆ ਕਿ ਭਾਈ ਅਸੀਂ 1 ਰੁਪਈਆ ਧਾਰਾ ਨਹੀਂ ਦੇਈਦਾ। ਉਹ ਗਿਆ, ਤਰਸ ਉਦੋਂ ਵੀ ਤੇ ਮੈਂ ਹੀ ਸੀ। ਤੇ ਸਵੇਰੇ ਉਹਨੂੰ ਕਿੰਨੇ ਜ਼ੋਰ ਪਾਇਆ ਕਿ ਚੱਲ ਓਏ ਦੇ ਕੇ ਆ, ਤੇ ਉਹ 10,000 ਰੁਪਏ ਲੈ ਗਿਆ। ਕਹਿੰਦਾ ਲੈ ਫੜ। ਉਹ ਮੈਂ ਘਰ ਭੇਜਿਆ, ਪੂਰਾ ਮਹੀਨਾ ਉੱਥੇ ਵਾਪਸ ਹੀ ਨਹੀਂ ਆਇਆ। 80,000 ਰੁਪਇਆ ਮਿਲਿਆ, ਉਹ 'ਚੋਂ 10 ਉਹਨੇ ਕੱਟ ਕੇ 70 ਦਿੱਤਾ,
70 ਲੈ ਕੇ ਗਿਆ, ਕੁਝ ਸਾਹ ਨਿਕਲਿਆ। ਅਗਲੇ ਮਹੀਨੇ ਫਿਰ 80 ਮਿਲਿਆ, ਕੁਝ ਸਾਹ ਨਿਕਲਿਆ। ਅਗਲੇ ਮਹੀਨੇ ਫਿਰ 80 ਮਿਲਿਆ, ਕੁਝ ਸਾਹ ਨਿਕਲਿਆ। ਫਿਰ ਮੇਰੇ ਲਾਹੌਰ ਦੋਸਤ ਸੀ ਯਾਸਰ, ਰਾਣਾ ਯਾਸਰ, ਉਹਦਾ ਅੱਲਾ ਭਲਾ ਕਰੇ, ਉਹਨੇ ਬੜਾ ਸਾਥ ਦਿੱਤਾ ਯਾਰ। ਉਸ ਬੰਦੇ ਨੇ ਮੈਨੂੰ 1 ਮਹੀਨਾ ਤਨਖਾਹ ਨਹੀਂ ਨਾ ਮਿਲੀ। 1 ਮਹੀਨਾ ਉਹਨੇ ਮੈਨੂੰ ਰਾਤ ਨੂੰ ਉਹ ਰੋਟੀ ਖਵਾਈ ਦੀ ਆ ਜਿਹੜੀ ਕਦੀ ਕਿਤੇ ਸਪੈਸ਼ਲ ਗੈਸਟ ਨੂੰ ਨਹੀਂ ਖਵਾਈ ਦੀ। ਉਹਨੇ ਮੈਨੂੰ ਰੋਜ਼ ਉਹ ਖਵਾਈ ਉਸ ਕੈਟਾਗਰੀ ਦੀ, ਯਾਸਰ ਨੇ। ਬੜੀ ਗੱਲ। ਮੋਟਰਸਾਈਕਲ ਮੈਂ ਲੈ ਕੇ ਗਿਆ ਸੀ ਤੇ ਉਹ ਚੱਲਦੀ ਨਹੀਂ ਸੀ, ਉਹਨੇ ਠੀਕ ਕਰਾਈ। ਆਉਣ ਜਾਣ ਦਾ ਕਿਰਾਇਆ ਤੱਕ, ਮਤਲਬ ਅਗਰ ਕਿਤੇ ਲੋਡ ਜਾਣਾ ਉਹਨਾਂ ਨੇ ਉਹ ਦੇ ਦੇਣਾ। ਯਾਨੀ ਉਹਨੇ ਇਸ ਤਰ੍ਹਾਂ ਬੜੀ ਗੱਲ ਭਾਈ। ਉਹ ਐਡਾ ਯਾਰ ਆ ਮੇਰਾ। ਉੱਥੋਂ ਫਿਰ 5 ਸਾਲ ਮੈਂ ਉਹਨਾਂ ਨੂੰ ਨਹੀਂ ਕਿਹਾ ਮੇਰੀ ਤਨਖਾਹ ਵਧਾਓ। 5 ਸਾਲ ਮੈਂ ਚਾਚਾ ਬੂਟਾ ਕਰਦਾ ਰਿਹਾ। 4-5 ਸਾਲ ਬਾਅਦ ਮੈਨੂੰ 7 ਨਿਊਜ਼ ਤੋਂ ਫੋਨ ਆਇਆ, ਆ ਜਾਓ ਜੀ। ਮੈਂ ਕਿਹਾ ਹੁਣ ਮੈਨੂੰ ਇਹ ਲੱਗ ਰਿਹਾ ਸੀ ਕਿ ਯਾਰ ਨਾ ਸਾਹਮਣੇ ਆਉਣਾ ਚਾਹੀਦਾ ਮੈਨੂੰ। ਹਾਂਜੀ, ਡੱਬਿੰਗ ਮੇਰਾ ਕੋਈ ਨਹੀਂ ਚੱਕਰ ਹੈਗਾ, ਪਤਾ ਨਹੀਂ ਸੀ ਕੌਣ। ਹਾਂ ਮੈਂ ਇਸ ਤਰ੍ਹਾਂ 80,000 ਨਾ ਲੱਖ ਹੋ ਜਾਏਗਾ, 1.5 ਹੋ ਜਾਏਗਾ, ਮੈਂ ਘਰ ਨਹੀਂ ਲੈ ਸਕਦਾ, ਮੈਂ ਗੱਡੀ ਨਹੀਂ ਲੈ ਸਕਦਾ, ਇੰਨੇ ਕੁ 'ਚ ਰਵਾਂਗਾ ਮੈਂ। ਡੱਬਿੰਗ ਮੇਰਾ ਫੇਸ ਆਵੇ ਯਾਰ। ਮੈਨੂੰ 7 ਨਿਊਜ਼ ਤੋਂ ਬੁਲਾਇਆ ਕਿਸੇ ਨੇ, ਮੈਂ ਗਿਆ ਯਾਰ ਇੱਕ ਪ੍ਰੋਗਰਾਮ ਦੇ ਸਾਨੂੰ। ਮੈਂ ਕਿਹਾ ਜੀ ਮੈਂ ਠੀਕ ਹੈ, ਇਸ ਤਰ੍ਹਾਂ ਕਰ, ਕੋਈ 25-30 ਮਿੰਟ ਦਾ ਪ੍ਰੋਗਰਾਮ ਬਣਾ, ਉਹਦੇ 'ਚ ਤੂੰ ਆਹ ਕਰ, ਕੋਈ ਉਹਦੇ 'ਚ ਡੱਬਿੰਗ ਪਾ, ਕੋਈ 'ਚ ਇਸ ਤਰ੍ਹਾਂ ਕਰ। ਜਿੱਥੋਂ ਇਹ ਸਜਾਦ ਜਾਨੀ ਬਣਿਆ ਹੁਣ ਤੁਹਾਨੂੰ ਮੈਂ ਉਹ ਦੱਸਣ ਲੱਗਾ, ਸ਼ੁਰੂ ਹੋਣ ਲੱਗਾ। ਉਦੋਂ ਕੱਲਾ ਸਜਾਦ ਸੀ, ਜਾਨੀ ਲਫ਼ਜ਼ ਨਹੀਂ ਸੀ ਹੈਗਾ ਨਾਲ। ਲਓ ਜੀ ਸਰ, ਉਹ ਨਾ ਫੈਸਲ ਸਾਹਿਬ ਯਾਦ ਹੈ ਮੈਨੂੰ, ਤਵੱਜੋ, ਅਲਹਮਦੁਲਿਲਾ। ਲਓ ਜੀ ਉਹ ਨਾ, ਮੈਂ ਕਿਹਾ ਯਾਰ ਮੈਨੂੰ ਨਾ ਤੂੰ 40,000 ਰੁਪਏ ਦੇ ਦੇ। ਨਹੀਂ ਕਹਿੰਦਾ ਮੈਂ 25,000 ਤੋਂ 1 ਰੁਪਈਆ ਵੱਧ ਨਹੀਂ ਦੇਣਾ। ਲੇਕਿਨ ਕੈਮਰਾ ਮਿਲ ਰਿਹਾ ਸੀ। ਮੈਂ ਕਿਹਾ ਠੀਕ ਆ, ਹੁਣ 25,000 'ਚ ਕਰਨਾ ਕੀ ਹੈ? ਕੈਮਰੇ ਵੀ ਮੇਰੇ, ਐਡੀਟਰ ਵੀ ਮੇਰਾ, ਆਰਟਿਸਟ ਵੀ ਮੇਰੇ, ਐਡੀਟਿੰਗ ਮੈਂ ਕਰਕੇ ਥਾਲੀ 'ਚ ਪ੍ਰੋਗਰਾਮ ਰੱਖ ਕੇ ਉਹਨਾਂ ਨੂੰ ਇੰਜ ਦੇਣਾ 25,000 ਰੁਪਏ 'ਚ। ਅਤੇ ਉੱਤੇ ਖਰਚਾ ਕਿੰਨਾ ਆ ਰਿਹਾ? 5,000 ਰੁਪਇਆ ਮੈਂ 25,000 'ਚੋਂ 5,000 ਰੁਪਇਆ ਐਡੀਟਰ ਸਾਹਿਬ ਨੂੰ ਦਿੰਦਾ ਸਾਂ, ਅਤੇ ਕੈਮਰੇ ਲੈਣਾ ਸਾਂ 1-2। ਇੱਕ ਮੇਰੇ ਦੋਸਤ ਸੀ ਬਾਹਰ, ਇਕਬਾਲ ਸਾਹਿਬ, ਉਹਨਾਂ ਨੇ ਇੱਕ ਕੈਮਰਾ ਅੱਜ ਵੀ ਮੇਰੇ ਕੋਲ ਆ, ਉਹਨਾਂ ਨੇ ਕੈਮਰਾ ਭੇਜਤਾ। ਫਿਰ ਆਰਟਿਸਟ ਹੋਣੇ, ਉਹਨਾਂ ਨੂੰ ਖਾਣਾ ਛਾਣਾ ਜਾਂ ਕੋਈ 1,000 500 ਉਹਨਾਂ ਨੂੰ ਵੀ ਦੇਣਾ। ਮੈਂ ਪਹਿਲਾ ਸ਼ੋਅ ਕੀਤਾ। ਅੱਛਾ ਹੁਣ ਮੈਂ ਰੋਡ ਸ਼ੋਅ ਨਹੀਂ ਸੀ ਕਰਨਾ, ਮੈਂ ਕਿਹਾ ਮੈਂ ਸਿਰਫ ਡਬਿੰਗ ਕਰਾਂਗਾ ਅਤੇ ਫੇਸ ਇਹ ਜਿਹੜਾ ਮੈਂ ਆਉਣਾ ਨਾ, ਇਹ ਨਹੀਂ ਮੈਨੂੰ ਲੱਗ ਰਿਹਾ ਕਿ ਵੀ ਮੈਂ ਰੋਡ ਸ਼ੋਅ 'ਤੇ ਆਵਾਂ, ਮੈਂ ਕਿਤੇ ਹੋਰ ਆ ਜਾਵਾਂਗਾ। ਲੇਕਿਨ ਸਟਾਰਟ ਮੈਂ ਕਿਸੇ ਕੋ ਕਰਾਉਣਾ। ਮੈਂ ਸਿਕੰਦਰ ਭੱਟ ਸਾਹਿਬ ਮੇਰੇ ਯਾਰ ਸੀ, ਮੈਂ ਕਿਹਾ ਉਹ ਫੈਸਲਾਬਾਦ ਰੋਡ ਸ਼ੋਅ ਕਰਨਾ ਤੁਸੀਂ। ਉਹ ਆ ਗਏ ਝਾਲ, ਤੇ ਪਹਿਲੀ ਵਾਰੀ ਲਾਈਫ 'ਚ ਉਹਨਾਂ ਨੂੰ ਮੈਂ ਮਾਈਕ ਫੜਾਇਆ। ਰਾਜਾ ਵੀ ਉੱਥੇ ਸੀ, ਸਾਰੇ ਉੱਥੇ ਸੀ। ਮੈਂ ਕਿਹਾ ਭੱਟ ਸਾਹਿਬ ਹੈ ਲਾਲਾ ਜੀ, ਉਹ ਉੱਥੇ ਬੈਠੇ ਸੀ। ਮੈਂ ਕਿਹਾ ਭੱਟ ਸਾਹਿਬ ਤੁਸੀਂ ਇਹਨਾਂ ਨਾਲ ਜ਼ਰਾ ਛੇੜਖਾਨੀ ਕਰਨੀ, ਅਸੀਂ ਉਹਨੂੰ ਰਿਕਾਰਡ ਕਰਨਾ। ਹੁਣ ਭੱਟ ਬੈਠਾ, ਮੈਂ ਨਹੀਂ ਕਰਨਾ। ਮੈਂ ਚੱਪਲ ਜੀ ਪਾਈ ਹੈ, ਸਿਰ 'ਤੇ ਟੋਪੀ ਜੀ ਲਈ ਹੈ, ਮੈਂ ਗਿਆ ਹੀ ਨਹੀਂ ਇਸ ਚੱਕਰ 'ਚ ਕਿ ਮੈਂ ਸਾਹਮਣੇ ਆਉਣਾ। ਮੈਂ ਪਿੱਛੇ ਖੜਾ ਦੱਸ ਰਿਹਾ ਕਿ ਭੱਟ ਸਾਹਿਬ ਹੈ ਕਹੋ। ਉਹ ਪੈ ਗਏ ਭੱਟ ਨੂੰ ਸਮਝ ਨਾ ਲੱਗੇ। ਉਹ ਫੈਸਲਾਬਾਦ ਦੀ ਉੱਤੋਂ ਝਾਲ, ਤੇ ਭੱਟ ਵਿਚਾਰਾ ਇੱਕ ਭੱਟ ਉੱਤੋਂ ਚੌਲ ਖਾਓ, ਠੀਕ ਹੈ ਨਾ, ਤੇ ਉੱਤੋਂ ਰਖਤੀ ਫੈਸਲਾਬਾਦ ਦਾ, ਉੱਤੋਂ ਉਸ ਝਾਲ ਦਾ। ਤੇ ਹੁਣ ਮੈਨੂੰ ਬਾਹਰ ਖਲੋਤੇ ਆਮਦ ਹੋਈ ਜਾ ਰਹੀ, ਤੇ ਮੈਂ ਭੱਟ ਆ ਨਹੀਂ। ਮੈਂ ਕਿਹਾ ਭੱਟ ਐਵਰੇ ਫੜਾ ਮਾਈਕ, ਇੱਥੇ ਖਲੋ ਕੇ ਵੇਖ 2 ਮਿੰਟ। ਲਓ ਜੀ ਉਹ ਮੈਂ ਮਾਈਕ ਫੜਿਆ ਪਹਿਲੀ ਵਾਰੀ। ਗੈਰ ਇਰਾਦਾ ਤੌਰ ਤੇ ਮੈਂ ਇਰਾਦਤਨ ਰੋਡ ਸ਼ੋਅ ਨਹੀਂ ਸੀ ਕਰਨ ਲੱਗਾ, ਮੈਂ ਭੱਟ ਨੂੰ ਕਰਾਉਣਾ ਸੀ। ਅੱਜ ਵੀ ਜਿੰਦਾ ਜਾਗਦਾ ਵਾ, ਲੋਕਾਂ ਨੂੰ ਵੀ ਪਤਾ। ਫਿਰ ਮੈਂ ਬੈਠਾ, ਫਿਰ ਮੈਂ ਪੈਂਦੇ ਸੱਟੇ ਕਿਹਾ ਕਿ ਭਾਈ 1,24,000 1 ਲੱਖ ਕਿੰਨਾ ਹਜ਼ਾਰ 68,000 1,68,000 ਰੁਪਇਆ ਹਰ ਪਰ ਇੱਕ ਪਾਕਿਸਤਾਨੀ ਦਾ ਕਰਜ਼ਾ ਲਿਆਓ, ਦੇ ਦਿਓ ਆਪਣਾ, ਤੇ ਤੁਸੀਂ ਦਿਓ ਨਾ। ਉੱਥੋਂ ਫਿਰ ਭੱਟ ਨੇ ਜਦੋਂ ਉਹਨੇ ਲਾਲੇ ਨੇ ਕਿਹਾ ਓਏ ਅਸੀਂ ਨਹੀਂ ਦੇਣਾ, ਚੱਲ ਆਏ। ਤੇ ਉਹਨੇ ਵੀ ਕਿਹਾ ਮੈਂ ਕਿਹਾ ਪੁੱਲ ਨਹੀਂ ਬਣਾਇਆ, ਤੇ ਉਹ ਮੁੰਨੇ ਨੇ ਕਿਹਾ ਤੂੰ ਮੈਂ ਪੁੱਲ ਉੱਤੇ ਲੈ ਕੇ ਸੌਣਾ। ਇਹ ਸ਼ੁਰੂ ਹੋਇਆ ਸਫ਼ਰ ਮੇਰਾ ਕੈਮਰੇ ਦਾ, ਗੈਰ ਇਰਾਦੀ ਤੌਰ ਤੇ। ਏਦਾਂ ਹੀ ਉਹਦੇ ਚੱਕਰ ਦੇ ਵਿੱਚ ਉਹ ਸ਼ੋਅ ਗਿਆ, ਦੂਜਾ ਸ਼ੋਅ ਗਿਆ, ਤੀਜਾ ਸ਼ੋਅ। ਹੁਣ ਅਗਲੀ ਗੱਲ ਸੁਣ, ਉਸ ਰੱਬ ਦੀ ਕਰਮ ਨਵਾਜ਼ੀ ਚੈੱਕ ਕਰ। ਚਾਚਾ ਬੂਟਾ ਮੈਂ ਕਰ ਰਿਹਾ, ਇਹ ਵੀ ਨਾਲ ਕਰ ਰਿਹਾ। ਉੱਥੋਂ 80,000 ਰੁਪਇਆ ਸੈਲਰੀ ਮਿਲ ਰਹੀ ਹੈ, ਇੱਥੋਂ ਜਿਹੜਾ 25,000 ਰੁਪਇਆ ਮਿਲ ਰਿਹਾ ਉਹ 25 ਖਰਚਿਆ ਜਾ ਰਿਹਾ, ਉਹ 'ਚੋਂ ਕੁਛ ਨਹੀਂ ਬਚ ਰਿਹਾ। ਮੈਨੂੰ ਕੋਹੇਨੂਰ ਦੇ ਜਿਹੜੇ ਓਨਰ ਸੀ, ਅੱਛਾ ਉਹਨਾਂ ਨੇ ਕਿਹਾ ਯਾਰ ਤੂੰ ਸਾਡੇ ਕੋਲ ਜੋਬ ਕਰ ਰਿਹਾ ਤੇ ਤੂੰ ਇਹ ਸ਼ੋਅ ਇੱਧਰ ਕਰ। ਤੇ ਮੈਂ ਕਿਹਾ ਜੀ ਮੈਂ ਤੁਹਾਡੇ ਕੋਲ ਚਾਚਾ ਬੂਟਾ ਕਰ ਰਿਹਾ, ਡੱਬਿੰਗ ਕਰ ਰਿਹਾ। ਉਹਨਾਂ ਦੇ ਨਾਲ ਮੈਂ ਹੁਣ ਸਕਰੀਨ 'ਤੇ ਹੋਣਾ ਸੀ, ਤੇ ਮੈਂ ਇਸ ਉਹਨਾਂ ਦੇ ਨਾਲ ਗੱਲਬਾਤ ਕੀਤੀ, ਅਤੇ ਲਿਹਾਜ਼ਾ ਮੈਂ ਨਹੀਂ ਉਹਨਾਂ ਨੂੰ ਜਵਾਬ ਦੇਣਾ। ਮੇਰੀ ਹੁਣ ਉਹਨਾਂ ਨਾਲ ਇੱਕ ਡੀਲ ਹੋ ਗਈ, ਇੱਕ ਮਾਰਕੀਟ ਹੈ ਨਾ, ਮਾਰਕੀਟ 'ਚ। ਖੈਰ ਉਹਨਾਂ ਨੇ ਕੁਛ ਨਹੀਂ ਕਿਹਾ। 20-25 ਦਿਨ ਲੰਘੇ ਨੇ, ਚਾਚਾ ਬੂਟਾ ਡੈਥ। ਤੂੰ ਉਹਦਾ ਸਰਕਲ ਚੈੱਕ ਕਰਕੇ ਉਹਨੇ ਮੈਨੂੰ ਚਾਚੇ ਬੂਟੇ ਦੇ ਫੌਤ ਹੋਣ ਤੋਂ 20 ਦਿਨ ਪਹਿਲੇ ਕਿੱਧਰ ਫਿੱਟ ਕਰਾਇਆ। ਸਮਝ ਆ ਰਹੀ? ਜਦੋਂ ਉਹ ਫੌਤ ਹੋ ਗਿਆ, ਮੇਰਾ ਉੱਥੇ ਕੰਮ ਹੀ ਮੁੱਕ ਗਿਆ, 80,000 ਵੀ ਖਤਮ ਹੋ ਗਿਆ। ਹੁਣ ਮੈਂ ਰਹਿ ਗਿਆ ਸਿਰਫ 25,000 ਰੁਪਏ ਸ਼ੋਅ 'ਤੇ, ਜਿਹਦੇ 'ਚੋਂ ਮੈਨੂੰ 2-3 ਹਜ਼ਾਰ ਰੁਪਇਆ ਬਚ ਰਿਹਾ।
ਮੈਂ ਜ਼ੀਰੋ ਹੋ ਗਿਆ, ਠੀਕ ਹੋ ਗਿਆ, ਲੇਕਿਨ ਮੈਂ ਉਹ ਸ਼ੋਅ ਨਹੀਂ ਛੱਡਿਆ। 7 ਨਿਊਜ਼ ਤੇ ਕਰੋਮਾ ਲਾ ਕੇ ਵੀ ਕੰਮ ਕਰਨਾ, ਉਹਦੇ 'ਚ ਕਰੋਮੇ ਤੇ ਵੀ ਸਕ੍ਰਿਪਟਰ ਵੀ ਲਿਖਣਾ, ਉਹਦੇ 'ਚ ਡੱਬਿੰਗ ਵੀ ਕਰਨੀ, ਉਹਦੇ ਵਿੱਚ ਰੋਡ ਸ਼ੋਅ ਵੀ ਕਰਨਾ, ਉਹ ਵੀ ਐਡਿਟ ਕਰਨਾ, 5-7 ਚੀਜ਼ਾਂ ਦੀ 24,000 'ਚ ਕਰਨੀ ਆ। ਆਰਟਿਸਟਾਂ ਨੂੰ ਵੀ ਜਿੰਨਾ ਮਤਲਬ 10-10 5-5 ਹਜ਼ਾਰ ਨਹੀਂ 2-2 3-3 ਹਜ਼ਾਰ ਦਿੰਦਾ ਰਿਹਾ, 1500 ਦੇਤਾ, 1000 ਦੇਤਾ, ਠੀਕ ਹੈ। ਅੱਛਾ ਉਹ 7 ਨਿਊਜ਼ ਤੇ ਮੈਂ ਜਿਹੜੇ ਸ਼ੋਅ ਕੀਤੇ ਨਾ, ਕੋਈ 30 35 40 50 ਜਿੰਨੇ ਵੀ, ਉਹਦੇ ਵਿੱਚ ਉਹਨਾਂ ਨੇ ਪੈਸੇ ਰੋਕ ਲਏ, ਕੋਈ ਉਹਨਾਂ ਦੀ ਪ੍ਰੋਬਲਮ ਬਣ ਗਈ ਹੈ। ਕੱਲ 3-3.5 ਲੱਖ ਰੁਪਈਆ ਮੇਰਾ 7 ਨਿਊਜ਼ ਵੱਲ ਹੋ ਗਿਆ। 25,000 ਰੁਪਏ ਦਾ ਸ਼ੋਅ, ਮਹੀਨੇ ਦੇ 4 ਸ਼ੋਅ, ਲੱਖ ਰੁਪਏ ਦੇ 3.5 ਦਾ ਮਤਲਬ ਆ 3.5 ਮਹੀਨੇ ਮੇਰਾ 80 ਵੀ ਰੁਕਿਆ ਵਾ, ਤੇ ਅੱਗੋਂ 3.5 ਮਹੀਨੇ ਲੰਘ ਗਏ ਤੇ ਮੈਂ 6-7 ਲੱਖ ਤੇ ਫਿਰ ਥੱਲੇ ਆ ਗਿਆ। ਕਿਉਂਕਿ ਜਦੋਂ 80,000 ਰੁਪਏ ਸੈਲਰੀ ਸੀ ਨਾ, ਉਦੋਂ ਮੇਰੀ ਥੋੜੀ ਜੀ ਖਰਚਣਾ ਵੀ ਵੱਧ ਗਿਆ ਸੀ। ਨਹੀਂ ਵੱਧ, ਲਾਈਫ ਸਟਾਈਲ ਵੀ ਥੋੜਾ ਵੱਧ ਗਿਆ ਸੀ। 6-7 ਲੱਖ ਕਰਜ਼ਾ ਚੜ ਗਿਆ। ਜਦੋਂ 3.5 ਲੱਖ 3.25 ਲੱਖ ਮੇਰਾ ਹੋ ਗਿਆ ਨਾ 7 ਨਿਊਜ਼ ਵੱਲ, ਮੈਂ ਕਿਹਾ ਸਰ ਬਸ ਮੇਰੀ ਹੁਣ ਬੱਸ ਹੋ ਗਈ, ਠੀਕ ਹੋ ਗਿਆ ਜੀ। ਮੈਂ ਫੈਸਲਾ ਘਰੇ ਹੀ ਬਹਿ ਗਿਆ, ਕੁਛ ਨਹੀਂ ਕਰ ਰਿਹਾ ਇੰਨਾ ਖਾਸ ਕੁਛ। 41 ਤੋਂ ਮੈਨੂੰ ਫੋਨ ਆਇਆ, ਸਿਟੀ 41 ਤੋਂ। मैं सिटी 41 ਤੇ ਗਿਆ फैसलाबाद। अली भाई मेरा बड़ा अच्छा दोस्त, यार कुछ करते हैं ये वो, उत्थे से 1-2 प्रोग्राम किए, नहीं समझ आए। 24 न्यूज़ उन्हें मैंने बुला लिया। हुण ज़हन च रखी 80,000 रुपया मुक गया वा, 4 महीने हो गए ने, 4 महीने च 5-7 लाख उत्ते चढ़ गया वा। तो मैं किस तलाश च कि 80 मिल जाए, 70 मिल जाए, 50,000 ते कोई रख लवे। मैं इस चक्कर च अगों दी की हिसाब ला तो 24 न्यूज़ ਤੇ चला गया। मोहसिन नकवी साहब, अल्लाह उन्होंने जिंदगी करे, उन्होंने कहा यार ये इसको करें, पता इसको पुछो। मैं गया तो ਜਿਹੜੇ ਜਿਨ੍ਹਾਂ ਨਾਲ ਮੇਰੀ ਗੱਲ ਹੋਈ, ਅਕਾਊਂਟੈਂਟ ਜਿਹੜੇ ਸੀ ਜਿਨ੍ਹਾਂ ਨੇ ਮੈਨੂੰ ਹਾਇਰ ਕੀਤਾ, ਮਤਲਬ ਜਿਹੜੇ ਬੰਦੇ ਹੁੰਦੇ ਨੇ, ਹਾਂਜੀ ਕਿੰਨੇ ਪੈਸੇ ਲੈਣੇ ਆ? ਮੈਂ ਕਿਹਾ 5 ਲੱਖ ਰੁਪਏ ਮਹੀਨੇ ਦਾ। ਅੱਛਾ 5 ਲੱਖ ਰੁਪਏ ਫੌਰਨ ਤਬੀਅਤ ਖਰਾਬ। ਹਾਂਜੀ, ਪਤਾ ਕਿਉਂ? ਮੈਂ ਇਸ ਤੋਂ ਕਿਹਾ ਹੀ ਨਹੀਂ ਕਿ ਮੈਂ ਕੰਮ ਕਰਨਾ, ਮੈਂ ਇਸ ਤੋਂ ਸੀ ਕਿ ਮੈਂ ਉਸ ਕੰਡੀਸ਼ਨ ਤੇ ਸਾਂ ਕਿ ਮੈਂ ਵਾਪਸ ਆ ਜਾਵਾਂ। ਯਾਰ ਮੇਰੀ ਨਹੀਂ ਸਮਝ ਆ ਰਹੀ ਗਿਆ, ਸਮਝ ਆ ਰਹੀ ਗੱਲ ਕਿ ਮੈਂ ਕਰਨਾ ਹੀ ਨਹੀਂ, ਜਵਾਬ ਵਾਲਾ ਕੰਮ। ਪੈਂਦੇ ਸੱਟੇ ਮੈਨੂੰ ਕਹਿੰਦਾ 2.5 ਲੱਖ ਲੈ ਲੈ, ਜਿਹੜਾ 50,000 ਰੁਪਏ ਨੂੰ ਲੱਭ ਰਿਹਾ ਨੌਕਰੀ, ਵਾਹ ਵਾਹ ਵਾਹ, 2.5 ਲੱਖ ਰੁਪਏ ਲੈ ਲੈ ਮਹੀਨੇ। ਮੈਂ ਕਿਹਾ ਇੰਨਾ ਫਰਕ ਹੁੰਦਾ? ਮੇਰਾ ਕਿੱਥੇ, ਮੇਰਾ 50 ਕਿੱਥੇ ਤੋਂ 2.5। ਅੱਛਾ ਕਹਿੰਦਾ ਪਰ ਫਾਈਨਲ 3 ਲੱਖ ਲੈ। ਮੇਰੀਆਂ ਨਾ ਲੱਤਾਂ 'ਚ ਕੀੜੀਆਂ ਪਈਆਂ ਕਸਮੇ ਯਾਰ, ਮਤਲਬ ਮੈਂ ਉਹ ਬੰਦਾ ਵਾਂ ਹੁਣ ਭਾਵੇਂ ਵੇਖ ਕੇ ਬੋਲਣ। ਅੱਛਾ ਮੈਂ ਉਹ ਬੰਦਾ ਵਾਂ, ਨਹੀਂ ਉਹਨਾਂ ਨੂੰ ਪਤਾ ਹੈ। ਇੱਕ ਦਿਨ ਉਹ ਖੂਬਸੂਰਤੀ ਦੀ ਗੱਲ ਦੱਸਾਂ, ਜਿੰਨੇ ਚੈਨਲਾਂ ਤੇ ਮੈਂ ਗਿਆ ਮੇਰੇ ਲਈ ਅੱਜ ਵੀ ਉਹਨਾਂ ਦੇ ਦਰਵਾਜ਼ੇ ਉਂਝ ਹੀ ਖੁੱਲੇ ਨੇ। ਵਾਹ, ਇਹ ਹੁੰਦੀ ਖੂਬਸੂਰਤੀ। ਜਿੱਥੋਂ ਜਾਓ, ਕਿੱਥੋਂ ਮੈਂ ਸ਼ੁਰੂ ਹੋਇਆ ਸਾਂ, ਸਾਊਂਡ ਵਿਊ 25,000 ਤੋਂ ਲੈ ਕੇ ਮੇਰੇ ਅੱਜ ਵੀ ਯਾਰ ਨੇ। ਉਸ ਤੋਂ ਬਾਅਦ ਫਰੂਕ ਸਟੂਡੀਓ, ਆਪ ਥੋੜੇ ਦਿਨ ਪਹਿਲੇ ਜਾ ਕੇ ਆਇਆ, ਨਾਲ ਬਹਿ ਕੇ ਚਾਹ ਪੀ ਕੇ ਆਉਂਦਾ। ਕਿਉਂ ਸਰ? ਤੁਸੀਂ ਉਹਨਾਂ ਨੂੰ ਕਿਹਾ ਕਿ ਭੈਣ ਮੈਂ ਤੁਹਾਡੇ ਕੋਲ 40 ਲੈ ਰਿਹਾ, ਮੈਨੂੰ ਅੱਗੋਂ 50 ਦੀ ਆਫਰ ਹੋ ਰਹੀ, ਮੇਰਾ 10,000 ਵੱਧ ਜਾਏਗਾ, ਤੁਹਾਡਾ ਕੰਮ ਮੈਂ ਰੁਕਣ ਨਹੀਂ ਦਿੰਦਾ। ਉਹਨਾਂ ਨੇ ਕਿਹਾ ਓਕੇ ਠੀਕ ਹੈ ਜੀ। CTV ਤੋਂ ਗਿਆ, ਕੋਹੇਨੂਰ ਤੋਂ ਗਿਆ, ਚਾਚਾ ਬੂਟਾ ਫੋ ਤੋਂ ਗਿਆ, ਹਾਲੇ ਥੋੜੇ ਦਿਨ ਪਹਿਲੇ ਕੋਹੇਨੂਰ ਤੋਂ ਕੇ ਆਇਆ। ਯਾਨੀ ਕਿਸੇ ਵੀ ਚੈਨਲ ਵਾਲਾ ਮੈਨੂੰ ਮੈਂ ਜਾਣਾ ਨਾ, ਮੇਰੀ ਉਦਾਂ ਹੀ ਰਿਸਪੈਕਟ ਕਰਦੇ ਆ ਜਿੱਦਾਂ ਉਦੋਂ ਕਰਦੇ ਸੀ, ਬਲਕਿ ਉਹ ਜ਼ਿਆਦਾ ਕਰਦੇ ਕਿਉਂਕਿ ਹੁਣ ਅੱਲਾ ਨੇ ਥੋੜਾ ਨਾਮ ਬਣਾ ਦਿੱਤਾ। ਸ਼ੁਕਰ। ਇਹ ਹੁੰਦੀ ਖੂਬਸੂਰਤੀ। ਇੱਕ ਹੋਰ ਖੂਬਸੂਰਤੀ ਦੀ ਗੱਲ ਤੈਨੂੰ ਦੱਸਾਂ, ਸਾਲ ਮੈਂ ਡਬਿੰਗ ਕੀਤੀ ਨਾ ਇੱਕ ਚੈਨਲ ਤੇ, ਜਿੱਦਣ ਮੈਂ ਉੱਥੋਂ ਆਇਆ ਨਾ, ਮੈਂ ਇੱਕ ਕਲਿੱਪ ਉੱਥੇ ਰੱਖ ਕੇ ਆਇਆ ਉਹਨਾਂ ਦਾ। ਵਾਹ ਵਾਹ, ਜਿਹੜੇ ਐਡਵਾਂਸ ਹੋਏ ਪਏ। ਨਹੀਂ ਜਿਹੜੇ ਉਹਨਾਂ ਦਾ ਕੰਮ, ਇਹ ਨਹੀਂ ਕਿ USB 'ਚ ਨਾਲ ਲੈ ਆ, ਨਹੀਂ ਠੀਕ ਹੈ ਜੀ। ਕੀ ਬਾਤ। ਅੱਛਾ ਅੱਜ ਵੀ ਮੈਂ ਜਿੱਥੇ ਮਰਜ਼ੀ ਚੱਲ ਜਾਵਾਂ, ਜਿਹੜੇ ਮਰਜ਼ੀ ਚੈਨਲ 'ਚ ਚੱਲ ਜਾਵਾਂ, 24 ਨਿਊਜ਼ ਛੱਡਿਆ ਮੈਂ, ਤੇ ਉਹ ਵੀ ਦੱਸਦਾ ਫਿਰ ਹੋਇਆ ਕੀ ਅੱਗੇ। 3 ਲੱਖ ਰੁਪਇਆ, ਓਏ ਫਰੀਦ। ਮੈਂ ਉਹ ਬੰਦਾ ਕਿ ਜਦੋਂ ਮੈਂ ਸੋਚਦਾ ਸੀ ਨਾ ਕਿ ਮੇਰੀ 80,000 ਤਨਖਾਹ, ਤੇ ਮੈਂ ਕਹਿੰਦਾ ਸੀ ਯਾਰ ਜੇ ਲੱਖ ਹੋਵੇ ਨਾ, ਲੱਖ ਰੁਪਇਆ, ਤੇ ਉਸ ਤੋਂ ਕੁਝ 5-6 ਮਹੀਨੇ ਬਾਅਦ ਦੀ ਇਹ ਗੱਲ ਹੋਏਗੀ ਨਾ, 3 ਲੱਖ ਰੁਪਇਆ। ਤਾਂ ਜੀ ਉਦੋਂ ਫਿਰ ਮੈਂ ਇੱਕ ਨਾਮ ਸੋਚਿਆ ਕਿ ਸਜਾਦ ਨਹੀਂ, ਸ਼ਾਰਟ ਜਿੱਦਾਂ ਅਜ਼ੀਜ਼ੀ ਸੀ ਸੁਹੇਲ ਅਹਿਮਦ ਸਾਹਿਬ ਦਾ, ਲੇਕਿਨ ਉਦੋਂ ਇੱਕ ਥੋੜਾ ਜਿਹਾ ਮੈਨੂੰ ਇਹ ਸੋਚਣਾ ਚਾਹੀਦਾ ਸੀ ਕਿ ਨਾਮ ਥੋੜਾ ਜਿਹਾ, ਮੈਨੂੰ ਪਤਾ ਨਹੀਂ ਸੀ ਨਾ ਕੀ ਹੋਣਾ, ਮੈਂ ਜਾਨੀ ਨਾਮ ਰੱਖ ਲਿਆ। ਜਾਨੀ ਨਾਮ ਰੱਖਿਆ ਕਿ ਫੌਰਨ ਮੂੰਹ ਤੇ ਚੜ ਜਾਏਗਾ, ਠੀਕ ਹੈ। ਔਰ ਉਹ ਚੜਿਆ ਵੀ। ਉਦੋਂ ਫਸਟ ਟਾਈਮ, ਯਾਨੀ 4 ਸਾਲ ਪਹਿਲੇ ਦੀ ਗੱਲ ਹੋਏਗੀ, 5-3 ਸਾਲ, ਜਦੋਂ ਮੈਂ ਜਾਨੀ ਆਪਣੇ ਨਾਂ ਦੇ ਨਾਲ ਆਇਆ ਤੇ ਮੈਨੂੰ ਲੋਕੀ ਜਾਨੀ ਕਹਿ ਕੇ ਆਵਾਜ਼ ਮਾਰ ਰਹੇ ਤੇ ਮੈਂ ਵੇਖ ਨਹੀਂ ਰਿਹਾ। ਜਦੋਂ ਮੈਂ ਨਾਂ ਰੱਖਿਆ ਉਸ ਤੋਂ 1-2-4 ਦਿਨ ਬਾਅਦ
ਮਤਲਬ ਕਿਸੇ ਨੇ ਸ਼ੋਅ ਤੇ ਮੈਨੂੰ ਕਹਿਣਾ ਜਾਨੀ ਤੇ ਮੈਂ ਨਹੀਂ ਦੇਖ ਰਿਹਾ, ਮੈਨੂੰ ਪਤਾ ਹੀ ਨਹੀਂ ਮੇਰਾ ਨਾਮ ਯਾਨੀ ਦੇਖੋ ਨਾ, ਇੱਕ ਬੰਦੇ ਨੇ ਪਦੈਸ਼ੀ ਨਾਂ ਹੁੰਦਾ, ਇੱਕ ਤੂੰ 40 ਸਾਲ 'ਚ ਨਾਂ ਰੱਖ ਰਿਹਾ ਆਪਣਾ ਨਵਾਂ। ਅੱਛਾ ਭਾਈ ਡਬਿੰਗ ਵਾਲੀ ਜਿਹੜੀ ਫਿਲਮ ਅੱਛਾ ਸੁਣ ਲਾ ਨਾ ਪਹਿਲੇ, ਉਹ ਜਨਾਬ ਉਹ 3 ਲੱਖ ਰੁਪਏ ਸੈਲਰੀ, ਪਾਣ ਟੀਮ, ਕੈਮਰੇ, ਸ਼ੁਗਲ ਮੇਲੇ, ਗੱਡੀ। ਪੂਰੇ ਭਾਰਨਾ, ਗੱਡੀ, ਠੀਕ ਹੈ ਜੀ। ਕੰਮ ਸ਼ੁਰੂ ਹੋ ਗਿਆ। ਥੋੜੀ ਦੇਰ ਬਾਅਦ ਮੈਂ ਚੈਨਲ ਸ਼ੁਰੂ ਕੀਤਾ। ਹੁਣ ਇੱਥੇ ਤੁਹਾਨੂੰ ਮਜ਼ਾ ਆਏਗਾ ਗੱਲ ਦਾ। ਇਹ ਸਟਰਗਲ ਹਾਲੇ ਮੈਂ ਤੈਨੂੰ ਸ਼ਾਰਟ ਸੁਣਾਈ ਹੈ, ਜਦੋਂ ਇਸ ਸਟਰਗਲ ਦੇ ਤੂੰ ਇੱਕ ਇੱਕ ਲਮਹੇ 'ਚ ਜਾਣਾ ਨਾ, ਤੇ ਉਹ ਬਹੁਤ ਮਿਹਨਤ ਆ। ਮਤਲਬ ਮੈਂ ਤੈਨੂੰ ਕਹਿਤਾ ਮੈਂ 5 ਸਾਲ ਚਾਚਾ ਬੂਟਾ, ਉਹ 5 ਸਾਲ ਗੁਜ਼ਾਰ ਕੇ ਦੇਖ, ਕੱਲਾ ਇੱਕ ਕਮਰੇ 'ਚ। ਸਮਝ ਆ ਰਹੀ ਗੱਲ ਦੀ? ਗੱਲ ਤੇ ਲਮਹੇ ਯੈਸ, ਉਹ ਗੁਜ਼ਾਰ ਕੇ ਦੇਖ 5 ਸਾਲ, ਤੈਨੂੰ ਪਤਾ ਲੱਗੇਗਾ ਕਦਮ ਬਾਏ ਕਦਮ, ਇੱਕ ਇੱਕ ਮਿੰਟ ਕਿੱਦਾਂ ਗੁਜ਼ਰਿਆ। ਮੈਂ ਤੇ ਤੁਹਾਨੂੰ ਸਿੱਧਾ ਦੱਸ ਰਿਹਾ। ਖੈਰ ਭੈਣ ਉਹ ਨਾ ਸ਼ੁਰੂ ਹੋ ਗਿਆ ਕੰਮ, ਨਾਲ ਮੈਂ ਚੈਨਲ ਸ਼ੁਰੂ ਕਰ ਲਿਆ। ਫਿਰ ਜਦੋਂ ਮੈਂ 24 ਤੇ ਆਇਆ ਨਾ, 24 ਤੋਂ ਬਾਅਦ 42 ਤੇ ਵੀ ਚੱਲਣ ਲੱਗ ਪਿਆ, 41 ਤੇ ਵੀ ਚੱਲਣ ਲੱਗ ਪਿਆ। ਜਦੋਂ 41 ਤੇ ਚੱਲਣ ਲੱਗ ਪਿਆ ਨਾ, ਉਦੋਂ ਤੁਹਾਡੇ ਨਾਲ ਮੇਰਾ ਪਹਿਲਾ ਸ਼ੋਅ ਹੋਇਆ ਸੀ। ਬਿਲਕੁਲ ਇਸ ਤਰ੍ਹਾਂ। ਹੁਣ ਮੇਰੀ ਪਿਛਲੀ ਸਟਰਗਲ ਚੈੱਕ ਕਰ ਤੂੰ, ਕਿਆ ਬਾਤ। ਉਦੋਂ ਤੁਹਾਡੇ ਨਾਲ ਪਹਿਲਾ ਸ਼ੋਅ ਸ਼ੁਰੂ ਹੋਇਆ ਸੀ ਤੇਰੇ ਨਾਲ ਤੇ ਮੁਦੱਸਰ ਦੇ ਨਾਲ। ਉਹ ਜਿਹੜੇ ਫੈਸਲਾਬਾਦ ਦੇ ਜੁਗਤਾਂ ਵਾਲੇ ਸ਼ੋਅ ਸੀ, ਉਸ ਦਰਮਿਆਨ 'ਚ ਤੁਸੀਂ ਮੈਨੂੰ ਮਿਲੇ ਸੀ। ਇੰਜ ਹੋਇਆ ਉਹ ਸ਼ੁਰੂ ਹੋ ਗਿਆ ਕੰਮ। ਉਦੋਂ ਮੈਂ ਆਪਣਾ ਇੱਕ ਚੈਨਲ ਬਣਾ ਲਿਆ। ਹੁਣ ਚੈਨਲ ਜਦੋਂ ਮੈਂ ਬਣਾ ਲਿਆ ਸਰ, ਚੈਨਲ ਇਹੀ ਦਫ਼ਤਰ ਸੀ ਮੇਰਾ, ਹਾਲੇ ਬੜਾ ਪੁਰਾਣਾ ਦਫ਼ਤਰ ਸਾਡੇ ਕੋਲ, ਪਹਿਲਾ ਦਫ਼ਤਰ ਹੀ ਇਹ ਹੈ। ਇਹਦਾ ਰੈਂਟ, ਇੱਥੇ ਆ ਕੇ ਥੋੜਾ ਬਹੁਤਾ ਖਾਣਾ ਪੀਣਾ, ਇੱਥੇ ਆ ਕੇ ਫਿਰ ਕੁਛ ਮੈਂ ਇਹਨਾਂ ਨੂੰ ਪੈਸੇ, ਮਤਲਬ ਕਦੀ ਦਿਨਾਂ ਸਾਂ, ਕਦੀ 200, 400, 500, ਬਸ ਇੰਨਾ ਕੀ, ਕਿਉਂਕਿ ਮੈਨੂੰ ਚੈਨਲ ਤੋਂ ਆ ਨਹੀਂ ਸੀ ਰਹੇ, ਮੈਂ ਆਪਣੀ ਸੈਲਰੀ 'ਚੋਂ ਦੇ ਰਿਹਾ ਸਾਂ। ਯਾਨੀ ਜਿਹੜੀ ਮੈਨੂੰ ਸੈਲਰੀ ਦੇ ਰਿਹਾ ਸੀ ਨਾ 24, ਅੱਛਾ ਉਹਦੇ 'ਚ ਮੈਂ ਇਹ ਵੀ ਕਰ ਸਕਦਾ ਸਾਂ ਕਿ ਇਹ ਖਸਮਾਂ ਨੂੰ ਖਾਣ, ਇਹਦੇ ਨਾਲ ਸ਼ੋਅ ਕੀਤਾ, ਉਸ ਤੋਂ ਬਾਅਦ ਸਲਾਮ ਅਲੈਕਮ, ਮੈਨੂੰ ਪੂਰਾ ਪਾਕਿਸਤਾਨ ਪਿਆ, ਮੈਨੂੰ ਕਿਸੇ ਆਰਟਿਸਟ ਦੀ ਲੋੜ ਨਹੀਂ, ਮੈਂ ਜਿਹਦੇ ਨਾਲ ਗੱਲ ਕਰਾਂ ਮੈਂ ਗੱਲ ਬਣਾ ਲੈਣਾ ਸਾਂ, ਮੈਨੂੰ ਕੀ ਲੋੜ ਆ। ਮੈਂ ਦੇਖਿਆ ਯਾਰ ਨਹੀਂ, ਇਹ ਟੈਲੈਂਟਡ ਨੇ, ਇਹਨਾਂ ਨੂੰ ਨਹੀਂ ਪਤਾ, ਇਹਨਾਂ ਨੂੰ ਨਾਲ ਲਾਓ, ਠੀਕ ਹੈ ਨਾ। ਤੇ ਉਹ ਹਾਲਾਂਕਿ ਮੈਨੂੰ ਕੋਈ ਲੋੜ ਨਹੀਂ ਸੀ ਭੈਣ ਕਿਸੇ ਜੁਗਤਬਾਜ਼ ਦੀ, ਕਿਸੇ ਆਪਣੀ ਲੋ ਬਹੁਤ ਤੇਜ਼ ਬੋਲਣ ਵਾਲੇ ਦੀ, ਕਿਸੇ ਅੱਛੀ ਗੱਲ ਕਰਨ ਵਾਲੀ, ਮੈਨੂੰ ਲੋੜ ਹੀ ਕੋਈ ਨਹੀਂ ਸੀ। ਮੈਨੂੰ ਇੱਕ ਫੈਮਿਲੀ ਕਾਫੀ ਸੀ 30 ਮਿੰਟ ਦੇ ਸ਼ੋਅ ਲਈ, ਕਿਸੇ ਵੀ ਜਾ ਕੇ ਜੀ ਠੀਕ ਹੈ ਨਾ। ਭੈਣ 16 ਮਹੀਨਿਆਂ ਬਾਅਦ ਪਹਿਲੀ ਪੇਮੈਂਟ ਆਈ ਇਸ ਚੈਨਲ ਦੀ। 20 ਨਹੀਂ, ਮੇਰੇ ਚੈਨਲ ਦੀ। ਅੱਛਾ ਇਹਦੀ 16 ਮਹੀਨੇ ਬਾਅਦ, 1.5 ਸਾਲ ਬਾਅਦ, 1.5 ਸਾਲ ਮੈਂ ਆਪਣੀ ਸੈਲਰੀ ਤੇ ਖਰਚਾ ਕਰਦਾ ਰਿਹਾ। ਬੜੀ ਗੱਲ ਸਮਝ ਆ ਰਹੀ? ਮੇਰਾ ਨਾ 24 ਨਿਊਜ਼, ਮੇਰੀ ਸੈਲਰੀ ਹੋਰ 50,000 ਵੱਧ ਗਈ ਸੀ ਉਹਦੇ ਨਾਲੋਂ ਵੀ। ਲੇਕਿਨ ਮੈਨੂੰ ਇਹ ਲੱਗਾ ਕਿ ਯਾਰ ਇਹ ਬਹੁਤ ਲੌਂਗ ਟਾਈਮ ਚੱਲ ਰਿਹਾ, ਇਹ ਡਰੈਗ ਹੋਣਾ ਸ਼ੁਰੂ ਹੋ ਗਿਆ। ਮੇਰੀ ਵੀ ਕੁਛ ਤਬੀਅਤ, ਥੋੜਾ ਐਂਜ਼ਾਈਟੀ 'ਚ ਮੈਂ ਚਲਾ ਗਿਆ ਯਾਰ, ਨਹੀਂ ਹੋ ਪਾ ਰਿਹਾ। ਮੈਂ ਉਹਨਾਂ ਨੂੰ ਕਿਹਾ ਕਿ ਯਾਰ, ਉਦੋਂ ਕਰੋਨਾ ਵੀ ਸੀ, ਮੈਂ ਕਿਹਾ ਯਾਰ ਮੈਨੂੰ ਨਾ ਕੋਈ ਇੰਡੋਰ ਸੈੱਟ ਲਾ ਦਿਓ। ਉਸ ਟਾਈਮ ਉਹਨਾਂ ਦੇ ਵੀ ਹਾਲਾਤ ਐਸੇ ਸੀ, ਬਜਟ ਕਰੋਨਾ 'ਚ ਬੜੀ ਮੁਸ਼ਕਿਲ ਮੈਨੇਜ ਹੋ ਰਿਹਾ ਸੀ ਸਾਰਾ ਕੁਛ। ਮੈਂ ਇੱਕ ਵਾਰੀ ਰਿਜ਼ਾਈਨ ਦਿੱਤਾ, ਉਹਨਾਂ ਨੇ ਨਹੀਂ ਮੰਨਿਆ। ਹੁਣ ਦੇਖ ਤੋਂ ਮਜ਼ੇ ਦੀ ਗੱਲ, ਮੈਂ ਰਿਜ਼ਾਈਨ ਦਿੱਤਾ, ਉਹਨਾਂ ਨੇ ਨਹੀਂ ਮੰਨਿਆ। ਮੈਂ ਫਿਰ 3 ਮਹੀਨੇ ਬਾਅਦ ਰਿਜ਼ਾਈਨ ਦਿੱਤਾ, ਉਹਨਾਂ ਨੇ ਨਹੀਂ ਮੰਨਿਆ। ਫਿਰ ਮੈਂ ਤੀਜੀ ਵਾਰੀ ਰਿਜ਼ਾਈਨ ਦੇ ਕੇ ਮੈਂ ਕਿਹਾ ਹੁਣ ਮੈਂ ਨਹੀਂ ਮੰਨਣਾ, ਠੀਕ ਹੈ। ਫਿਰ ਮੈਨੂੰ ਜਿਹੜੇ ਓਨਰ ਸੀ ਉਹਨਾਂ ਨੇ ਬਿਠਾਇਆ, ਮੈਂ ਉਹਨਾਂ ਨੂੰ ਮਿਲ ਕੇ ਸਾਹਮਣੇ ਮੈਂ ਕਿਹਾ ਬੌਸ ਮੇਰਾ ਨਹੀਂ ਮੈਂ ਕਰਨਾ। ਤੀਸਰੀ ਵਾਰੀ ਉਹਨਾਂ ਨੇ ਐਕਸੈਪਟ ਕੀਤਾ ਮੇਰੇ ਰਿਜ਼ਾਈਨ ਨੂੰ। ਔਰ ਅੱਜ ਵੀ ਮੈਂ ਜਦੋਂ ਮਰਜ਼ੀ ਜਾ ਕੇ ਉਹਨਾਂ ਨੂੰ ਮਿਲ ਲਵਾਂ ਉਸ ਚੈਨਲ 'ਚ, ਠੀਕ ਹੈ ਜੀ। ਫਿਰ ਮੈਂ ਆਪਣਾ YouTube ਤੇ ਸ਼ੁਰੂ ਕੀਤਾ। ਤੇ ਕਿੰਨੀ ਪੈਸੇ ਹੁੰਦੇ ਸੀ? ਲੱਖ ਰੁਪਈਆ, 1.25 ਲੱਖ, 1.5 ਲੱਖ। ਜਦੋਂ ਇਹਨਾਂ ਦੀਆਂ ਮੈਂ ਤਨਖਾਹਾਂ ਲਾਈਆਂ ਥੋੜੀਆਂ, ਫਿਰ ਕਰਦੇ ਇਹ 3 ਸਾਲਾਂ 'ਚ ਜੋ ਕੁਝ ਹੋਇਆ ਨਾ, ਉਹ ਸਾਰੇ ਸ਼ਾਇਦ ਲੋਕ ਇਹ ਸਮਝਦੇ ਨੇ ਕਿ ਸ਼ਾਇਦ ਇਹੀ ਸਜਾਦ ਜਾਨੀ ਬਣਿਆ ਇੱਥੇ ਹੀ, ਇੰਨੇ ਕੁ ਟਾਈਮ ਤੇ ਹੀ ਬਣਿਆ, ਠੀਕ ਹੈ ਨਾ। ਉਸਤਾਦ ਜੀ ਨਾਮ ਹੁੰਦਾ ਤੁਹਾਡਾ, ਤੁਸੀਂ ਪਹਿਲੇ ਵੀ ਜੁਗਤਾਂ ਕਰਦੇ ਸੀ, ਸਜਾਦ ਜਾਨੀ ਨੂੰ ਮਿਲਣ ਤੋਂ ਪਹਿਲੇ ਵੀ ਤੁਸੀਂ ਏਦਾਂ ਹੀ ਮਹੱਲੇ 'ਚ ਜੁਗਤਾਂ ਕਰਦੇ ਸੀ। ਉਦੋਂ ਕਿਉਂ ਨਹੀਂ ਸੀ ਦਾਨਿਸ਼ਬਾਜ਼? ਏਦਾਂ ਹੀ ਉਦੋਂ ਬਹੁਤ ਤੇਜ਼ ਕਿਉਂ ਨਹੀਂ ਸੀ ਤੁਸੀਂ? ਉਦੋਂ ਕਿਉਂ ਨਹੀਂ ਸੀ ਪਤਾ? ਜਿਸ ਪਲੇਟਫਾਰਮ ਤੇ ਆ ਕੇ ਤੁਸੀਂ ਉਹਦਾ ਤੁਹਾਨੂੰ ਅਹਿਸਾਨਮੰਦ ਹੋਣਾ ਚਾਹੀਦਾ। ਬਿਲਕੁਲ। ਵਸੀਲਾ ਜਿਹੜਾ ਹੁੰਦਾ ਨਾ, ਜਿਸ ਅੱਲਾ ਨੇ ਆਪ ਤਾਂ ਨਹੀਂ ਥੱਲੇ ਆ ਕੇ ਪੈਸੇ ਪੜਾਉਣੇ ਵਾਲਾ, ਫੜ ਕਿਸੇ ਦੇ ਥਰੂ ਹੀ ਮਿਲਣੇ ਨੇ। ਅੱਲਾ ਨੇ ਆਪ ਤਾਂ ਨਹੀਂ ਥੱਲੇ ਆ ਕੇ ਰੋਟੀ ਦੇਣੀ, ਅੱਲਾ ਨੇ ਆਪ ਤਾਂ ਨਹੀਂ ਥੱਲੇ ਆ ਕੇ ਕੱਪੜੇ ਦੇਣੇ। ਉਹਨੇ ਚੱਕਰ ਬਣਾਇਆ ਨਾ ਇੱਕ ਦੂਜੇ ਨਾਲ ਲੈਕ ਸਲੈਕ ਦਾ, ਤੇ ਜਿਸ ਚੱਕਰ ਦੇ ਨਾਲ ਤੈਨੂੰ ਮਿਲ ਰਿਹਾ ਉਹਦਾ ਵੀ ਇਹਤਰਾਮ ਤੇਰਾ ਹੱਕ ਬਣਦਾ। ਤੂੰ ਇਹ ਨਹੀਂ ਕਹਿ ਸਕਦਾ ਮੈਨੂੰ ਤੇ ਅੱਲਾ ਨੇ ਦਿੱਤੇ, ਅੱਲਾ ਦਿੰਦਾ, ਤੂੰ ਕੌਣ ਆ? ਸਮਝ ਆ ਰਹੀ ਗੱਲ? ਬਿਲਕੁਲ ਇਸ ਤਰ੍ਹਾਂ। ਸੌਰੀ ਫॉर ਕੱਟ ਉਸਤਾਦ ਜੀ, ਮੈਂ ਛੋਟੀ ਜੀ ਗੱਲ ਕਹਿ ਲਾ। ਹੁਣ ਨਾ ਮੈਂ ਉਹ ਜਿਹੜਾ ਵਕਤ ਸੀ ਨਾ, ਮੈਂ ਉਸਤਾਦ ਜੀ ਦੇ ਨਾਲ CTV ਤੋਂ ਕੋਹੀਨੂਰ ਵੀ ਕੀਤਾ, CTV ਤੇ ਇੱਕ ਵਕਤ ਆਇਆ, ਉਸਤਾਦ ਜੀ ਨੇ ਨਾ ਮੇਰੇ ਕੋਲ ਆਏ ਨੇ, ਕਾਲ ਕੀਤੀ, ਕਹਿੰਦੇ ਫੈਸਲ ਮੇਰੇ ਨਾਲ ਜਿਹੜੇ ਬੰਦੇ ਨੇ 20 ਕੱਟੀ ਗਏ ਨਾ, ਜਿਹੜਾ ਮੈਨੂੰ ਪਤਾ ਚੁੱਪ ਕਰਕੇ ਚਲਾ ਗਿਆ, ਜਿਹੜਾ ਆਇਆ ਪੈਸਿਆਂ ਦਾ ਰਫੜ ਪਾ ਗਿਆ, ਤੁਸੀਂ ਮੇਰੇ ਨਾਲ ਸੀਗੇ, ਆਓ
ਸਾਡਾ ਐਗਰੀਮੈਂਟ ਕਰਾਇਆ 4 ਬੰਦਿਆਂ ਦਾ ਚੈਨਲ ਤੇ। ਸਾਡੇ ਅੱਜ ਵੀ ਮੇਰਾ ਖਿਆਲ ਚੈਨਲ ਤੇ ਐਗਰੀਮੈਂਟ ਮੌਜੂਦ ਹੈਗੇ ਨੇ, ਸਾਡੀਆਂ ਸੈਲਰੀਆਂ ਲਗਵਾਈਆਂ ਸੀਗੀਆਂ ਉਸਤਾਦ ਜੀ ਨੇ। ਤੇ ਉਸ ਤੋਂ ਬਾਅਦ ਇੱਕ ਮੈਂ ਚੀਜ਼ ਨੋਟ ਕੀਤੀ ਕਿ ਹਿੱਟ ਹੋਣ ਵਾਸਤੇ ਨਾ ਸ਼ਾਰਟ ਨੇਮ ਜਿਹੜਾ ਨਾ ਉਹ ਜ਼ਰੂਰੀ। ਉਸਤਾਦ ਜੀ ਮੈਂ ਆਪਣਾ ਨਾਮ ਚੇਂਜ ਕਰਨ ਲੱਗਾ, ਮੈਂ ਫੈਜ਼ੀ ਰੱਖਾਂ ਕਿ ਫੀਜੂ, ਜਿਵੇਂ ਤੁਸੀਂ ਜਾਨੀ ਕੀਤਾ। ਤੇ ਉਸਤਾਦ ਜੀ ਮੈਨੂੰ ਨਾ ਮੇਰੀ ਗੱਲ ਮੁੱਕ ਗਈ ਹੈ ਮੇਰੀ ਭਲਾ ਗੱਲ ਮੁੱਕ ਗਈ ਸਾਰੀ। ਖੈਰ ਉਸ ਤੋਂ ਬਾਅਦ ਪਾਇਣਾ ਸਿਲਸਿਲਾ ਸਾਰਾ ਜੋ ਵੀ ਤੁਹਾਡੇ ਸਾਹਮਣੇ ਹੋਇਆ, ਬਾਕੀ ਤੁਹਾਡੇ ਸਾਹਮਣੇ ਹੀ ਹੈ। ਤੇ ਗੱਲ ਇਹ ਹੈ ਸਰ, ਇੰਨੀ ਕੁ ਗੱਲ ਕਹਾਂਗਾ ਕਿ ਬੇਸ਼ੱਕ ਤੁਹਾਡੇ 'ਚ ਟੈਲੈਂਟ ਸੀ, ਤੁਹਾਡੇ 'ਚ ਸਾਰਾ ਕੁਝ ਸੀ, ਤੁਸੀਂ ਬਹੁਤ ਅੱਛੀ ਗੱਲ ਕਰਦੇ ਸੀ, ਠੀਕ ਹੈ, ਲੇਕਿਨ ਇੱਕ ਬੰਦਾ ਬਣਿਆ ਬਣਾਇਆ ਇੱਕ ਚੀਜ਼ ਤੁਹਾਡੇ ਕੋਲ ਲੈ ਕੇ ਆਇਆ, ਪਲੇਟ ਉਹਨੇ ਅੱਗੇ ਕੀਤੀ, ਉਹਨੇ ਕਿਹਾ ਇਹਦੇ 'ਚ ਰੱਖੋ, ਬਿਲਕੁਲ ਆਪਣਾ ਟੈਲੈਂਟ ਇਹਦੇ 'ਚ ਰੱਖੋ। ਤੇ ਉਹ ਜਿਹੜੀ ਪਲੇਟ ਉਹਨੇ ਲੈ ਕੇ ਆਇਆ ਨਾ ਸਰ, ਉਹਦੇ ਪਿੱਛੇ ਉਹਦੀ 25 ਸਾਲ ਇਕੱਲੇ ਦੀ ਸਟਰਗਲ ਸੀ, ਬਿਲਕੁਲ ਇਸ ਤਰ੍ਹਾਂ ਠੀਕ ਹੈ ਨਾ। ਤੁਸੀਂ ਉਹਦੇ 'ਚ ਗੱਲਾਂ ਰੱਖੀਆਂ, ਤੁਹਾਡੀਆਂ ਗੱਲਾਂ ਵੱਜਣ ਲੱਗ ਪਈਆਂ। ਹੁਣ ਇਹ ਦੱਸੋ ਕਿ 2 ਸਾਲ 4 ਸਾਲ ਬਾਅਦ ਤੁਸੀਂ ਇਹ ਗੱਲ ਕਹੋ ਕਿ ਨਹੀਂ ਜੀ ਪਲੇਟ ਪਲੂਟ ਤਾਂ ਫਾਰਕ ਸੀ, ਅਸੀਂ ਆਪ ਬੜੀ ਅੱਛੀ ਗੱਲ ਕਰਦੇ, ਗਲਤ। ਤੇ ਤੁਸੀਂ ਤਾਂ ਪਹਿਲੇ ਵੀ ਕਰਦੇ ਸੀ। ਹਾਂ ਬਿਲਕੁਲ। ਜਿਹੜੇ ਆਰਟਿਸਟ ਅੱਜ ਹੈ ਨੇ ਇਹ ਤਾਂ ਪਹਿਲੇ ਵੀ ਆਰਟਿਸਟ ਸੀ। ਮੈਂ ਇਹਨਾਂ ਨੂੰ ਗੱਲਾਂ ਕਰਨੀਆਂ ਨਹੀਂ ਸਿਖਾਈਆਂ, ਗੱਲਾਂ ਉਦਾਂ ਹੀ ਕਰ ਰਹੇ ਨੇ, ਉਦੋਂ ਕਿਉਂ ਨਹੀਂ ਸੀ? ਭੈਣ ਗੱਲ ਇਹ ਹੈ ਕਿ ਆਪਣਾ ਬਹੁਤ ਖਿਆਲ ਰੱਖੋ। ਲਵ ਯੂ, ਥੈਂਕ ਯੂ। ਇਨਸ਼ਾਅੱਲਾ ਤਾਲਾ ਆਪਣਾ ਦੇਖੋ, ਮੇਰੀ ਗੱਲ ਸੁਣੋ, ਮਰ ਤੁਸੀਂ ਵੀ ਜਾਣਾ, ਮਰ ਇਹਨਾਂ ਨੇ ਵੀ ਜਾਣਾ। ਤੁਸੀਂ ਆਪਣਾ ਵੀ ਮੈਂ ਝੂਠ ਕਿਹਾ, ਮੈਂ ਝੂਠ ਕਿਹਾ। ਆਪਣੇ ਆਪ ਵੀ ਕਹੋ ਹਾਂ, ਮੁਤਮਿਨ ਹੋ ਕੇ ਮਰਨਾ। ਜ਼ਮੀਰ ਅੱਗੇ ਮੁਤਮਿਨ ਹੋਈਏ, ਖੁਦਾ ਅੱਗੇ ਜਾਈਏ, ਮੁਤਮਿਨ ਹੋ ਕੇ ਜਾਈਏ ਯਾਰ ਫਰੀਦ। ਵਾਹ ਵਾਹ ਵਾਹ। ਬਸ ਆ ਕੱਟ ਦੀ, ਐਡਾ ਜਜ਼ਬਾਤ ਨਹੀਂ ਮੈਨੂੰ ਚਾਹੀਦੇ। ਇਹ ਲੈਦਾ ਇਹਨੂੰ ਸੈਂਡ ਕਰਦੀ ਕਲਿੱਪ, ਟਿਕਟੌਕ ਤੇ ਵਾਇਰਲ ਕਰੀ ਇਹਨੇ। ਦੇਖੋ ਮਰ ਤੁਸੀਂ ਵੀ ਜਾਣਾ ਔਰ ਮਰਨਾ, ਇਹ 'ਚ ਕੋਈ ਅਸੀਂ ਨਹੀਂ, ਅੱਲਾ ਮਾਫੀ ਦੇਵੇ, ਮੈਂ ਨਹੀਂ ਕਹਿ ਰਿਹਾ, ਮਰ ਇਹਨਾਂ ਨੇ ਵੀ ਜਾਣਾ। ਇਹ ਇਦਾਂ ਵੀ ਕਰ ਲਵੋ। ਉਹੀ ਕਹਿਣ ਲੱਗਾ ਵਾਂ ਕਿ ਰਹਿ ਜਾਣਾ ਸਿਰਫ ਮੈਂ। ਕਦ ਦੰਦ ਨਿਕਲਣ ਅੱਲਾ ਉਸਤਾਦ ਦੀ ਜ਼ਿੰਦਗੀ ਕਰੇ ਯਾਰ, ਰਹਿੰਦੀ ਦੁਨੀਆ ਤੱਕ ਰਹਿਣ ਹੁਣ ਯਾਰ। ਤੇ ਸਾਰਿਆਂ ਨੇ ਮਰਨਾ, ਆਪਣੇ ਵੱਲੋਂ ਕਹਿੰਦੇ ਵੀ ਮੈਂ ਜਿੰਦੇ ਰਹਿਣਾ, ਤੁਸੀਂ ਮਰ ਫਰੀਦ ਜਾਣਾ। ਮੈਨੂੰ ਪਤਾ ਨਾ ਛੋਟੇ ਤੈਨੂੰ ਛੋਟੇ ਕੋਈ ਬੱਚੇ ਕੰਮ ਤੇਰੇ, ਮੈਨੂੰ ਖਿਆਲ ਨਹੀਂ। ਮੈਂ ਤੇ ਯਾਰ ਸਾਰਿਆਂ ਦੇ, ਤੇਰੇ ਅੱਬੇ ਤਾਂ ਨਹੀਂ ਸੀ ਛੋਟੇ ਛੋਟੇ ਜਦੋਂ ਮਰਿਆ, ਮੇਰੇ ਅੱਬੇ ਤਾਂ ਨਹੀਂ ਸੀ ਛੋਟੇ ਜਦੋਂ ਮਰਿਆ, ਉਹਦੇ ਅੱਬੇ ਤਾਂ ਨਹੀਂ ਜਦੋਂ ਛੋਟੇ ਛੋਟੇ ਮਰਿਆ, ਉਹਦੇ ਬੜੇ ਪੜਦਾਦੇ ਦੇ ਛੋਟੇ ਛੋਟੇ ਮਰਿਆ। ਮੈਂ ਚਾਹਨਾ ਫਰੀਦ ਪਹਿਲੇ ਮਰੇ। ਪੁੱਛੋ ਕਿਉਂ? ਕਿਉਂ? ਉਸਤਾਦ ਜੀ ਦੇਖੋ, ਮੇਰਾ ਵੀ ਕੰਮ ਨਹੀਂ ਬਰਦਾਸ਼ਤ ਹੋਣਾ ਤੇ ਤੁਹਾਡਾ ਵੀ ਨਹੀਂ ਹੋਣਾ। ਕਸਮੇ ਆ ਪ੍ਰੋਗਰਾਮ ਤੋਂ ਪਹਿਲੇ ਨਾ, ਠੀਕ ਪ੍ਰੋਗਰਾਮ ਤੋਂ 15 ਮਿੰਟ ਪਹਿਲੇ ਮੈਂ ਮਜਾਦ ਹਸਪਤਾਲ ਸੀ, ਮੇਰੀ ECG ਹੋ ਰਹੀ ਸੀ। ਆ ਮੈਂ ਰਿਪੋਰਟ ਵਿਖਾਉਣਾ। ਆ ਦੇਖ ਲਓ ਯਾਰ ਉਹਨਾਂ ਉਸਤਾਦ ਨੂੰ ਕਹਿਣਾ ਕਿ ਸਿਗਰਟ ਛੱਡ ਦੇਵੇ ਯਾਰ। ਠੀਕ ਆ ਜੀ, ਮੈਂ ਛੱਡ ਤੇ ਉਸਤਾਦ ਵੀ ਛੱਡ ਦੇਣ ਬਸ। ਤੇ ਜ਼ਿੰਦਗੀ ਦਾ ਪਤਾ ਕੋਈ ਨਹੀਂ, ਇਹਨਾਂ ਦੀ ਦਾ ਇਹ ਜ਼ਿੰਜ ਰੱਖਣਾ। ਸਾਜੀ ਮੈਨੂੰ ਤਾਂ ਡਾਕਟਰ ਨੇ ਕਿਹਾ ਤੂੰ ਜੁਗ ਜੁਗ ਜੀਏਗਾ। ਇਨਸ਼ਾਅੱਲਾ। ਲੋ ਜੀ ਭਾਜੀ, ਇਦਾਂ ਦੇ ਕੰਮ ਵਧੀ ਜਾਣਾ। ਓਕੇ, ਅੱਲਾ ਸਪੋਰਟ, ਉੱਠੋ ਯਾਰ ਚੱਲੀਏ। ਅੱਛਾ, ਇੱਕ ਗਾਣਾ ਅੱਜ ਕੱਲ ਚੱਲ ਰਿਹਾ ਨਾ ਜਿਹਦੇ ਵਿੱਚ ਅੱਜ ਕਰਦੇ ਕਿਹੜਾ? ਤੈਨੂੰ ਕਾਲਾ ਚਸ਼ਮਾ। ਆ ਮੈਨੂੰ ਕਾਲਾ ਚਸ਼ਮਾ। ਯਾਰ ਉਹ ਤਾਂ ਤਸਵੀਰ ਲਈ ਸਾਰੇ ਉਹ ਕਿੱਦਾਂ ਕਰਦੇ ਪਏ ਫਿਰ? ਕਿੱਦਾਂ? ਨਹੀਂ ਤੇ ਕੱਢੇ ਨਹੀਂ। ਉਹ ਕਰਦੇ ਪਏ ਨੇ।